नमस्कार आदाब सत श्री अकाल हमदर्द टीवी देखने वाले सारे दर्शकों का स्वागत है प्रोग्राम न्यूज़ एंड व्यूज़ ਵਿੱਚ मैं ਹਾਂ ਤਰਨਜੀਤ ਕੌਰ ਘੁੰਮਣ ਹਾਜ਼ਰਾਂ 'ਚ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਜਿਹਦੇ ਵਿੱਚ ਗੱਲਬਾਤ ਕਰਾਂਗੇ ਹੁਣ ਤੱਕ ਦੀਆਂ ਖਾਸ ਖਬਰਾਂ ਦੇ ਬਾਰੇ ਵਿੱਚ ਕਿਸੇ ਖਬਰ ਦੇ ਉੱਤੇ ਤੁਸੀਂ ਕੋਈ ਆਪਣੀ رائے ਦੇਣਾ ਚਾਹੁੰਦੇ ਹੋ ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਕਾਲ ਕਰ ਸਕਦੇ ਹੋ ਤੁਹਾਡੇ ਕੋਲ ਕੋਈ ਅਜਿਹੀ ਜਾਂ ਫਿਰ ਕੋਈ ਖਬਰ ਜਾਂ ਜਾਣਕਾਰੀ ਹੈਗੀ ਤੁਸੀਂ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਕਾਲ ਕਰ ਸਕਦੇ ਹੋ ਪ੍ਰੋਗਰਾਮ ਵਿੱਚ ਹੇਠ ਲਿਖੇ ਨੰਬਰਸ ਦੇ ਉੱਤੇ ਲਾਈਵ ਪ੍ਰੋਗਰਾਮ ਵਿੱਚ ਸਾਡੇ ਨਾਲ ਜੁੜ ਸਕਦੇ ਹੋ ਨਾਲ ਦੇ ਨਾਲ ਦੱਸ ਦਈਏ ਕਿ ਸਾਡਾ ਪ੍ਰੋਗਰਾਮ ਹਮਦਰਦ ਟੀਵੀ ਦੇ ਫੇਸਬੁੱਕ ਪੇਜ ਤੇ ਵੀ ਤੁਸੀਂ ਦੇਖ ਸਕਦੇ ਹੋ ਜਿੱਥੇ ਤੁਸੀਂ ਕਮੈਂਟ ਕਰ ਸਕਦੇ ਹੋ ਅੱਜ ਜਿਹੜੀਆਂ ਪ੍ਰਮੁੱਖ ਖਬਰਾਂ ਉੱਤੇ ਆਪਾਂ ਗੱਲਬਾਤ ਕਰਨੀ ਆ ਉਹਦੇ ਵਿੱਚੋਂ ਕੁਝ ਖਬਰਾਂ ਨੇ ਜੀ ਓਨਟਾਰੀਓ ਵਿੱਚ ਅੱਜ ਸਾਲ ਦੇ ਸਭ ਤੋਂ ਵੱਧ ਕਰੋਨਾ ਵਾਇਰਸ ਦੇ ਮਾਮਲੇ ਤੇ ਮੌਤਾਂ ਸਾਹਮਣੇ ਆਈਆਂ ਨੇ ਕਿ ਕਰਫਿਊ ਦੇ ਵੱਲ ਅੱਗੇ ਵਧ ਰਿਹਾ ਸੂਬਾ ਯੂਬਾ ਸਿਟੀ ਦੇ ਵਿੱਚ ਨਵੇਂ ਸਾਲ ਦੇ ਇਕੱਠ ਤੋਂ ਬਾਅਦ ਉੱਥੇ ਗੁਰੂ ਘਰ ਨੂੰ ਬੰਦ ਕਰਵਾ ਦਿੱਤਾ ਗਿਆ ਟਰੰਪ ਦੇ ਗੋਰੇ ਸਮਰਥਕ ਪ੍ਰਦਰਸ਼ਨਕਾਰੀਆਂ ਨਾਲ ਨਜਿੱਠਣ ਲਈ ਪੁਲਿਸ ਨੇ ਦੋਹਰਾ ਮਾਪਦੰਡ ਅਪਣਾਇਆ ਇਹ ਕਾਲੇ ਪ੍ਰਦਰਸ਼ਨਕਾਰੀਆਂ ਦਾ ਉਹਨਾਂ ਦੇ ਉੱਤੇ ਇਲਜ਼ਾਮ ਹੈ ਉੱਥੋਂ ਦੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਈਰਾਨ ਤੋਂ ਟਰੰਪ ਲਈ ਜਾਰੀ ਹੋਇਆ ਹੈ ਗ੍ਰਿਫਤਾਰੀ ਵਾਰੰਟ ਕਿਉਂ ਗ੍ਰਿਫਤਾਰੀ ਵਾਰੰਟ ਜਾਰੀ ਹੋਇਆ ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਨਾਲ ਦੀ ਨਾਲ ਐਕਟਰੈਸ ਪ੍ਰਿਯੰਕਾ ਚੋਪੜਾ ਨੇ ਕਰੋਨਾ ਵਾਇਰਸ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਨੇ ਉਹਨਾਂ ਨੇ ਅਜਿਹਾ ਕੀ ਕੀਤਾ ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਅਮਰੀਕਾ 'ਚ ਹੋਈ ਹਿੰਸਾ ਤੇ ਅਫਸੋਸ ਜਤਾਉਣ ਦੇ ਮਾਮਲੇ 'ਚ ਕੁਝ ਟ੍ਰੋਲਰਸ ਨੇ ਸੋਸ਼ਲ ਮੀਡੀਆ ਉੱਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਟ੍ਰੋਲ ਕੀਤਾ ਹੈ ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਨਾਲ ਹੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਅਮਰੀਕਾ ਵਿੱਚ ਹੋਈ ਹਿੰਸਾ ਦੇ ਉੱਤੇ ਸੋਸ਼ਲ ਮੀਡੀਆ ਤੇ ਆਪਣੀ ਟਿੱਪਣੀ ਕੀਤੀ ਹੈ ਅਫਸੋਸ ਜਤਾਇਆ ਉਹਨਾਂ ਦਾ ਕਹਿਣਾ ਹੈ ਕਿ ਇਹ ਲੋਕਤੰਤਰ ਦਾ ਕਾਰਨ ਹੈ ਸੋ ਇਹਨਾਂ ਸਾਰੇ ਮੁੱਦਿਆਂ ਉੱਤੇ ਗੱਲਬਾਤ ਕਰਾਂਗੇ ਕਿਸੇ ਉੱਤੇ ਤੁਸੀਂ ਆਪਣੇ ਵਿਚਾਰ ਦੇਣੇ ਆ ਸਾਨੂੰ ਕਾਲ ਕਰ ਸਕਦੇ ਹੋ ਪਰ ਕੋਸ਼ਿਸ਼ ਕਰਿਓ ਕਿ ਜਿਹੜੀ ਤੁਸੀਂ ਕਾਲ ਕਰੋ ਉਹਦੇ ਵਿੱਚ ਆਪਣੀ ਗੱਲ ਥੋੜਾ ਛੋਟਾ ਰੱਖਿਓ ਤੇ ਕਾਲ ਸਿਰਫ ਇੱਕ ਵਾਰੀ ਕਰਿਓ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ ਜੋੜ ਲੈਣੇ ਜੀ ਮੇਰੇ ਸਹਿਯੋਗੀ ਮਰਗਿੰਦ ਨਾਚੀ ਨੂੰ ਸਵਾਗਤ ਹੈ ਸਰ ਤੁਹਾਨੂੰ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਜੀ ਕਿਵੇਂ ਪਰਸ ਸਮੇਟ ਕੇ ਬਹਿ ਰਹੀਏ ਕਿਵੇਂ ਭੁੱਲ ਜਾਈਏ ਉਡਾਨ ਨੂੰ ਕਿਵੇਂ ਪਰਸ ਸਮੇਟ ਕੇ ਬਹਿ ਰਹੀਏ ਕਿਵੇਂ ਭੁੱਲ ਜਾਈਏ ਉਡਾਨ ਨੂੰ ਇਹ ਤਾਂ ਦਾਗ ਹੈ ਸਾਡੀ ਅਣਖ ਤੇ ਇਹ ਮਿਹਣਾ ਸਾਡੇ ਈਮਾਨ ਨੂੰ ਜੇ ਤੂੰ ਰੋਕ ਸਕਦਾ ਤਾਂ ਰੋਕ ਲਾ ਇਹ ਰੋਹ ਦੇ ਵਹਿਣ ਨੂੰ ਮੁਨਸਫਾ ਅਸੀਂ ਜਾ ਰਹੇ ਹਾਂ ਉਲੰਘ ਕੇ ਤੇਰੇ ਹੁਕਮ ਨੂੰ ਫਰਮਾਨ ਨੂੰ ਇਹ ਅੱਗ ਕਾਨੂੰਨ ਨਾ ਜਾਣਦੀ ਇਹ ਤਾਂ ਲਹਿਰ ਉਹਨਾਂ ਦੇ ਹਾਣ ਦੀ ਜਿਹੜੇ ਸਿਦਕ ਆਪਣਾ ਪੁਗਾਉਣ ਲਈ ਝੱਟ ਦਾ ਉੱਤੇ ਲਾ ਦਿੰਦੇ ਜਾਨ ਨੂੰ ਇਹ ਅਗਨ ਤੇ ਇਤਬਾਰ ਕਰ ਸਾਡਾ ਨਾ ਉਹਨਾਂ 'ਚ ਸ਼ੁਮਾਰ ਕਰ ਜਿਹੜੇ ਜਾਲ ਦੇ ਜਿੰਦ ਆਪਣੀ ਨੂੰ ਤੇ ਨੂਰ ਵੰਡਦੇ ਜਹਾਨ ਨੂੰ ਤੇ ਨੂਰ ਵੰਡਦੇ ਜਹਾਨ ਬਹੁਤ ਖੂਬਸੂਰਤ ਕਿੰਨਾਂ ਦੀਆਂ ਸਤਰਾਂ ਨੇ ਸੁਖਵਿੰਦਰ ਅਮਰਤ ਜੀ ਦੀਆਂ ਇਹ ਸਤਰਾਂ ਨੇ ਜੀ ਬਹੁਤ ਸੋਹਣੀ ਨਜ਼ਮ ਲਿਖੀ ਹੈ ਉਹਨਾਂ ਨੇ ਕਈ ਹੋਰ ਸਟੈਂਸਸ ਵੀ ਹੈਗੇ ਆ ਫਿਰ ਆਪਾਂ ਕੁਛ ਵਿੱਚੋਂ ਸਿਲੈਕਟਡ ਆਪਾਂ ਪੜ੍ਹ ਦਿੰਦੇ ਹਾਂ ਬਿਲਕੁਲ ਜੀ ਤੇ ਸਰ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਤੁਹਾਨੂੰ ਦੱਸ ਦਈਏ ਦਰਸ਼ਕਾਂ ਨੂੰ ਜਿਹੜੇ ਇਸ ਵਕਤ ਕਿਸਾਨੀ ਮੁੱਦੇ ਉੱਤੇ ਗੱਲਬਾਤ ਕਰਨਾ ਚਾਹੁੰਦੇ ਨੇ ਪ੍ਰੋਗਰਾਮ ਦੇ ਆਖਰੀ ਜਿਹੜੇ ਅੱਧੇ ਘੰਟੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਬਾਕੀ ਦੀਆਂ ਖਬਰਾਂ ਉੱਤੇ ਡਿਸਕਸ ਕਰੀਏ ਅੱਜ ਜਿਹੜਾ ਮੇਨ ਜਿਹੜਾ ਫੋਕਸ ਹੋਏਗਾ ਅਮਰੀਕਾ ਵਿੱਚ ਜਿਹੜੀ ਹਿੰਸਾ ਹੋਈ ਆ ਉਹਦੇ ਆਲੇ ਦੁਆਲੇ ਰਹੇਗਾ ਤੁਸੀਂ ਉਹਦੇ ਬਾਰੇ ਕੋਈ ਗੱਲ ਕਰਨਾ ਚਾਹੁੰਦੇ ਹੋ ਕੋਈ ਜਾਣਕਾਰੀ ਦੇਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਗੱਲ ਕਰ ਸਕਦੇ ਹੋ ਸ਼ੁਰੂਆਤ ਕਰਦੇ ਹਾਂ ਕਰੋਨਾ ਵਾਇਰਸ ਦੇ ਨਾਲ ਓਨਟਾਰੀਓ ਦੇ ਵਿੱਚ ਅੱਜ ਸਾਲ ਦੇ ਸਭ ਤੋਂ ਵੱਧ ਜਦੋਂ ਤੋਂ ਕਰੋਨਾ ਵਾਇਰਸ ਦੀ ਸ਼ੁਰੂਆਤ ਹੋਈ ਹੈ ਸੈਕਿੰਡ ਵੇਵ ਕਿਹਾ ਜਾ ਰਿਹਾ ਕਿ ਚੱਲ ਰਹੀ ਹੈ ਜਿੰਨੀ ਖਤਰਨਾਕ ਕਹੀ ਜਾ ਰਹੀ ਸੀ ਉਸ ਲੈਵਲ ਤੱਕ ਹੁਣ ਪਹੁੰਚਦੀ ਹੋਈ ਦਿਖਾਈ ਦੇ ਰਹੀ ਹੈ ਅੱਜ ਸਾਲ ਦੇ ਸਭ ਤੋਂ ਵੱਧ ਕੇਸ ਵੀ ਸਾਹਮਣੇ ਆਏ ਨੇ ਤੇ ਸਭ ਤੋਂ ਵੱਧ ਮੌਤਾਂ ਵੀ ਸਾਹਮਣੇ ਆਈਆਂ ਨੇ ਓਨਟਾਰੀਓ ਦੀ ਗੱਲ ਕਰੀਏ ਓਨਟਾਰੀਓ ਵਿੱਚ ਅੱਜ 3519 ਮਾਮਲੇ ਕਰੋਨਾ ਵਾਇਰਸ ਦੇ ਸਾਹਮਣੇ ਆਏ ਨੇ ਜਦਕਿ 99 ਮੌਤਾਂ ਹੋਈਆਂ ਨੇ ਸਰ ਕੀ ਕਹੋਗੇ ਹਾਂ ਤਰਨ ਜਿਹੜਾ ਪਹਿਲਾਂ ਅੱਗੇ ਵੀ ਬਹੁਤ ਵਾਰੀ ਗੱਲ ਕੀਤੀ ਮੁੜ ਕੇ ਫੇਰ ਰਿਪੀਟ ਕਰਨੀ ਪੈਂਦੀ ਹੈ ਪਰ ਗੱਲ ਇਹ ਤਾਂ ਰਿਪੀਟ ਕਰਦੇ ਹਾਂ ਜੀ ਖਬਰ ਹਰ ਰੋਜ਼ ਉਦੋਂ ਵੱਖਰੀ ਆ ਰਹੀ ਹੈ ਉਦੋਂ ਖਤਰਨਾਕ ਆ ਰਹੀ ਹੈ ਉਦੋਂ ਭੈੜੀ ਖਬਰ ਆ ਰਹੀ ਹੈ 3519 ਕੇਸਿਸ ਹੈ ਇੰਨਾ ਕੇਸ ਅੱਗੇ ਕਦੇ ਨਹੀਂ ਹੋਇਆ 89 ਡੈਥਸ ਅੱਗੇ 86 ਦਾ ਰੈਕਡ ਸੀ ਹੁਣ 89 ਦਾ ਪ੍ਰਮਾਤਮਾ ਕਰੇ 89 ਤੋਂ ਨਾ ਵਧੇ ਇਸ ਨੰਬਰ 3519 ਨਾ ਵਧੇ ਪਰ ਚਾਂਸ ਨਹੀਂ ਲੱਗਦੇ ਤਰਨ ਕਿਉਂਕਿ ਛੁੱਟੀਆਂ ਦੇ ਰਿਜ਼ਲਟ ਆ ਰਹੇ ਨੇ ਜਿਹੜੇ ਲੋਕੀ ਨਹੀਂ ਟਿਕ ਕੇ ਬੈਠੇ ਇਹ ਉਹਨਾਂ ਦੇ ਰਿਜ਼ਲਟ ਆ ਰਹੇ ਨੇ ਸਰ ਜਿਵੇਂ ਤੁਸੀਂ ਕਿਹਾ ਕਿ ਰਿਜ਼ਲਟ ਸਾਹਮਣੇ ਆ ਰਹੇ ਨੇ ਇਸ ਵਕਤ ਅਸੀਂ ਦੇਖ ਰਹੇ ਹਾਂ ਕਿ ਅੱਜ ਸਭ ਤੋਂ ਵੱਧ ਮਾਮਲੇ ਵੱਧ ਆਏ ਨੇ ਸਾਹਮਣੇ ਕਿਊਬਿਕ ਪਹਿਲਾ ਇਸ ਵਕਤ ਪ੍ਰੋਵਿੰਸ ਬਣ ਚੁੱਕਿਆ ਕੈਨੇਡਾ ਦਾ ਜਿਹਨੇ ਕਿ ਕਰਫਿਊ ਦਾ ਐਲਾਨ ਕਰ ਦਿੱਤਾ ਅਸੀਂ ਇੰਗਲੈਂਡ ਦੀ ਗੱਲ ਕਰੀਏ ਯੂਕੇ ਦੀ ਗੱਲ ਕਰੀਏ ਯੂਕੇ ਵਿੱਚ ਬਹੁਤ ਜ਼ਬਰਦਸਤ ਤਰੀਕੇ ਨਾਲ ਉਹਨਾਂ ਨੇ ਕਰਫਿਊ ਲਗਾਇਆ ਗਰੋਸਰੀ ਸਟੋਰਸ ਤੱਕ ਸੁਣਨ ਦੇ ਵਿੱਚ ਆਇਆ ਕਿ ਉੱਥੇ ਬੰਦ ਕੀਤੇ ਜਾ ਰਹੇ ਨੇ ਇੱਥੋਂ ਦੀ ਗੱਲ ਕਰੀਏ ਤੁਹਾਨੂੰ ਲੱਗ ਰਿਹਾ ਕਿ ਜਿਸ ਤਰੀਕੇ ਨਾਲ 6000 ਦੀ ਗੱਲ ਸਾਡੇ ਐਕਸਪਰਟਸ ਕਹਿ ਰਹੇ ਸੀ ਅਸੀਂ ਉੱਥੇ ਤੱਕ ਬਸ ਪਹੁੰਚਣ ਹੀ ਵਾਲੇ ਹਾਂ ਤਰਨ ਮੈਨੂੰ ਲੱਗ ਰਿਹਾ ਉਹ ਨੰਬਰ ਜੇ ਆਹੀ ਹਾਲਾਤ ਰਹੇ ਤਾਂ ਨੰਬਰ 6000 ਦੀ ਜਨਵਰੀ ਦੇ ਐਂਡ ਤੱਕ ਪ੍ਰੈਡਿਕਸ਼ਨ ਸੀ ਔਰ ਹਜੇ ਤਾਰੀਖ 7 ਹੀ ਹੋਈ ਹੈ ਅੱਜ 7 ਤਾਰੀਖ ਹੈ ਜੀ ਅੱਜ ਤੇ ਹਲੇ ਦਿਨ ਬਹੁਤ ਰਹਿੰਦੇ ਨੇ ਇਹ ਮੁੜਦਾ ਨਹੀਂ ਲੱਗ ਰਿਹਾ ਹਰ ਰੋਜ਼ ਇੱਕ ਨੰਬਰ ਵੱਧਦਾ ਇੱਕ ਦਿਨ ਨੰਬਰ ਘਟਿਆ ਸੀਗਾ
ਕਰਨ ਉਸ ਦਿਨ ਸਿਰਫ 35,000 ਦੇ ਟੈਸਟ ਹੀ ਕੀਤਾ ਗਿਆ ਸੀਗਾ, ਇਸ ਕਰਕੇ ਨੰਬਰ ਘੱਟ ਸੀਗਾ। ਨੰਬਰ ਪੂਰਾ ਵੱਧ ਰਿਹਾ ਜੀ। ਔਰ ਇਹ ਜੇ ਇਹੀ ਹਾਲਤ ਰਹੀ ਅਗਲੇ 3-4 ਦਿਨਾਂ 'ਚ ਤਾਂ ਵੀ ਵਿਲ ਬੀ ਫੋਲੋਇੰਗ ਕੁਬੈਕ। ਚਾਂਸਸ ਇਹ ਬਣਦੇ ਜਾ ਰਹੇ ਆ ਕਿਉਂਕਿ ਡਗ ਫੋਰਡ ਸਾਹਿਬ ਨੇ, ਜਿਹੜੇ ਲੈਗੋਲ ਸਾਹਿਬ ਨੇ, ਪ੍ਰੀਮੀਅਰ ਨੇ ਕੁਬੈਕ ਦੇ, ਉਹਨਾਂ ਨਾਲ ਗੱਲਬਾਤ, ਉਹਨਾਂ ਨੇ ਪਬਲਿਕਲੀ ਕਿਹਾ ਸੀਗਾ ਕਿ ਮੈਂ ਉਹਨਾਂ ਨਾਲ ਗੱਲਬਾਤ ਕਰਾਂਗਾ। ਔਰ ਜੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਤਾਂ ਉਹ ਜਿਹੜੇ ਮੇਜਰਸ ਉੱਥੇ ਚੱਕੇ ਗਏ ਨੇ ਉਹਨਾਂ ਨੂੰ ਫੋਲੋ ਕਰਨਗੇ ਨੈਚੁਰਲੀ। ਇਕੱਲੇ ਉੱਥੇ ਵਾਲੇ ਨਹੀਂ ਜੀ। ਮੈਨੂੰ ਇਸ ਗੱਲ ਦੀ ਵੀ ਜ਼ਰੂਰ ਚਾਹੀਦਾ ਕਿ ਇਹਨਾਂ ਨੂੰ ਹੋਰ ਜਿਹੜੇ ਫੋਰਨ ਕੰਟਰੀਜ਼ ਦੇ ਵਿੱਚ ਵੀ ਜਿੱਥੇ ਕਰਫਿਊਜ਼ ਲੱਗੇ ਨੇ ਉੱਥੇ ਸਾਰਿਆਂ ਨਾਲ ਜ਼ਰੂਰ ਗੱਲਬਾਤ ਕਰਨੀ ਚਾਹੀਦੀ ਹੈ। ਖਬਰਾਂ ਚਾਹੁੰਦਾ ਆਮ ਬੰਦਾ ਵੀ ਇਸ ਬਾਰੇ ਜਾਣਕਾਰੀ ਰੱਖਦਾ, ਕੋਈ ਐਸੀ ਗੱਲ ਹੈ ਨਹੀਂ ਗੀ। ਸਰਕਾਰ ਹੁਣ ਤੱਕ ਡਰਦੀ ਪਤਾ ਨਹੀਂ ਕਿਉਂ ਨਹੀਂ ਸੀ ਕਰਦੀ। ਸ਼ਾਇਦ ਸਰਕਾਰ ਕਹਿੰਦੀ ਹੋਈ ਇਹਦੋਂ ਬਿਨਾਂ ਸਰਵੇ 100 ਪੱਖ ਦੇਖਣੇ ਪੈਂਦੇ ਆ। ਕੁਬੈਕ ਦੇ ਵਿੱਚ ਤਰਨ ਕੰਸਟਰਕਸ਼ਨ ਵੀ ਬੰਦ ਕਰ ਦਿੱਤੀ ਗਈ ਹੈ। ਬਿਲਕੁਲ ਸਰ, ਕਾਫੀ ਉੱਥੇ ਜ਼ਬਰਦਸਤ ਅਸੀਂ ਦੇਖ ਰਹੇ ਹਾਂ ਕਿ ਉਹਨਾਂ ਨੇ ਵੀ ਰਿਸਪੌਂਸ ਹੁਣ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿਸ ਤਰੀਕੇ ਦੇ ਨਾਲ ਉੱਥੇ ਵੀ ਹੁਣ ਸਖਤੀ ਹੋ ਗਈ ਹੈ। ਓਨਟਾਰੀਓ ਦੀ ਗੱਲ ਕਰੀਏ, ਆਪਾਂ ਦੇਖ ਰਹੇ ਹਾਂ ਕਿ ਇੱਕ ਪਾਸੇ ਸਕੂਲਸ ਦੀ ਵੀ ਆਪਾਂ ਗੱਲ ਕਰਾਂਗੇ, ਪਰ ਹੁਣ ਜਿਵੇਂ ਹੈਲਥ ਐਕਸਪਰਟਸ ਵੀ ਕਹਿ ਰਹੇ ਸੀ ਵੈਕਸੀਨ ਕੱਲੀ ਆਉਣ ਦੇ ਨਾਲ ਕੁਝ ਨਹੀਂ ਹੋਣਾ ਹੈਗਾ, ਪਰ ਜਿਸ ਤਰੀਕੇ ਨਾਲ ਲੋਕੀ ਹਜੇ ਪਾਰਟੀਆਂ ਕਰਨੋਂ ਨਹੀਂ ਹਟ ਰਹੇ ਹੈਗੇ, ਖਾਸ ਤੌਰ ਤੇ ਨਿਊ ਈਅਰ ਦੇ ਉੱਤੇ ਵੀ ਕਾਫੀ ਇਕੱਠ ਕਈ ਥਾਵਾਂ ਦੇ ਉੱਤੇ ਦੇਖਣ ਨੂੰ ਮਿਲੇ ਨੇ। ਸੋ ਕੱਲੀ ਵੈਕਸੀਨ ਨੇ ਕੁਝ ਨਹੀਂ ਕਰਨਾ ਜਦ ਤੱਕ ਤੁਸੀਂ ਸੋਸ਼ਲ ਡਿਸਟੈਂਸਿੰਗ ਨਹੀਂ ਕਰਦੇ ਹੈਗੇ। ਆਮ ਲੋਕਾਂ ਤੱਕ ਵੈਕਸੀਨ ਪਹੁੰਚਣ ਨੂੰ ਵੀ ਮਾਰਚ ਲਗਭਗ ਲੱਗ ਜਾਣੀ ਆ। ਤਰਨ ਇੱਕ ਹੋਰ ਵੀ ਗੱਲ ਆ, ਅੱਜ ਵੀ ਕ੍ਰਿਸਮਸ ਹੈ। ਅੱਜ ਜਿਹੜੇ ਆਰਥੋਡਾਕਸ ਜਿਹੜੇ ਲੋਕ ਨੇ ਉਹਨਾਂ ਦੀ ਕ੍ਰਿਸਮਸ ਅੱਜ ਹੈ, ਉਹਨਾਂ ਦਾ ਵੀ ਕੁਛ ਨਾ ਕੁਛ ਚੱਲ ਰਿਹਾ ਹੋਏਗਾ। ਸੋ ਹਜੇ ਮੁੱਕਿਆ ਨਹੀਂ ਹੈ ਇਹ ਕੰਮ। ਤੇ ਜਦ ਨੂੰ ਸਾਡੀ ਲੋਹੜੀ ਆ ਰਹੀ ਹੈ, ਇਸ ਗੱਲ ਦਾ ਵੀ ਸਾਨੂੰ ਜ਼ਰੂਰ ਖਿਆਲ ਰੱਖਣਾ ਪਵੇਗਾ ਕਿ ਇਹਨਾਂ ਤੋਂ ਉਹਦੇ ਨੇੜੇ ਤੇੜੇ ਹੁੰਦੀ ਹੈ, ਉਹਦੇ ਕਰਕੇ ਵੀ ਸਾਨੂੰ ਬਹੁਤ ਖਿਆਲ ਰੱਖਣਾ ਪਵੇਗਾ। ਔਰ ਜਿਹੜੇ ਵੱਧ ਰਹੇ ਨੇ, ਮੈਂ ਕੰਸਟਰਕਸ਼ਨ ਦੀ ਮਾੜੀ ਜਿਹੀ ਗੱਲ ਕਰਨ ਲੱਗਿਆ ਸੀਗਾ। ਟੋਰਾਂਟੋ ਦੇ ਵਿੱਚ ਜੀ ਇੱਕ ਸਬਵੇ ਬਣ ਰਹੀ ਹੈ ਜੀ, ਐਗਲਿੰਟਨ ਦੇ ਨਾਲ ਸਬਵੇ ਬਣ ਰਹੀ ਹੈ ਤਰਨ। ਉੱਥੇ ਤਕਰੀਬਨ ਟੋਟਲ ਬੰਦਾ ਪਤਾ ਨਹੀਂ ਕਿੰਨਾ ਕੰਮ ਕਰਦਾ ਹੋਏਗਾ, ਆਲਟੂਗੈਦਰ 400-500 ਦੇ ਨੇੜੇ ਤੱਕ ਬੰਦੇ ਕਰਦੇ ਹੋਣਗੇ, ਇੰਨਾ ਵੱਡਾ ਪ੍ਰੋਜੈਕਟ ਹੈ। ਉਹਦੇ ਇੱਕ ਜਗ੍ਹਾ ਦੇ ਉੱਤੇ 28 ਬੰਦੇ ਪੋਜ਼ੀਟਿਵ ਪਾਏ ਗਏ ਨੇ। 28 ਬੰਦੇ ਇੱਕ ਜਗ੍ਹਾ ਦੇ ਉੱਤੇ ਪੋਜ਼ੀਟਿਵ ਪਾਏ ਗਏ ਨੇ ਕੋਵਿਡ ਦੇ ਨਾਲ। ਤੇ ਜਿਹੜੀ ਹੁਣ ਤੱਕ ਕੰਸਟਰਕਸ਼ਨ ਚੱਲਦੀ ਰਹਿ ਗਈ ਹੈ, ਕੁਬੈਕ ਨੇ ਕੰਸਟਰਕਸ਼ਨ ਬੰਦ ਕਰ ਦਿੱਤੀ ਹੈ। ਤੇ ਮੈਨੂੰ ਇਉਂ ਲੱਗਦਾ ਜੇ ਹਾਲਾਤ ਇਹੀ ਰਹੇ ਤਾਂ ਸ਼ਾਇਦ ਇੱਥੋਂ ਦੀ ਕੰਸਟਰਕਸ਼ਨ ਤੇ ਵੀ ਅਗਲੀ ਵਾਰ ਜਿਹੜਾ ਸ਼ਿਕੰਜਾ ਕੱਸਿਆ ਜਾਣਾ, ਕੰਸਟਰਕਸ਼ਨ ਵੀ ਬੰਦ ਹੋ ਜਾਏਗੀ, ਜਿਹਨੂੰ ਕਿ ਸਰਕਾਰਾਂ ਕਦੇ ਵੀ ਨਹੀਂ ਚਾਹੁੰਦੀਆਂ ਹੁੰਦੀਆਂ। ਕੰਸਟਰਕਸ਼ਨ ਬੰਦ ਕਰਨੀਆਂ, ਉਹਨਾਂ ਸਭ ਕੁਛ ਠੱਪ ਹੋ ਜਾਂਦਾ। ਉਹਨਾਂ ਕਿ ਹੋਰ ਬਹੁਤ ਕੁਛ ਨਾਲ ਇੰਡਸਟਰੀ ਚੱਲਦੀ ਹੈਗੀ ਹੈ। ਸਰਕਾਰ ਨੇ ਕੋਸ਼ਿਸ਼ ਕੀਤੀ ਹੈ, ਰੱਖੀ ਹੈ, ਪਰ ਮੈਨੂੰ ਨਹੀਂ ਲੱਗਦਾ ਜੇ ਹਾਲਾਤ ਇਹੀ ਰਹੇ ਤਾਂ ਕੰਸਟਰਕਸ਼ਨ ਦੇ ਉੱਤੇ ਵੀ ਸ਼ਿਕੰਜਾ ਕੱਸਿਆ ਜਾਏਗਾ। ਬਾਕੀ ਗੱਲ ਸਕੂਲਾਂ ਦੀ ਜੀ, ਆਸਟ੍ਰੇਲੀਆ ਇਹਨਾਂ ਦੇ ਅਸੀਂ ਓਨਟਾਰੀਓ ਦੇ ਸਾਊਥ ਵਾਲੀ ਸਾਈਡ ਦੀ ਗੱਲ ਕਰੀਏ, ਉੱਥੋਂ ਦੇ ਤਾਂ ਸਕੂਲਾਂ ਨੇ ਕਹਿ ਦਿੱਤਾ ਹੈ ਕਿ ਚਾਹੇ ਪ੍ਰੀਮੀਅਰ ਇਸ ਵਕਤ ਗੁੱਸੇ ਹੋਣ, ਗਿਲੇ ਹੋਣ ਜਾਂ ਫਿਰ ਜੋ ਮਰਜ਼ੀ ਕਰਨ, ਪਰ ਅਸੀਂ ਅਜੇ ਸਕੂਲ ਨਹੀਂ ਖੁੱਲ੍ਹਣ ਜਾ ਰਹੇ। ਤਰਨ ਲੰਡਨ ਦੇ ਏਰੀਆ ਦੇ ਵਿੱਚ, ਵਿੰਡਸਰ ਦੇ ਏਰੀਆ ਦੇ ਵਿੱਚ ਉੱਥੋਂ ਦੇ ਸਕੂਲ ਬੋਰਡ ਨੇ ਜਦੋਂ ਪ੍ਰੀਮੀਅਰ ਸਾਹਿਬ ਨੇ ਜਿਹੜੀ ਅਨਾਊਂਸਮੈਂਟ ਆਈ, ਜਿਹੜੀ ਸਾਡੀ ਓਨਟਾਰੀਓ ਦੀ ਅਨਾਊਂਸਮੈਂਟ ਹੋਣ ਆਈ ਹੈ, ਉਦੋਂ ਪਹਿਲਾਂ ਹੀ ਕਹਿ ਦਿੱਤਾ ਸੀਗਾ ਅਸੀਂ ਸਕੂਲ ਨਹੀਂ ਖੋਲ੍ਹਣੇ, ਕਿਉਂਕਿ ਇਸ ਸਾਲ ਦੇ ਸ਼ੁਰੂ ਤੋਂ ਜਿਹੜੀ ਹੁਣ ਆਨਲਾਈਨ ਲਰਨਿੰਗ ਚੱਲ ਰਹੀ ਹੈਗੀ ਹੈ। ਵਿੰਡਸਰ ਐਸੈਕਸ ਦਾ ਏਰੀਆ ਮੇਰਾ ਖਿਆਲ ਉਹਨਾਂ ਨੇ ਕਹਿੰਦੇ ਅਸੀਂ ਸਾਨੂੰ ਇਹ ਪਰਵਾਹ ਨਹੀਂ ਹੈ ਕਿ ਓਨਟਾਰੀਓ ਕੀ ਕਹਿੰਦਾ, ਅਸੀਂ ਸਕੂਲ ਨਹੀਂ ਖੋਲ੍ਹਣੇ। ਪਰ ਉਦੋਂ 2 ਘੰਟੇ ਬਾਅਦ ਓਨਟਾਰੀਓ ਦਾ ਵੀ ਆ ਗਿਆ। ਹਾਲਾਂਕਿ ਸਾਲ ਦੇ ਸ਼ੁਰੂ ਵਿੱਚ ਜਿਹੜੇ ਸਟੀਵਨ ਲੈਚੇ ਸਾਹਿਬ ਨੇ, ਜਿਹੜੇ ਮਿਨਿਸਟਰ ਆਫ ਐਜੂਕੇਸ਼ਨ ਫॉर ਓਨਟਾਰੀਓ ਨੇ, ਉਹਨਾਂ ਨੇ ਇਹ ਗੱਲ ਕਹੀ ਸੀ ਵੀ ਸਕੂਲ ਖੁੱਲ੍ਹਣਗੇ 11 ਤਾਰੀਖ ਨੂੰ। ਪਰ ਹਾਲਾਤ ਜਿਹੜੇ ਆ ਨੰਬਰ ਆ ਰਹੇ ਨੇ, ਹਾਲਾਤਾਂ ਨੇ ਉਹਨਾਂ ਨੂੰ ਇਸ ਗੱਲ 'ਤੇ ਮਜਬੂਰ ਕੀਤਾ ਕਿ ਸਕੂਲ ਹੁਣ ਅਨਾਊਂਸਮੈਂਟ ਹੋ ਗਈ ਹੈ ਕਿ ਸਕੂਲ ਅਜੇ ਬੰਦ ਰਹਿਣਗੇ। ਆਨਲਾਈਨ ਲਰਨਿੰਗ ਦੀ ਤਾਂ ਪ੍ਰੋਬਲਮ ਹੈ, ਵੈਸੇ ਐਸੀ ਗੱਲ ਨਹੀਂ ਹੈ ਜਿਹੜੀ ਸਰਕਾਰ ਵੀ ਚਾਹੁੰਦੀ ਹੈ। ਆਨਲਾਈਨ ਲਰਨਿੰਗ ਦੀ ਇਹ ਪ੍ਰੋਬਲਮ ਹੈ। ਸਿਸਟਮ ਪਤਾ ਕੀ ਹੈ, ਜਿਨ੍ਹਾਂ ਦੇ ਹੈਗੇ ਨੇ ਬੱਚਿਆਂ ਨੂੰ ਤਾਂ ਪਤਾ ਹੋਏਗਾ, ਕੁਛ ਇਸ ਤਰ੍ਹਾਂ ਕਿ ਤੁਹਾਨੂੰ 45 ਮਿੰਟ ਦਾ ਪੀਰੀਅਡ ਹੈ ਆਨਲਾਈਨ, ਫਿਰ ਬ੍ਰੇਕ ਹੈ, ਫਿਰ 45 ਮਿੰਟ ਦਾ ਪੀਰੀਅਡ ਹੈ, ਫਿਰ ਬ੍ਰੇਕ ਹੈ। ਉਹ 'ਚ ਪ੍ਰੋਬਲਮ ਇੱਕ ਹੋਰ ਹੁੰਦੀ ਹੈ, ਵੱਡੀ ਪ੍ਰੋਬਲਮ ਇਹ ਆ ਰਹੀ ਹੈ ਕਈ ਥਾਵਾਂ 'ਤੇ ਮਾਪੇ ਦਖਲ ਦਿੰਦੇ ਆ। ਘਰੇ ਬੈਠੇ ਹੋ, ਪੇਰੈਂਟ ਵੀ ਦੇਖ ਰਿਹਾ ਬੱਚੇ ਨੂੰ ਪੜ੍ਹਾਇਆ ਜਾ ਰਿਹਾ ਹੈ। ਇਹ ਪ੍ਰੋਬਲਮ ਆਈ ਹੈ। ਕਈ ਟੀਚਰਸ ਨੇ ਇਹ ਸ਼ਿਕਾਇਤ ਕੀਤੀ ਹੈ ਕਿ ਵਿਚਾਲੇ ਜਿਹੜਾ ਪੇਰੈਂਟ ਆ ਉਹ ਦਖਲ ਦਿੰਦਾ, ਉਹ ਜਿਹੜਾ ਕਿ ਗੱਲ ਗਲਤ ਹੈਗੀ। ਜੇ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਹੈ, ਤੁਹਾਨੂੰ ਲੱਗਦਾ ਕਿ ਜਿਹੜਾ ਟੀਚਰ ਹੈ ਤੁਹਾਨੂੰ ਸਹੀ ਬੱਚੇ ਨੂੰ ਨਹੀਂ ਪੜ੍ਹਾ ਰਿਹਾ, ਤਾਂ ਉਹਨੂੰ ਬਾਅਦ ਵਿੱਚ ਉਹਦੇ ਨਾਲ ਗੱਲ ਕੀਤੀ ਜਾਣੀ ਚਾਹੀਦੀ, ਬਾਅਦ 'ਚ ਡਿਸਕਸ਼ਨ ਹੋਣੀ ਚਾਹੀਦੀ। ਦੇਖੋ ਉਹ ਸਾਰੀ ਕਲਾਸ ਨੂੰ ਪੜ੍ਹਾਇਆ, ਡਿਸਰਪਸ਼ਨ ਹੋ ਰਹੀ ਹੈ, ਇਸ ਗੱਲ ਦੀ ਵੀ ਪ੍ਰੋਬਲਮ ਆਉਂਦੀ ਹੈ। ਅਤੇ ਹੁਣ ਆਨਲਾਈਨ ਦੀ ਟੀਚਰਸ ਨੇ ਇੱਕ ਪ੍ਰੋਬਲਮ, ਉਹਨਾਂ ਨੇ ਇਹ ਵੀ ਸ਼ਿਕਾਇਤ ਕੀਤੀ ਹੈ ਕਿ ਸਾਡੇ ਕੋਲ ਤਿਆਰੀ ਦਾ ਸਮਾਂ ਨਹੀਂ ਸੀ। ਦਿਸ ਇਜ਼ ਆਈ ਡੋਂਟ ਅਗਰੀ ਵਿਦ ਦੈਟ। ਸਮਾਂ ਇੰਨੀ ਦੇਰ ਹੋ ਗਏ, 10 ਮਹੀਨੇ ਹੋ ਗਏ, ਸਾਰਾ ਕੁਛ ਬੰਦ ਪਿਆ, ਤੁਸੀਂ ਘੱਟੋ ਘੱਟ ਘਰੇ ਵੀ ਬੈਠੇ ਹੋ, ਉਦੋਂ ਵੀ ਕੁਛ ਸਿੱਖ ਸਕਦੇ ਸੀਗੇ, ਤੁਹਾਨੂੰ ਦੇਖ ਲੈਣਾ ਚਾਹੀਦਾ ਸੀ। ਇਹ ਕੰਡੀਸ਼ਨ ਵੀ ਆ ਸਕਦੀ ਹੈ। ਇਹ ਮੇਰਾ ਖਿਆਲ ਐਕਸਕਿਊਜ਼ ਉਹਨਾਂ ਦਾ ਬਹੁਤਾ ਚੰਗਾ ਨਹੀਂ, ਬਟ ਸਕੂਲਸ ਖੁੱਲ੍ਹਣਗੇ ਨਹੀਂ ਜੀ। ਜਿਹੜਾ ਨਾਰਦਰਨ ਓਨਟਾਰੀਓ
ਨਾਰਥਰਨ ਅੰਟਾਰੀਓ ਨੇ ਵੀ ਆਪਣਾ ਕਮਾਲ ਕਰਤਾ। ਹਾਂਜੀ, ਨਾਰਥਰਨ ਅੰਟੈਰੀਓ 2 ਹਫ਼ਤੇ ਪਹਿਲਾਂ ਖੁੱਲ੍ਹ ਜਾਣਾ ਸੀਗਾ ਜੀ ਸਾਰੇ ਦਾ ਸਾਰਾ, ਜਿਹੜਾ ਪਹਿਲਾਂ ਕੋਰਟ ਸਾਹਿਬ ਨੇ ਬੰਦ ਕੀਤਾ ਸੀਗਾ। ਨਾਰਥਰਨ ਅੰਟੈਰੀਓ ਸਾਡੇ ਤੋਂ ਸਦਰਨ ਅੰਟੈਰੀਓ ਨਾਲੋਂ 2 ਹਫ਼ਤੇ ਪਹਿਲਾਂ ਖੁੱਲ੍ਹਣਾ ਸੀਗਾ ਜੀ, ਨਹੀਂ ਖੁੱਲ੍ਹ ਰਿਹਾ ਜੀ। ਉਹ ਵੀ ਸਦਰਨ ਅੰਟੈਰੀਓ ਦੇ ਨਾਲ ਤੱਕ ਡੇਟ ਪੈ ਗਈ ਹੈ, ਬਿਲਕੁਲ। ਔਰ ਖੁੱਲ੍ਹੇਗਾ ਨਹੀਂ ਖੁੱਲ੍ਹੇਗਾ ਇਹਦਾ ਅਜੇ ਕੋਈ ਪਤਾ ਨਹੀਂ 2 ਹੈਗਾ। ਹਫ਼ਤੇ ਹੋਰ ਵਧਾ ਦਿੱਤਾ ਗਿਆ ਹੈ। ਹਾਂਜੀ, ਉਹ ਨਾਰਥਰਨ ਅੰਟੈਰੀਓ ਤੋਂ ਵਧਾ ਕੇ ਹੁਣ ਸਾਰਾ ਨਾਰਥ ਐਂਡ ਸਾਊਥ ਸਾਰਾ ਅੰਟੈਰੀਓ ਇੱਕ ਡੇਟ ਕਰ ਦਿੱਤੀ ਗਈ ਹੈ ਜੀ ਉਦੋਂ ਖੁੱਲ੍ਹਣ ਦੀ। ਪਰ ਜਿਹੜੇ ਹਾਲਾਤ ਅੱਜ ਚੱਲ ਰਹੇ ਨੇ ਜੀ, 25 ਜਨਵਰੀ ਤੱਕ ਮੇਰੇ ਖਿਆਲ ਉਹ ਸਭ ਕੁਝ ਬੰਦ ਰਹੇਗਾ ਜੀ ਉੱਥੇ। ਪਰਮਾਤਮਾ ਕਰੇ 25 ਨੂੰ ਸਭ ਕੁਝ ਨਾਰਮਲ ਹੋ ਜਾਵੇ। ਡਜ਼ਨਟ ਲੁੱਕ ਲਾਈਕ ਦ ਵੇ ਥਿੰਗਸ ਆਰ ਗੋਇੰਗ, ਇਟ ਡਜ਼ਨਟ ਲੁੱਕ ਲਾਈਕ ਇਹ ਗੱਲ ਇੰਨੀ ਛੇਤੀ ਸੋਲਵ ਹੋ। ਬਿਲਕੁਲ ਜੀ। ਤੇ ਉਧਰ ਗੱਲ ਕਰੀਏ ਯੂਕਰੇਨ ਪਲੇਨ ਹਾਦਸਾ ਜਦੋਂ ਹੋਇਆ ਸੀ ਸਰ ਪਿਛਲੇ ਸਾਲ, ਤਾਂ ਕਾਫੀ ਇਹਦੇ ਵਿੱਚ ਜ਼ਿੰਦਗੀਆਂ ਜਿਹੜੀਆਂ ਉਹ ਮੌਤ ਦੀ ਆਗੋਸ਼ ਵਿੱਚ ਚਲੀਆਂ ਗਈਆਂ ਸੀ। ਇਸ ਤੋਂ ਬਾਅਦ ਜਿਹੜੀ ਹੁਣ ਬੀਤੇ ਦਿਨਾਂ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਕਿ ਉੱਥੋਂ ਦੀ ਸਰਕਾਰ ਕਹਿ ਰਹੀ ਹੈ ਈਰਾਨ ਦੀ ਕਿ ਅਸੀਂ ਜਿਹੜਾ ਮੁਆਵਜ਼ਾ ਦੇਣ ਨੂੰ ਤਿਆਰ ਹਾਂ ਜਿਹੜੇ ਪਰਿਵਾਰਾਂ ਨੇ ਇਸ ਦੌਰਾਨ ਆਪਣੀ ਜ਼ਿੰਦਗੀ ਜਿਹੜੀ ਆ ਉਹ ਗਵਾਈ ਹੈ। ਹੁਣ ਕੈਨੇਡਾ ਦੇ ਨਾਲ ਇੱਕ ਇਸ਼ੂ ਕ੍ਰੀਏਟ ਹੋ ਗਿਆ। ਕਿਹਾ ਜਾ ਰਿਹਾ ਕਿ ਕੈਨੇਡੀਅਨ ਨਾਗਰਿਕਾਂ ਨੂੰ ਵੀ ਉਹ ਮੁਆਵਜ਼ਾ ਦੇਣ ਨੂੰ ਤਿਆਰ ਨੇ ਜਿਨ੍ਹਾਂ ਦੀ ਮੌਤ ਹੋਈ ਹੈ, ਪਰ ਕੈਨੇਡਾ ਹੁਣ ਇਸ ਦੇ ਉੱਤੇ ਕੋਈ ਆਪੱਤੀ ਜਤਾ ਰਿਹਾ ਹੈ। ਕਰਨ ਯੂਕਰੇਨ 에ਅਰਲਾਈਨ ਦਾ ਪਿਛਲੇ 30 ਦਸੰਬਰ ਦੀ ਗੱਲ ਹੈ, ਸਾਲ ਹੋ ਚੁੱਕਿਆ ਜੀ। ਉਸ ਦਿਨ ਈਰਾਨ ਦੇ ਤੋਂ ਟੇਕ ਆਫ ਕੀਤਾ ਸੀਗਾ, ਔਰ ਟੇਕ ਆਫ ਹੁੰਦੇ ਸਾਰ ਈਰਾਨ ਦੀ ਮਿਸਲ ਸੀਗੀ ਜਿਹਨੂੰ ਕਿ ਉਸ ਪਲੇਨ ਨੂੰ ਹਿੱਟ ਕੀਤਾ ਸੀ। ਉਹਨਾਂ ਨੂੰ ਸ਼ੱਕ ਇਹ ਸੀਗੇ ਕਿ ਇਹ US ਪਲੇਨ ਆ ਜਾਂ ਕੁਛ ਹੋਰ ਆ। ਉਹਨਾਂ ਨੇ ਦੁਸ਼ਮਣ ਦਾ ਜਹਾਜ਼ ਸਮਝ ਕੇ ਉਹਨੂੰ ਹਿੱਟ ਕੀਤਾ ਸੀ। ਪੈਸੇਂਜਰ ਪਲੇਨ ਸੀ, ਉਹਦੇ ਵਿੱਚ 55 ਕੈਨੇਡੀਅਨ ਸੀਗੇ ਜੀ। ਸਾਰਾ ਪਲੇਨ ਵਾਸ ਫੁੱਲ ਆਫ ਅਦਰ ਪੀਪਲ ਐਜ਼ ਵੈਲ। ਜਿਹੜੇ ਰਾਲਫ ਗੁਡੇਲ ਸਾਹਿਬ ਨੇ ਜੀ, ਇਹ ਬਹੁਤ ਦੇਰ ਪਬਲਿਕ ਸੇਫਟੀ ਮਿਨਿਸਟਰ ਰਹੇ ਨੇ ਜੀ, ਪਰ ਇਸ ਵੇਲੇ ਇਹ ਸਪੈਸ਼ਲ ਐਡਵਾਈਜ਼ਰ ਨੇ ਉਸ ਜਿਹੜਾ ਐਕਸੀਡੈਂਟ ਹੋਇਆ ਸੀ ਉਹਦੇ ਵਾਸਤੇ। ਇਹ ਹਰੇਕ ਨੂੰ ਜਿਹਨੂੰ ਕਹਿੰਦੇ ਆਫ ਗਾਰਡ, ਜਦੋਂ ਈਰਾਨ ਨੇ ਇੱਕ ਤਰਫਾ ਸੁਣਾਤਾ ਸੀ ਵੀ ਅਸੀਂ 1.5 ਲੱਖ US ਦੇ ਇਕੁਇਵਲੈਂਟ ਯੂਰੋ ਡਾਲਰਸ ਦੇ ਵਿੱਚ ਹਰੇਕ ਜਿਨ੍ਹਾਂ ਦੀ ਵੀ ਡੈਥ ਹੋਈ ਆ ਅਸੀਂ ਉਹਨੂੰ ਪੇ ਕਰਾਂਗੇ। ਮਿਸਾਈਲ ਦਾ ਅਟੈਕ ਜਿਹੜਾ ਕੀਤਾ ਗਿਆ ਸੀ ਉਹ ਇਸ ਕਰਕੇ ਕੀਤਾ ਸੀ ਕਿ ਉਹਨਾਂ ਦਾ ਨੰਬਰ 2 ਬੰਦਾ ਜਿਹੜਾ ਮਿਲਟਰੀ ਦਾ ਸੀਗਾ, ਉਹਨੂੰ ਉਸ ਤੋਂ ਕੁਝ ਦਿਨ ਪਹਿਲਾਂ ਅਸੈਸੀਨੇਟ ਕਰ ਦਿੱਤਾ ਗਿਆ ਸੀਗਾ। US ਨੇ ਜ਼ਿੰਮੇਵਾਰੀ ਵੀ ਲਈ ਸੀਗੀ ਇਹਦੀ। ਉਹਦੇ ਵਿੱਚ ਹੁਣ ਜਿਹੜੀ ਇੱਕ ਤਰਫਾ ਅਨਾਉਂਸਮੈਂਟ ਹੋ ਗਈ ਹੈ ਕਿ ਅਸੀਂ 1.5 ਲੱਖ ਡਾਲਰ ਦੇਵਾਂਗੇ। ਇਹ ਗੁਡੇਲ ਸਾਹਿਬ ਕਹਿੰਦੇ ਹਜੇ ਨੈਗੋਸ਼ੀਏਸ਼ਨ ਤਾਂ ਸ਼ੁਰੂ ਨਹੀਂ ਹੋਈ, ਕਿਸੇ ਨੇ ਗੱਲਬਾਤ ਵੀ ਨਹੀਂ ਕੀਤੀ, ਤੁਸੀਂ ਕਿਸੇ ਨੂੰ ਬਿਠਾਇਆ ਵੀ ਹੈ ਨਹੀਂ, ਤੇ ਤੁਸੀਂ ਜਿਹੜਾ ਇੱਕ ਤਰਫਾ ਕਰਤਾ ਅਸੀਂ ਇਸ ਮੰਨਣ ਨੂੰ ਤਿਆਰ ਨਹੀਂ ਹਾਂ। ਇਹ ਮੈਨੂੰ ਨਹੀਂ ਪਤਾ ਵੀ ਇਹ ਇੰਟਰਨੈਸ਼ਨਲ ਕੋਰਟ ਜਾਂਦਾ ਤਾਂ ਕੀ ਇਹ ਤੋਂ ਵੱਧ ਪੈਸੇ ਮਿਲਣਗੇ, ਕੀ ਇਹ ਤੋਂ ਘੱਟ ਮਿਲਣਗੇ, ਜਾਂ ਇਹ ਜਿਹੜੀ ਪੋਲੀਟੀਕਲ ਸਟੇਟਮੈਂਟਸ ਦਿੱਤੀਆਂ ਜਾ ਰਹੀਆਂ ਨੇ ਕਿ 1.5 ਲੱਖ ਮੇਰੇ ਖਿਆਲ ਵੀ ਇਨਫ ਨਹੀਂ ਹੈ। ਜ਼ਿੰਦਗੀ ਦਾ ਮੁੱਲ ਪਾਇਆ ਨਹੀਂ ਜਾ ਸਕਦਾ, ਸਿੰਪਲ ਜੀ ਗੱਲ ਹੈਗੀ ਹੈ। ਪਰ ਤੁਹਾਨੂੰ ਸਮ ਟਾਈਮ ਸਰਟਨ ਨੰਬਰ ਤੇ ਆ ਕੇ ਖੜਨਾ ਪੈਂਦਾ। ਤੇ ਖਬਰਾਂ ਜਿਹੜੀ ਸਾਡੀ ਸਰਕਾਰ ਹੈ ਜਾਂ ਜਿਹੜੀਆਂ ਦੂਸਰੇ ਕੰਟਰੀਜ਼ ਦੇ ਜਿਹਦੇ ਸਿਟੀਜ਼ਨਸ ਉਹਦੇ ਵਿੱਚ ਸੀਗੇ, ਉਹ ਅਜੇ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈ ਕਿ ਜਿਹੜਾ 1.5 ਲੱਖ ਇਕੁਇਵਲੈਂਟ ਦੇ ਪੈਸੇ ਦੇਣੇ ਆ ਉਹ ਇਨਫ ਨਹੀਂ ਹੈਗੇ, ਤੇ ਹਜੇ ਨੈਗੋਸ਼ੀਏਸ਼ਨ ਚੱਲਣਗੀਆਂ ਵਿਚ ਇਜ਼ ਇਟ ਵਰਕਸ ਬੋਥ ਵੇਜ਼। ਪਰ ਮੇਰਾ ਖਿਆਲ ਹੈ ਜੇ ਕੋਈ ਗੱਲ ਜਿੰਨੀ ਛੇਤੀ ਨਿਬੜਦੀ ਹੁੰਦੀ ਹੈ, ਨਿਬੜੀ ਹੋਈ ਚੰਗੀ ਹੈ। ਉਹਦੇ ਨਾਲ ਜਿਹੜੇ ਪਰਿਵਾਰ ਹੈ ਉਹਨਾਂ ਨੂੰ ਅਸੀਂ ਇੰਗਲਿਸ਼ ਦਾ ਵਰਡ ਵਰਤਦੇ ਹਾਂ ਕਲੋਜ਼ਰ, ਵੀ ਉਹ ਇੱਕ ਤਰ੍ਹਾਂ ਨਾਲ ਉਹ ਕੇਸ ਖਤਮ ਹੋ ਜਾਂਦਾ ਹੈ। ਠੰਡੇ ਸਾਰਿਆਂ ਨੂੰ ਪਤਾ ਵੀ ਇਹ ਕੇਸ ਖਤਮ ਹੋ ਚੁੱਕਿਆ ਹੈ। ਜਦ ਤੱਕ ਕੇਸ ਚੱਲਦਾ ਰਹਿੰਦਾ ਤਰਨ ਜਿਹਦੇ ਘਰ ਦਾ ਮੈਂਬਰ ਗਿਆ ਹੋਇਆ ਨਾ, ਜ਼ਖਮ ਹਰੇ ਰਹਿੰਦੇ, ਹਾਂ ਉਹ ਹਰੇ ਰਹਿੰਦੇ, ਮੁੜ ਕੇ ਚੀਜ਼ ਉਹ ਭੁੱਲਦੀ ਤਾਂ ਹੈ ਨਹੀਂ ਗੀ, ਪਰ ਉਹ ਚੀਜ਼ ਜਿਹੜਾ ਜ਼ਖਮ ਹੈ ਉਹ ਜਿਵੇਂ ਫੇਰ ਖਰੀਦਿਆ ਗਿਆ, ਫੇਰ ਤਕਲੀਫ ਹੁੰਦੀ ਹੈ। ਜਿੰਨੀ ਵਾਰੀ ਗੱਲਬਾਤ ਹੋਏਗੀ ਉਹਨਾਂ ਨੂੰ ਤਕਲੀਫ ਹੋਏਗੀ, ਜਿੰਨਾ ਛੇਤੀ ਕਲੋਜ਼ਰ ਹੋਵੇ ਚੰਗੀ ਗੱਲ ਹੈ। ਬਿਲਕੁਲ। ਇਹ ਤਾਂ ਹੋਇਆ ਕਿ ਸਰ ਇੱਕ ਅਚਨਚੇਤ ਜੋ ਹਮਲਾ ਹੋਇਆ ਤਾਂ ਉਹਦੇ ਵਿੱਚ ਇਹਨਾਂ ਨੇ ਜਾਨ ਗਵਾਈ ਹੈ। ਕੱਲ ਜਿਹੜੇ ਟਰੰਪ ਸਮਰਥਕਾਂ ਦੇ ਵੱਲੋਂ ਜੋ ਹਿੰਸਾ ਦਾ ਪ੍ਰਦਰਸ਼ਨ ਕੀਤਾ ਗਿਆ ਉਹਦੇ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਸੀ, ਜਿਹਦੇ ਬਾਰੇ ਵਿੱਚ ਕਾਫੀ ਕਿਆਸ ਦੌਰ ਲਗਾਏ ਜਾ ਰਹੇ ਸੀ, ਤੇ ਸੁਣਨ ਦੇ ਵਿੱਚ ਆਇਆ ਸਰ ਹੁਣ ਉਹਦੀ ਪਛਾਣ ਜਾਰੀ ਕਰ ਦਿੱਤੀ ਗਈ ਆ, ਤੇ ਇਹ ਜਿਹੜੀ ਮਹਿਲਾ ਦੀ ਮੌਤ ਹੋਈ ਆ ਇਹ ਮਿਲਟਰੀ ਦੀ ਵੈਟਰਨ ਵੀ ਰਹਿ ਚੁੱਕੀ ਹੈ। ਹਾਂ ਤਰਨ, ਇਹ 에ਅਰਪੋਰਟ ਦੇ ਵਿੱਚ 에ਅਰ ਫੋਰਸ ਦੇ ਵਿੱਚ ਇਹਨੇ 14 ਸਾਲ ਕੰਮ ਕੀਤਾ, ਔਰ ਇਹ ਬਹੁਤ ਵੱਡੀ ਟਰੰਪ ਸਪੋਰਟਰ ਸੀਗੀ। ਜਦੋਂ ਅੱਜ ਉਹਦੇ ਹਸਬੈਂਡ ਨਾਲ ਗੱਲਬਾਤ ਹੋਈ ਆ, ਉਹਦੇ ਹਸਬੈਂਡ ਨੇ ਕਿਹਾ ਵੀ ਇਹ ਬਹੁਤ ਐਕਸਟ੍ਰੀਮ ਦੀ ਸੋਚ ਰੱਖਦੀ ਸੀਗੀ, ਉਹਦੀ ਸਪੋਰਟਰ ਸੀਗੀ, ਔਰ ਜਿਹੜੀ ਇਹ ਕਹਿੰਦੀ ਸੀ ਜੀ ਅਸੀਂ ਸਭ ਕੁਝ ਕਰ ਦਿਆਂਗੇ। ਔਰ ਮੇਰੇ ਖਿਆਲ ਹੈ ਸ਼ੀ ਵਾਜ਼ ਵਨ ਆਫ ਦਾ ਫਸਟ ਵਨ ਟੂ ਐਂਟਰ ਇਨਟੂ ਦੈਟ ਏਰੀਆ, ਜਿਹਦੇ ਅੰਦਰੋਂ ਜਿਹੜੇ ਆਈ ਵਿਟਨੈਸ ਉਸ ਵੇਲੇ ਆਸੇ ਪਾਸੇ ਮੈਂ ਉਹਨਾਂ ਦੀਆਂ ਇੰਟਰਵਿਊ ਕੱਲ੍ਹ ਇਹ ਕੰਮ ਹੀ ਕੀਤਾ ਜੀ, ਇੰਟਰਵਿਊਜ਼ ਵੀ ਮੈਂ ਸੁਣ ਰਿਹਾ ਸੀਗਾ। ਉਹ ਕਹਿੰਦੇ ਵੀ
ਡੋਰ ਦੇ ਅੰਦਰੋਂ ਸਿਰਫ ਗਨ ਦਿਸ ਰਹੀ ਸੀ, ਜਿਹੜਾ ਡੋਰ ਖੋਲ ਦਿੱਤਾ ਗਿਆ ਨਾ, ਤੋੜ ਦਿੱਤਾ ਗਿਆ, ਉਹ 'ਚ ਗਨ ਨਹੀਂ ਦਿਸੀ। ਇਹ ਨਹੀਂ ਪਤਾ ਕੌਣ ਹੈ, ਕਿਹਨੇ ਫਾਇਰ ਕੀਤਾ। ਨੈਚੁਰਲੀ ਸਿਕਿਉਰਿਟੀ ਫੋਰਸਿਸ ਨੇ ਕੀਤਾ, ਕਿਉਂਕਿ ਸਿਕਿਉਰਿਟੀ ਫੋਰਸਿਸ ਦੀ ਜੌਬ ਹੈ ਟੂ ਸਿਕਿਉਰ ਇਟ। ਉਹਨਾਂ ਜਿਹੜੀ ਹੋਰ ਕਈ ਵੀਡੀਓਜ਼ ਆਏ ਨੇ, ਸਿਕਿਉਰਿਟੀ ਦੇ ਪਰਸਨਲਸ ਕਈ ਡੋਰਸ ਦੇ ਸਾਹਮਣੇ ਖੜੇ ਲੋਕਾਂ ਨਾਲ ਝਗੜਨ ਦੀ ਕੋਸ਼ਿਸ਼ ਕਰ ਰਹੇ, ਉਹਨੂੰ ਨਹੀਂ ਐਂਟਰੀ ਦੇ ਰਹੇ, ਉਹਨਾਂ ਦੀ ਜੌਬ ਹੈ। ਔਰ ਇਹ ਹਮਲਾ ਉਹਦੇ ਉੱਤੇ ਜਿਹੜੀ ਪਾਰਲੀਮੈਂਟ ਹੈ ਤੇ ਉਹਦੇ 'ਚ ਉਹਨੂੰ ਉੱਥੇ ਜ਼ਖਮੀ ਹੋ ਗਈ ਹੈ ਜੀ। ਮੈਂ ਉਦੋਂ ਮੈਂ ਪ੍ਰੋਗਰਾਮ ਦੇ ਰਿਹਾ ਸੀ, ਪਾਠ ਚੱਲ ਰਿਹਾ ਸੀਗਾ, ਉਹ ਜ਼ਖਮੀ ਮੈਂ ਜਾਂਦੀ ਦੇਖੀ ਹੈ ਜੀ, ਉਹਨੂੰ ਸਟ੍ਰੈਚਰ ਤੇ ਪਾ ਕੇ ਲੈ ਗਿਆ, ਪਰ ਉਹਦੀ ਮੌਤ ਹੋ ਗਈ ਹੈ। ਇੱਕੋ ਇੱਕ ਮੌਤ ਹੋਈ ਹੈ ਜੀ, 3 ਮੌਤਾਂ ਹੋਰ ਹੋਈਆਂ ਨੇ। ਜਿਹੜੀਆਂ 3 ਮੌਤਾਂ ਹੋਰ ਹੋਈਆਂ ਨੇ ਤਾਂ ਉਹ ਹੈਗੀਆਂ ਨੇ ਮੈਡੀਕਲ ਰਿਲੇਟਡ, ਕੋਈ ਕਿਸੇ ਨੂੰ ਹਾਰਟ ਅਟੈਕ ਹੋ ਸਕਦਾ, ਕੁਛ ਹੋਰ ਸਕਦਾ, ਕਿਸੇ ਨਾਲ ਕੁਛ ਵੀ ਕਾਰਨ ਹੋ ਸਕਦੇ ਹੈ। ਮੌਤ ਇੱਕ ਹੋਈ ਹੈ, ਪਰ ਜੋ ਇਹ ਡੈਮੋਕ੍ਰੇਸੀ ਦਾ ਜਨਾਜ਼ਾ ਕੱਢਿਆ ਗਿਆ, ਇਹ ਬਹੁਤ ਵੱਡਾ ਤੋਹਮਤ ਹੈ ਜੀ ਇਸ ਦੇਸ਼ ਦੇ ਉੱਤੇ, ਇਸ ਦੇਸ਼ ਦੇ ਉਹਨਾਂ ਲੋਕਾਂ ਦੇ ਉੱਤੇ ਜਿਨ੍ਹਾਂ ਨੇ ਕਿ ਉੱਥੇ ਅਟੈਕ ਕੀਤਾ। ਔਰ ਕੀਤਾ ਕਿਹਦੇ ਕਰਕੇ ਗਿਆ? ਉੱਥੋਂ ਦੇ ਆਪਣੇ ਪ੍ਰੈਜ਼ੀਡੈਂਟ ਦੇ ਬੋਲਾਂ ਕਰਕੇ। ਪ੍ਰੈਜ਼ੀਡੈਂਟ ਨੇ ਕਿਹਾ ਵੀ ਆਈ ਲਾਈਕ ਪੈਨਸਿਲਵੇਨੀਆ ਐਵਨਿਊ, ਤੁਹਾਨੂੰ ਕੈਪੀਟਲ ਹਿੱਲ 'ਤੇ ਜਾਣਾ ਪਈ। ਇਸੇ ਕਰਕੇ ਜਿਹੜੇ ਨੈਸ਼ਨਲ ਗਾਰਡ ਹੈ, ਨੈਸ਼ਨਲ ਗਾਰਡ ਇਜ਼ ਅੰਡਰ ਦ ਕੰਟਰੋਲ ਆਫ ਪ੍ਰੈਜ਼ੀਡੈਂਟ। ਬਿਲਕੁਲ, ਮਾਮਲੇ ਨੂੰ ਤੂਲ ਜ਼ਿਆਦਾ ਦਿੱਤਾ ਗਿਆ ਵਾ, ਇਸ ਚੀਜ਼ ਨੂੰ ਉਹਨਾਂ ਨੂੰ ਪ੍ਰਵੋਕ ਕੀਤਾ ਗਿਆ, ਤਾਂ ਉਹਨਾਂ ਨੇ ਇਸ ਹੱਦ ਤੱਕ ਜਿਹੜਾ ਕਦਮ ਚੱਕਿਆ। ਹਾਂ, ਤਰ੍ਹਾਂ ਉਹਨਾਂ ਨੂੰ ਪ੍ਰਵੋਕ ਹੀ ਇੰਨਾ ਕਰ ਦਿੱਤਾ ਗਿਆ। ਔਰ ਉਹ ਜਦੋਂ ਤੁਸੀਂ ਜਿਹਨੂੰ ਆਪਾਂ ਅੰਧ ਭਗਤ ਦੀ ਇੱਥੇ ਡੈਫੀਨੇਸ਼ਨ ਆਪਣੇ ਇੰਡੀਅਨ ਮੀਡੀਆ ਦੇ ਵਿੱਚ ਇਹੋ ਜਿਹਾ ਕੁਛ ਕੀਤਾ ਜਾਂਦਾ, ਇਹ ਵੀ ਅੰਧ ਭਗਤ ਨੇ ਜੀ। ਔਰ ਉਹ ਉਹਨਾਂ ਦੀ ਇਸ ਗੱਲ ਮੰਨਣ ਕਰਕੇ ਔਰ ਚਲੇ ਗਏ ਨੇ। ਨੁਕਸਾਨ ਜਿਹੜਾ ਹੋਇਆ ਇਹ 1814 ਤੋਂ ਬਾਅਦ ਹੋਇਆ। ਪਹਿਲੀ ਵਾਰੀ ਇਹੋ ਜਿਹੀ ਗੱਲ ਹੋਈ ਹੈ ਕਿ ਪਾਰਲੀਮੈਂਟ ਬਿਲਡਿੰਗ ਨੂੰ ਅਟੈਕ ਕੀਤਾ ਗਿਆ। ਵੈਸੇ ਮੈਂ ਤੁਹਾਨੂੰ 1814 ਦੀ ਗੱਲ ਦੱਸ ਦਿੰਦਾ। ਕਿਹਨੇ ਅਟੈਕ ਕੀਤਾ ਸੀ? ਅਸ ਕੈਨੇਡੀਅਨਸ, ਬ੍ਰਿਟਿਸ਼ ਫੋਰਸਿਸ ਨੇ ਕੀਤਾ ਸੀ। ਅਸੀਂ ਹੁਣ ਉੱਥੋਂ ਦੇ ਵਸਿੰਦੇ ਹਾਂ, ਜਿਹੜੇ ਸਾਡੇ ਤੋਂ ਪਹਿਲੇ ਵਸਿੰਦੇ ਸੀਗੇ। ਔਰ ਉੱਥੋਂ ਕਿਉਂਕਿ US ਫੋਰਸਿਸ ਨੇ ਜਿਹੜੀ ਕੈਨੇਡੀਅਨ ਪਾਰਲੀਮੈਂਟ ਆ ਉਹਨੂੰ ਅੱਗ ਲਾ ਦਿੱਤੀ ਸੀ, ਤੇ ਬ੍ਰਿਟਿਸ਼ ਫੋਰਸਿਸ ਇੱਥੋਂ ਅਟੈਕ ਕਰਦੀਆਂ US ਤੇ ਉੱਥੇ ਜਾ ਵੜੀਆਂ ਸੀ। ਵਾਈਟ ਹਾਊਸ ਨੂੰ ਅੱਗ ਲਾਤੀ ਸੀਗੀ। ਔਰ ਜਦੋਂ ਅੱਗ ਲਾਈ ਸੀ, ਵਾਈਟ ਹਾਊਸ ਇੰਨਾ ਕਾਲਾ ਹੋ ਗਿਆ ਸੀਗਾ ਤੇ ਉੱਤੇ ਹੋਰ ਕੋਈ ਰੰਗ ਨਹੀਂ ਸੀ ਹੋ ਸਕਦਾ। ਅਮਰੀਕਨਸ ਇਹ ਤੁਹਾਨੂੰ ਨਹੀਂ ਦੱਸਣਗੇ ਜੀ, ਦਿਸ ਇਜ਼ ਅ ਪਾਰਟ ਆਫ ਦ ਹਿਸਟਰੀ ਆਮ ਟੈਲਿੰਗ ਯੂ, ਦੈਟਸ ਵਾਈ ਵਾਈਟ ਹਾਊਸ ਇਜ਼ ਵਾਈਟ ਹਾਊਸ। ਹੋਰ ਕੁਛ ਰੰਗ ਕੀਤਾ ਹੀ ਨਹੀਂ ਸੀ ਜਾ ਸਕਦਾ, ਇੰਨਾ ਕਾਲਾ ਸੀਗਾ। ਕੈਨੇਡੀਅਨਸ ਆਰ ਪਾਰਟ, ਇਸ ਚੀਜ਼ ਦੇ ਪਾਰਟ ਨੇ ਕਿ ਵਾਈਟ ਹਾਊਸ ਨੂੰ ਵਾਈਟ ਹਾਊਸ ਕਿਉਂ ਕਿਹਾ ਜਾਂਦਾ। ਬਿਲਕੁਲ ਜੀ। ਤੇ ਇਹ ਉਸ 206 ਸਾਲ ਬਾਅਦ ਹੁਣ ਦੁਬਾਰੇ ਇਹ ਗੱਲ ਹੋਈ ਹੈ, ਜਿਹੜੀ ਕਿ ਬਹੁਤ ਹਾਲਾਂਕਿ ਸਾਰੀ ਦੁਨੀਆ ਵਿੱਚ ਇਸ ਘਟਨਾ ਦੀ ਨਿਖੇਧੀ ਕੀਤੀ ਜਾ ਰਹੀ ਹੈ। ਇਸ ਤੇ ਵੀ ਆਵਾਂਗੇ। ਪਹਿਲਾਂ ਸਿਆਸਤਦਾਨ ਹੁਣ ਤੱਕ ਨਹੀਂ ਬਣੀਆਂ ਧੱਜੀਆਂ ਉਡਾਉਂਦਿਆਂ ਦੀ ਆਪਾਂ ਗੱਲ ਕੀਤੀ ਸੀ, ਹੁਣ ਇਹਦੇ ਵਿੱਚ ਕਲਾਕਾਰ ਵੀ ਜੁੜ ਚੁੱਕੇ ਨੇ। ਐਕਟਰੈਸ ਪ੍ਰਿਯੰਕਾ ਚੋਪੜਾ ਹੁਣ ਕੋਵਿਡ ਵਾਇਰਸ ਦੇ ਜਿਹੜੇ ਨਿਯਮ ਬਣਾਏ ਗਏ ਨੇ ਉਹਦੇ ਧੱਜੀਆਂ ਉਡਾਉਂਦੇ ਹੋਏ ਦਿਖਾਈ ਦਿੱਤੇ ਨੇ। ਕਹਿੰਦੇ ਸੈਲੂਨ ਉਹਨਾਂ ਨੇ ਕੋਈ ਅਟੈਂਡ ਕੀਤਾ ਜਾਂ ਕੋਈ ਹੇਅਰ ਸਟਾਈਲਿਸਟ ਨੂੰ ਮਿਲੇ ਸੀ, ਜਿਸ ਤੋਂ ਬਾਅਦ ਕਾਫੀ ਉਹਨਾਂ ਦੀ ਆਲੋਚਨਾ ਹੋਈ ਹੈ। ਕਰਨ ਦੇਖੋ, ਜਿਹੜੇ ਅਮੀਰ ਬਹੁਤ ਲੋਕ ਹੁੰਦੇ ਨੇ ਜਾਂ ਪੋਲੀਟੀਸ਼ੀਅਨ ਆਪਣੇ 2 ਦਰਜਨ ਤੋਂ ਉੱਪਰ ਹੋ ਗਏ ਨੇ। ਸਾਡੇ ਇੱਕ ਹੋਰ ਹੈਲਥ ਆਫੀਸ਼ੀਅਲ ਹੈ ਜੀ, ਉਹ ਫੜਿਆ ਗਿਆ ਜੀ ਅੱਜ। ਉਹਨੇ ਦਸੰਬਰ ਦੇ ਵਿੱਚ ਛੁੱਟੀਆਂ ਕੀਤੀਆਂ ਨੇ। ਪਤਾ ਕਿ ਉਹਨੂੰ ਫ੍ਰੀ ਟ੍ਰਿਪ ਮਿਲਿਆ, ਪੇਡ ਫੁਲੀ। ਏਅਰ ਕੈਨੇਡਾ ਨੇ ਦਿੱਤਿਆ, ਉਹ ਸਾਨੂੰ ਕਹਿ ਰਿਹਾ ਤੁਸੀਂ ਜਾਣਾ ਨਹੀਂ ਹੈ। ਇਮੈਜਿਨ ਕਰੋ, ਪ੍ਰਿਯੰਕਾ ਚੋਪੜਾ ਇਹਨੇ ਜੀ ਜੋਨਸ ਹੈ ਵੈਸੇ ਇਸ ਵੇਲੇ, ਇਹ ਆਪਦੇ ਵਾਲ ਠੀਕ ਕਰਾਉਣ ਗਈ ਸੀਗੀ ਜੀ। ਜਿਹੜੇ ਕਿਸੇ ਨੇ ਦੱਸਤਾ ਸੈਲੂਨ ਖੁੱਲ੍ਹਾ ਤੇ ਪਤਾ ਲੱਗੇਗਾ ਜੀ। ਤੇ ਵੈਸੇ ਪੁਲਿਸ ਆਈ ਹੈ ਜੀ, ਉਹਨੂੰ ਚਾਰਜ ਨਹੀਂ ਕੀਤਾ, ਫਾਈਨ ਵੀ ਨਹੀਂ ਕੀਤਾ। ਮੇਰੇ ਖਿਆਲ ਸ਼ਾਇਦ ਸੈਲੀਬ੍ਰਿਟੀ ਕਰਕੇ ਕਰਤਾ। ਉਦੋਂ ਪਹਿਲਾਂ ਮੈਡੋਨਾ ਬੜੀ ਤਕੜੀ ਸਿੰਗਰ ਹੈ ਜੀ। ਇਸ ਵੇਲੇ ਮੇਰੇ ਖਿਆਲ ਦੀ 8 ਸਾਲ ਦੀ ਉਮਰ ਹੋਏਗੀ ਮੈਡੋਨਾ ਦੀ। ਮੇਰਾ ਤੇ ਉਹਦਾ ਇੱਕੋ ਸਾਲ ਦਾ ਬਰਥ ਤਾਂ ਯਾਦ ਹੈ। ਉਹਨੇ ਵੀ ਇੰਗਲੈਂਡ ਰਹਿੰਦੀ ਹੈ ਜੀ, ਉਹਨੇ ਵੀ ਪਿਛਲੇ ਮਹੀਨੇ ਇਹ ਕੁਛ ਕਰ ਹਟੀ ਹੈਗੀ ਆ। ਸੈਲੀਬ੍ਰਿਟੀਜ਼, ਪੋਲੀਟੀਸ਼ੀਅਨਸ ਆਲ ਓਵਰ ਦਾ ਵਰਲਡ ਸਮਝਦੇ ਵੀ ਆਰ ਅਬਵ ਐਵਰੀਬਡੀ, ਵਿਚ ਇਜ਼ ਨਾਟ ਅ ਗੁੱਡ ਥਿੰਗ। ਪ੍ਰਿਯੰਕਾ ਚੋਪੜਾ ਨੇ ਆਪ ਦਾ ਨਾਮ ਵੀ ਖਰਾਬ ਕੀਤਾ ਹੈ, ਆਪਦੇ ਦੇਸ਼ ਦਾ ਨਾਮ ਵੀ ਖਰਾਬ ਕੀਤਾ ਹੈ ਕਿ ਇੰਡੀਅਨ ਐਸੇ ਕੰਮ ਕਰਦੇ ਹੈਗੇ। ਜੇ ਨਾ ਕਰਦੀ ਇਕੱਲੀ ਮੈਡੋਨਾ ਤੱਕ ਹੀ ਗੱਲ ਸੀਗੀ। ਬਿਲਕੁਲ, ਪਰ ਇਹਦੇ ਵਿੱਚ ਇੱਕ ਚੀਜ਼ ਹੋਰ ਜੁੜੀ ਆ ਨਾ, ਜਿਵੇਂ ਆਪਾਂ ਦੀਵਾਲੀ ਵੇਲੇ ਕਹਿ ਰਹੇ ਸੀ ਇੱਥੇ ਗੁਰੂ ਘਰ ਦੇ ਵਿੱਚ ਵੀ ਜਿਸ ਤਰੀਕੇ ਨਾਲ ਪਹੁੰਚਿਆ, ਉਸ ਤੋਂ ਬਾਅਦ ਚਰਚ ਦੀ ਗੱਲ ਹੋਈ ਕਿ ਉੱਥੇ ਲੋਕੀ ਪਹੁੰਚੇ ਨੇ, ਕਾਫੀ ਇਕੱਠ ਹੋਇਆ। ਨਵੇਂ ਸਾਲ ਤੇ ਵੀ ਯੂਬਾ ਸਿਟੀ ਤੋਂ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿੱਥੇ ਨਵੇਂ ਸਾਲ ਵਾਲੇ ਦਿਨ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਇਕੱਠ ਹੋਇਆ। ਹਾਲਾਂਕਿ ਗੁਰਦੁਆਰਾ ਸਾਹਿਬ ਅੱਗੇ ਪਿੱਛੇ ਉਹ ਬੰਦ ਰਹਿੰਦਾ ਸੀ ਕਿਉਂਕਿ ਹੁਕਮ ਦਿੱਤੇ ਗਏ ਨੇ ਅਜੇ ਕੁਝ ਨਾ ਖੋਲ੍ਹਿਆ ਜਾਵੇ। ਪਰ ਉੱਥੇ ਲਗਭਗ ਕਹਿੰਦੇ 73 ਦੇ ਕਰੀਬ ਮੈਂਬਰਸ ਨੇ ਉੱਥੋਂ ਦੇ ਬੋਰਡ ਦੇ, ਜਿਹੜੇ ਉੱਥੋਂ ਦੀ ਹੈਗੀ ਆ ਪ੍ਰਬੰਧਕੀ ਕਮੇਟੀ, ਉਹਦੇ ਵਿੱਚੋਂ ਕੁਝ ਬੋਰਡ ਮੈਂਬਰਸ ਨੇ ਮਿਲ ਕੇ ਗੁਰਦੁਆਰਾ ਸਾਹਿਬ ਦੇ ਦੁਆਰ ਖੋਲ੍ਹੇ, ਉੱਥੇ ਲੰਗਰ ਬਣਾਇਆ ਗਿਆ ਤੇ 60-70 ਦੇ ਕਰੀਬ ਲੋਕਾਂ ਨੇ ਅਟੈਂਡ ਕੀਤਾ ਉਹ ਪੂਰਾ ਜੋ ਪ੍ਰੋਗਰਾਮ ਹੋਇਆ ਸੀ। ਸੋ ਹੁਣ ਕਹਿੰਦੇ ਕੋਰਟ ਵਿੱਚ ਉਹ ਮਾਮਲਾ ਗਿਆ ਤੇ ਗੁਰਦੁਆਰਾ ਸਾਹਿਬ ਨੂੰ ਬੰਦ ਕਰ ਦਿੱਤਾ ਗਿਆ। ਚਿਹਰਾਪੁੰਜਾ ਰੋਡ ਦੇ ਉੱਤੇ ਹੈਗੀ ਜਿਹੜਾ ਯੂਬਾ ਸਿਟੀ ਹੈ, ਇਹ ਗੁਰੂ ਘਰ ਉੱਤੇ ਹੈ ਜੀ। ਪਤਾ ਨਹੀਂ ਕਿਉਂ ਐਸੀ ਗੱਲ ਕਰਦੇ ਆ ਜਦ ਕਿਹਾ ਜਾ ਰਿਹਾ ਹਾਲਤ ਖਰਾਬ ਹੈ। ਕਿਹਾ ਜਾ ਰਿਹਾ ਵੀ ਇਹਨਾਂ ਚੀਜ਼ਾਂ ਨੂੰ
ਇਕੱਠ ਨਾ ਕਰੋ। ਧਰਮ ਆਪਣੀ ਥਾਂ ਤੇ ਹੈ। ਬਿਲਕੁਲ ਚਰਚ ਵਾਲਿਆਂ ਦਾ ਵੀ ਰੌਲਾ ਪਿਆ, ਸਾਡੇ ਅੰਟਾਰੀਓ 'ਚ ਵੀ ਪਿਆ ਹੈ ਜੀ, ਐਸੀ ਗੱਲ ਨਹੀਂ ਹੈ, ਉੱਥੇ ਵੀ ਬਥੇਰਾ ਕਾਟੋ ਕਲੇਸ਼ ਹੋਇਆ। ਸਾਡੇ ਗੁਰੂ ਘਰ ਨੂੰ ਇੱਕ ਨੂੰ ਬੰਦ ਵੀ ਕਰਨਾ ਪਿਆ ਸੀਗਾ ਆਪਣੇ ਬਰੈਂਪਟਨ ਦੇ ਵਿੱਚ। ਕਈ ਗੁਰੂ ਘਰਾਂ ਨੇ ਸਿਆਣਪ ਕੀਤੀ ਹੈ ਜੀ, ਉਹਨਾਂ ਨੇ ਇਹਨਾਂ ਦਿਨਾਂ ਦੇ ਵਿੱਚ ਬੰਦ ਹੀ ਕਰ ਦਿੱਤੇ ਸੀਗੇ ਜੀ। ਉਸ ਤੋਂ ਪਹਿਲਾਂ ਵੀ ਜਦੋਂ ਨਵੀਆਂ ਰਿਸਟ੍ਰਿਕਸ਼ਨ ਸ਼ੁਰੂ 'ਚ ਲੱਗੀਆਂ ਨੇ, ਗੁਰੂ ਘਰ ਖੁੱਲ੍ਹੇ ਰਹੇ ਨੇ ਔਰ ਡਿਸਟੈਂਸਿੰਗ ਦੇ ਮੁਤਾਬਕ ਲੋਕੀ ਅੰਦਰ ਜਾ ਸਕਦੇ ਜੀ, ਦਰਸ਼ਨ ਕਰ ਸਕਦੇ ਸੀ, ਲੰਗਰ ਵੀ ਤਿਆਰ ਸੀਗਾ, ਸਟੂਡੈਂਟਸ ਉੱਥੇ ਜਾਂਦੇ ਨੇ, ਬਹੁਤ ਕੁਛ ਸਾਰਾ ਕੁਛ ਹੁੰਦਾ ਰਿਹਾ। ਪਰ ਜਿਹੜਾ ਇਕੱਠ ਕਰਨਾ, ਦਿਸ ਇਜ਼ ਨਾਟ ਅਲਾਊਡ। ਔਰ ਜਿਨ੍ਹਾਂ ਨੇ ਕੀਤਾ ਨਾਲੇ ਧਰਮ ਨੂੰ ਬਦਨਾਮ ਕਰਦੇ ਹੋ, ਸਾਡੀ ਬਦਨਾਮੀ ਹੁੰਦੀ ਹੈ, ਅਸੀਂ ਲੋਕ ਬਾਹਰ ਆਏ ਹਾਂ, ਬੜੀ ਇੱਜ਼ਤ ਹੋ ਰਹੀ ਹੈ। ਇਸ COVID-19 ਦੇ ਵਿੱਚ ਸਿੱਖ ਧਰਮ ਦੇ ਲੋਕਾਂ ਨੇ ਬਹੁਤ ਵੱਧ ਚੜ ਕੇ ਹਿੱਸਾ ਪਾਇਆ। ਬਿਲਕੁਲ ਜੀ, ਹਰ ਜਗ੍ਹਾ ਤੇ, ਆਲ ਓਵਰ ਨਾਰਥ ਅਮਰੀਕਾ, ਨਾਟ ਨਾਰਥ ਅਮਰੀਕਾ ਬਟ ਆਲ ਓਵਰ ਦ ਵਰਲਡ। ਇੰਨੀਆਂ ਚੰਗੀਆਂ ਸਾਡੀ ਲੋਕੀ ਸਮਝਣ ਲੱਗੇ ਹੋਏ ਨੇ, ਤੇ ਅਗਲਾ ਕਹਿੰਦਾ ਇਹ ਉਹਨਾਂ ਚੋਂ ਹੀ ਨੇ। ਕਿੰਨੀ ਗਲਤ ਗੱਲ ਹੈ, ਇਹ ਹੋਣਾ ਨਹੀਂ ਸੀ ਚਾਹੀਦਾ। ਬਹੁਤ ਮੰਦਭਾਗੀ। ਹੁਣ ਅਸੀਂ ਕੋਰਟਾਂ ਦੇ ਵਿੱਚ ਤੁਰੇ ਫਿਰਦੇ ਹਾਂ, ਸਾਡੇ ਇਹ ਵਕੀਲ ਦੇ ਬਿਆਨ ਆ ਰਹੇ ਨੇ ਜੀ, ਆਹ ਗੱਲ ਹੋਈ ਸੀ। ਇੱਥੇ ਤੱਕ ਪਹੁੰਚੇ ਕਿਉਂ ਜਾਵੇ? ਸਾਨੂੰ ਸਰਕਾਰ ਦੇ ਜਿਹੜੇ ਕਾਨੂੰਨ ਨੇ, ਜਿਹੜੇ ਉੱਥੋਂ ਦੇ ਹੁਕਮ ਨੇ, ਜ਼ਰੂਰ ਮੰਨਣੇ ਚਾਹੀਦੇ। ਜੇ ਕਿਤੇ ਹੋਰ ਵੀ ਕੋਈ ਸੋਚ ਰਿਹਾ ਜੀ, ਮੰਨਣ ਦੀ ਕੋਸ਼ਿਸ਼ ਨਾ ਕਰੋ, ਪਲੀਜ਼ ਡੋਂਟ ਡੂ ਦੈਟ। ਬਿਲਕੁਲ ਸਰ। ਉੱਥੇ ਦੂਜੇ ਪਾਸੇ ਕੱਲ ਜਿਹੜੀ ਹਿੰਸਾ ਹੋਈ ਆ, ਉਹਨੂੰ ਲੈ ਕੇ ਜਿਹੜੇ ਬਲੈਕ ਪ੍ਰੋਟੈਸਟਰਸ ਨੇ, ਉਹਨਾਂ ਨੇ ਕਾਫੀ ਉੱਥੋਂ ਦੇ ਲੋਕਲ ਪ੍ਰਸ਼ਾਸਨ ਦੇ ਉੱਤੇ ਸਵਾਲ ਖੜੇ ਕੀਤੇ ਨੇ। ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਜਿਹੜੇ ਵਾਈਟ ਇਸ ਵਕਤ ਪ੍ਰੋਟੈਸਟਰਸ ਨੂੰ ਪੁਲਿਸ ਨੇ ਹੈਂਡਲ ਕੀਤਾ, ਜੇਕਰ ਇਹਨਾਂ ਦੀ ਜਗ੍ਹਾ ਤੇ ਹੀ ਬਲੈਕ ਪ੍ਰੋਟੈਸਟਰਸ ਯਾਨੀ ਕਿ ਕਾਲੇ ਪ੍ਰਦਰਸ਼ਨਕਾਰੀ ਹੁੰਦੇ ਤਾਂ ਪੁਲਿਸ ਦਾ ਵੱਖਰਾ ਮਾਪਦੰਡ ਹੋਣਾ ਸੀ ਉਹਨਾਂ ਨੂੰ ਸੰਭਾਲਣ ਵਿੱਚ। ਉਹਨੂੰ ਉੱਥੇ ਕਤਲੇਆਮ ਮਚਿਆ ਹੋਣਾ ਸੀ, ਜਿਸ ਦੇ ਉੱਤੇ ਜਗਮੀਤ ਸਿੰਘ ਨੇ ਵੀ ਆਪਣੀ ਟਿੱਪਣੀ ਦਿੱਤੀ ਹੈ। ਸਰ, ਉਹਨਾਂ ਦੀ ਇਸ ਗੱਲ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਜਗਮੀਤ ਸਿੰਘ ਨੇ ਜਿਹੜੀ ਗੱਲ ਕੀਤੀ ਹੈ ਜੀ, ਇਹ ਠੀਕ ਕੀਤੀ ਹੈ, ਕੋਈ ਮਾੜੀ ਗੱਲ ਨਹੀਂ ਜੀ ਕੀਤੀ। ਇੱਕ ਟਰਮ ਹੈ ਤਰਨ, ਉਹਨੂੰ ਫਾਲਸ ਫਲੈਗ ਟਰਮ ਕਹਿੰਦੇ ਆ। ਇਹ ਵਰਤੀ ਗਈ ਹੈ। ਵਰਤੀ ਕਦੋਂ ਗਈ ਹੈ? ਇਹ ਹਿਟਲਰ ਨੇ ਵਰਤੀ ਇਹ ਚੀਜ਼। ਜਦੋਂ ਹਿਟਲਰ ਨੇ ਸਭ ਤੋਂ ਪਹਿਲੀ ਵਾਰੀ ਪੋਲੈਂਡ ਨੂੰ ਉੱਤੇ ਹਮਲਾ ਕੀਤਾ ਸੀਗਾ, ਪੋਲੈਂਡ ਤੇ ਹਮਲਾ ਕਰਨ ਦਾ ਉਹਨੇ ਢੰਗ ਪਤਾ ਕੀ ਕੀਤਾ ਸੀਗਾ? ਉਹਨੇ ਇਹ ਗੱਲ ਕੀਤੀ ਸੀ ਕਿ ਪੋਲੈਂਡ ਨੇ ਮੇਰੇ ਤੇ ਅਟੈਕ ਕੀਤਾ। ਕਹਾਣੀ ਇਹ ਬਣੀ ਸੀ, ਸ਼ੋਅ ਵੀ ਇਹ ਕੀਤਾ ਗਿਆ ਸੀ ਵੀ ਅਸੀਂ ਤਾਂ ਪੋਲੈਂਡ ਤੇ ਕਬਜ਼ਾ ਕਰ ਲਿਆ। ਹੁਣ ਵੀ ਇਹੀ ਗੱਲ ਹੋਈ ਹੈ। ਇਹ ਜਿਹੜੇ ਲੋਕ ਨੇ, ਇਹ 'ਚ ਤੁਸੀਂ ਸਾਰੀਆਂ ਵੀਡੀਓਜ਼ ਦੇਖ ਲਓ, ਕੁਛ ਦੇਖ ਲਓ, ਉਹਦੇ 'ਚ ਕੋਈ ਹੋਰ ਰੰਗ ਨਹੀਂ ਦਿਸਦਾ, ਵਾਈਟ ਸਕਿਨ ਨਹੀਂ ਦਿਸਦੀ ਹੈਗੀ ਆ। ਵਾਈਟ ਸਕਿਨ ਦੀ ਸਟੇਟਮੈਂਟ ਉਹਨਾਂ ਦੀ ਇਹ ਆਈ ਹੈ, ਇਹ ਜੀ ਐਂਟੀਫਾ ਵਾਲੇ ਲੋਕ ਸੀਗੇ, ਜਿਹੜੇ ਬਲੈਕ ਲਾਈਵਜ਼ ਮੈਟਰ ਵਾਲੇ ਉਹ ਲੋਕ ਸੀਗੇ, ਉਹਨਾਂ ਨੇ ਝੰਡੇ ਸਾਡੇ ਚੱਕੇ ਹੋਏ ਸੀਗੇ, ਅਸੀਂ ਨਹੀਂ ਇਹ ਕੰਮ ਕੀਤਾ। ਇੱਥੇ ਤੱਕ ਜਿਹੜੀ ਕੰਸਪੀਰੇਸੀ ਥਿਊਰੀਜ਼ ਹੈ, ਇੱਥੇ ਤੱਕ ਜਾਂਦੀਆਂ ਨੇ। ਸਾਰੇ ਉਹ 'ਚ ਇੱਕ ਸਕਿਨ ਕਲਰ ਹੈਗਾ, ਔਰ ਉਹਨਾਂ ਨੇ ਬੈਰੀਕੇਡਸ ਤੋੜੇ ਨੇ। ਟਰੰਪ ਸਾਹਿਬ ਨੇ ਪੈਟਰੋਲ ਪੀ ਕੇ ਜਿਹੜਾ ਉਹਨਾਂ ਤੇ ਪੈਟਰੋਲ ਛਿੜਕਿਆ, ਉਹਨੇ ਕੰਮ ਕੀਤਾ। ਔਰ ਉਹ 'ਚ ਇਹ ਗੱਲਾਂ ਦਾ ਰੌਲਾ ਪੈ ਗਿਆ ਕਿ ਉਹ ਪ੍ਰੋਟੈਸਟਰਸ ਜਾਂ ਜਿਹੜੇ ਗੁੰਡਾਗਰਦੀ ਵਾਲੇ ਲੋਕ ਸੀਗੇ, ਉਹਨਾਂ ਦੀ ਪੁਲਿਸ ਵਾਲਿਆਂ ਨਾਲ ਸੈਲਫੀਜ਼ ਖਿੱਚੀਆਂ ਹੋਈਆਂ ਨੇ, ਕਈ ਪੁਲਿਸ ਵਾਲੇ ਨਾਲ ਖੜੇ ਨੇ। ਪੁਲਿਸ ਵਾਲੇ ਕਰਦੇ ਕੀ ਜੇ ਸੋਚਿਆ ਜਾਏ, ਕੋੜੇ ਨੇ। ਇਹਦੇ ਵਿੱਚ ਜਿਹੜੀ ਉੱਥੋਂ ਦੀ ਸਿਕਿਉਰਿਟੀ ਸਰਵਿਸ ਹੈਗੀ ਆ, ਟੋਟਲੀ ਫੇਲ ਹੋਈ ਹੈ। ਮਤਲਬ ਜਿਸ ਤਰੀਕੇ ਨਾਲ ਉਹਨਾਂ ਨੇ ਪੂਰੀ ਸਿਚੁਏਸ਼ਨ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਉਹਨਾਂ ਦਾ ਇਹੀ ਕਹਿਣਾ ਸੀ ਕਿ ਜਦੋਂ ਬਲੈਕ ਲਾਈਵਸ ਮੈਟਰ ਹੋਇਆ ਸੀ, ਉਸ ਵੇਲੇ ਜਿਸ ਤਰੀਕੇ ਨਾਲ ਪੁਲਿਸ ਨੇ ਹੈਂਡਲ ਕੀਤਾ, ਉਹਨਾਂ ਦੇ ਉੱਤੇ ਲਾਠੀਆਂ ਵੀ ਬਰਸਾਈਆਂ ਗਈਆਂ, ਸਭ ਕੁਝ ਹੋਇਆ, ਪੂਰੀ ਬਲ ਦਾ ਵੀ ਪ੍ਰਯੋਗ ਕੀਤਾ ਗਿਆ। ਉਸ ਹੁਣ ਜਦੋਂ ਕੱਲ ਪ੍ਰਦਰਸ਼ਨ ਹੋਇਆ, ਉਸ ਟਾਈਮ ਪੁਲਿਸ ਨੇ ਇਹ ਰਵੱਈਆ ਕਿਉਂ ਨਹੀਂ ਅਪਣਾਇਆ? ਕਿਉਂਕਿ ਉਹ ਪੂਰੇ ਪ੍ਰਦਰਸ਼ਨਕਾਰੀ ਸੀ। ਉਦੋਂ ਗੱਲ ਉਹ ਸੀ ਕਿ ਜਿਹੜੇ ਨੈਸ਼ਨਲ ਗਾਰਡ ਆ, ਮੈਂ ਅੱਗੇ ਗੱਲ ਕਰਕੇ ਹਟਿਆ, ਨੈਸ਼ਨਲ ਗਾਰਡ ਇਜ਼ ਅੰਡਰ ਦ ਕੰਟਰੋਲ ਆਫ ਦ ਪ੍ਰੈਜ਼ੀਡੈਂਟ ਆਫ ਯੂਨਾਈਟਿਡ ਸਟੇਟਸ ਆਫ ਅਮਰੀਕਾ। ਉਦੋਂ ਅਮਰੀਕਨ ਪ੍ਰੈਜ਼ੀਡੈਂਟ ਦਾ ਹੁਕਮ ਸੀ ਕਿ ਇਹਨਾਂ ਨੂੰ ਵੜਨ ਦੇਣਾ, ਇਹਨੂੰ ਕੁਛ ਕਰਨ ਨਹੀਂ ਦੇਣਾ, ਕੁਛ ਕਰਨ ਨਹੀਂ ਦੇਣਾ। ਤੇ ਅੱਜ ਉਹਨੇ ਆਪ ਕਿਹਾ ਸੀ ਤੁਸੀਂ ਜਾਓ ਅੰਦਰ, ਤੁਸੀਂ ਕੈਪੀਟਲ ਹਿੱਲ ਤੇ ਜਾਓ। ਉਹਨੇ ਹੋਰ ਗੱਲ ਕਹੀ ਸੀ, ਕਹਿੰਦਾ ਜਿਹੜੇ ਕਮਜ਼ੋਰ ਰਿਪਬਲਿਕਨ ਸੈਨੇਟਰਸ ਨੇ, ਉਹਨਾਂ ਨੂੰ ਜਾ ਕੇ ਘੂਰੋ, ਜਾ ਕੇ ਤੁਸੀਂ। ਇੱਕ ਪ੍ਰੈਜ਼ੀਡੈਂਟ ਐਸੀਆਂ ਗੱਲਾਂ ਕਰੇ, ਇਹ ਬਹੁਤ ਇੱਕ ਹਾਸੋਹੀਣੀ ਆ, ਬੜੀ ਸ਼ਰਮਨਾਕ ਗੱਲ ਹੈ। ਔਰ ਪ੍ਰੈਜ਼ੀਡੈਂਟ ਦੇ ਉੱਤੇ ਹੁਣ ਦੋਸ਼ ਵੀ ਇਹ ਲੱਗਣ ਲੱਗ ਪਏ ਨੇ ਕਿ ਉਹ ਮੈਂਟਲੀ ਸਟੇਬਲ ਨਹੀਂ ਹੈਗਾ। ਜਿਹੜੀ ਕੱਲ ਵੀ ਉਹਨੇ ਗੱਲ ਕੀਤੀ ਆ, ਜਿਹੜੀ ਪਹਿਲਾਂ ਬਾਈਡਨ ਸਾਹਿਬ ਨੂੰ ਆਉਣਾ ਪਿਆ, ਉਹਨਾਂ ਨੇ ਆ ਕੇ ਕਿਹਾ ਮਿਸਟਰ ਟਰੰਪ ਨੂੰ ਕਿ ਤੂੰ ਇੰਚਾਰਜ ਆ, ਤੂੰ ਆ ਕੇ ਬਿਆਨ ਦੇ। 2 ਘੰਟੇ ਬਾਅਦ ਬਿਆਨ ਦੇ ਰਿਹਾ, ਉਹਨਾਂ ਲੋਕਾਂ ਬਾਰੇ ਕਹਿ ਰਿਹਾ ਵੀ ਲਵ ਯੂ ਗਾਇਜ਼। ਕੁਛ ਤਾਂ ਸ਼ਰਮ ਕਰ ਯਾਰ, ਬਹੁਤ ਕੁਛ ਹੋ ਗਿਆ। ਬਿਆਨ ਵੀ ਉਹ ਕਿੱਥੇ ਦੇਣਗੇ? ਸਭ ਪਾਸੇ ਤਾਂ ਉਹਨਾਂ ਨੂੰ ਵਿਚਾਰਿਆਂ ਨੂੰ ਬੈਨ ਕੀਤਾ ਹੋਇਆ ਵਾ। ਕਹਿੰਦੇ ਹੁਣ ਫੇਸਬੁੱਕ ਨੇ ਤੇ ਇੰਸਟਾਗ੍ਰਾਮ ਨੇ ਅੱਗੇ ਹੋਰ ਉਹਨਾਂ ਨੂੰ ਬੈਨ ਕਰਨ ਦਾ ਵਿਚਾਰ ਬਣਾ ਲਿਆ ਕਿ ਜਿਸ ਤਰੀਕੇ ਨਾਲ ਬਿਆਨਬਾਜ਼ੀ ਕਰ ਰਹੇ ਨੇ, ਸੋਸ਼ਲ ਮੀਡੀਆ ਉੱਤੇ ਵੀ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਤੇ ਕਿਹਾ ਕਿ ਫੇਸਬੁੱਕ ਨੇ ਕਿ ਇਹਨਾਂ ਨੂੰ ਹੋਰ ਅੱਗੇ ਸਮੇਂ ਲਈ ਅਸੀਂ ਐਕਸਟੈਂਡ ਕਰ ਰਹੇ ਹਾਂ ਇਹਨਾਂ ਦਾ ਬੈਨ। ਇੰਸਟਾਗ੍ਰਾਮ, ਫੇਸਬੁੱਕ, ਇਹਨਾਂ ਨੇ ਪਹਿਲਾਂ ਤਾਂ ਐਕਚੁਅਲੀ 12 ਘੰਟੇ ਵਾਸਤੇ ਕੀਤਾ ਸੀਗਾ,
ਕੱਲ ਜਿਹੜੀ ਕੱਲ ਦੀ ਖਬਰ ਆ ਉਹ 12 ਘੰਟੇ ਵਾਸਤੇ ਸੀ, ਅੱਜ ਐਕਸਟੈਂਡ ਕਰਤਾ। ਹੁਣ ਐਕਸਟੈਂਡ ਇੰਨਾ ਕਰਤਾ ਕਿ ਬਾਈਡਨ ਸਾਹਿਬ ਦੀ ਸਹੁੰ ਚੁੱਕ ਸਮਾਰੋਹ ਤੋਂ ਬਾਅਦ ਤੱਕ, ਪੱਕਾ ਉਦੋਂ ਤੱਕ ਤਾਂ ਇਹ ਬੰਦ ਨੇ। ਅੱਛਾ, ਨਾਲ ਹੋਰ ਅਸਰ ਹੋਣ ਲੱਗ ਪਿਆ। ਸ਼ੋਪੀਫਾਈ ਸ਼ਾਇਦ ਤੁਸੀਂ ਉੱਤੇ ਕਰਦੇ ਹੋ, ਇਹਦੀ ਹੈਗੀ ਆ ਐਪ ਹੈ, ਤੁਸੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਹੋ। ਉਹ ਸ਼ੋਪੀਫਾਈ ਨੇ ਉਹਨਾਂ ਨੇ ਇਹ ਬੈਨ ਕਰ ਦਿੱਤਾ ਜਿਹੜੀਆਂ ਟਰੰਪ ਪ੍ਰੋਡਕਟਸ ਨੇ। ਟਰੰਪ ਦੀ ਪ੍ਰੋਡਕਟ ਉਸ ਸ਼ੋਪੀਫਾਈ 'ਤੇ ਜਾ ਕੇ ਤੁਸੀਂ ਨਹੀਂ ਲੈ ਸਕਦੇ। ਉਹ ਕਹਿੰਦੇ ਜਿਹੜਾ ਕੁਝ ਇਹਨੇ ਕੀਤਾ ਹੈ, ਇਸ ਕਰਕੇ ਅਸੀਂ ਕਾਲ ਲੈ ਲਓ ਪਹਿਲਾਂ। ਬਿਲਕੁਲ ਜੀ, ਸਾਡੀ ਸ਼ਾਇਦ ਕਾਲ ਡਿਸਕਨੈਕਟ ਹੋ ਗਈ ਹੈ ਜੀ। ਆਪਾਂ ਸ਼ੋਪੀਫਾਈ ਦੀ ਗੱਲ ਕਰ ਰਹੇ ਸੀ, ਉਹ ਵੀ ਬੈਨ ਕਰ ਦਿੱਤੀ ਗਈ ਹੈ। ਸੋ ਹੁਣ ਦੇਖਣ ਨੂੰ ਮਿਲ ਰਿਹਾ ਅਸਰ ਜੋ ਉਹਨਾਂ ਨੇ ਕੱਲ ਜੋ ਪੈਟਰੋਲ ਪੀ ਕੇ, ਜਿਵੇਂ ਤੁਸੀਂ ਕਹਿੰਦੇ ਹੋ, ਬਿਆਨ ਕਰਦੇ ਨੇ, ਉਹਨਾਂ ਦੇ ਪੈਟਰੋਲ ਦਾ ਅਸਰ ਦੇਖਣ ਨੂੰ ਮਿਲ ਰਿਹਾ। ਹੁਣ ਹਰ ਥਾਂ ਤੋਂ ਇਸ ਦਾ ਅਸਰ ਇਹ ਵੀ ਦੇਖਣ ਨੂੰ ਮਿਲਿਆ ਕਿ ਉਹਨਾਂ ਦੇ ਅਸਤੀਫਿਆਂ ਦਾ ਦੌਰ ਵੀ ਸ਼ੁਰੂ ਹੋ ਗਿਆ ਪ੍ਰਸ਼ਾਸਨ ਵੱਲੋਂ। ਇੱਕ ਦਰਸ਼ਕ ਪਹਿਲਾਂ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀ, ਮੈਂ ਨਿਊਯਾਰਕ ਤੋਂ ਬੋਲ ਰਿਹਾ ਹਾਂ ਜੀ। ਮੈਂ ਜੋ ਹੈ ਕੱਲ ਕੀ ਇਹਦੇ ਨਾਲ ਕੋਈ ਟਰੰਪ ਦੇ ਉੱਤੇ ਕੋਈ ਹੋਏਗੀ ਕਾਰਵਾਈ? ਆਪਾਂ ਗੱਲ ਕਰਦੇ ਹਾਂ ਜੀ, ਜ਼ਰੂਰ। ਬਿਲਕੁਲ ਜੀ, ਤੁਸੀਂ ਟੀਵੀ ਸਕਰੀਨ ਇਹਦੇ ਬਾਰੇ ਜ਼ਰੂਰ ਗੱਲ ਕਰਦਾ ਜੀ ਮੈਂ। ਹਾਂਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ, ਸੋ ਨਾਈਸ ਆਫ ਯੂ। ਬੜੀਆਂ ਗੱਲਾਂ ਇਹਦੇ ਬਾਰੇ ਹੋਣਗੀਆਂ ਜੀ, ਕਿਤਨੀਆਂ ਜਾਣ ਵਾਲੀਆਂ। ਸਰ, ਆਪਾਂ ਗੱਲਬਾਤ ਕਰ ਰਹੇ ਸੀ ਜਿਹੜਾ ਇਸ ਵਕਤ ਟਰੰਪ ਪ੍ਰਸ਼ਾਸਨ ਵੱਲੋਂ ਅਸਤੀਫਿਆਂ ਦਾ ਦੌਰ ਸ਼ੁਰੂ ਹੋ ਚੁੱਕਿਆ ਤੇ ਹੁਣ ਤੱਕ ਯੂਐਸ ਟਰਾਂਸਪੋਰਟੇਸ਼ਨ ਸੈਕਟਰੀ ਐਲੇਨ ਚਾਓ ਦੇ ਵੱਲੋਂ ਵੀ ਜਿਹੜਾ ਆ ਕਰਨ, ਕਈਆਂ ਨੇ ਕਰਤਾ, ਕਈ ਕਰਨਗੇ, ਪਰ ਜਿਹੜੇ ਹੁਣ ਅਸਤੀਫੇ ਦੇ ਰਹੇ ਨੇ ਇਹਨਾਂ ਨੂੰ ਕੋਈ ਬਹੁਤਾ ਫਾਇਦਾ ਨਹੀਂ ਹੋਣਾ। ਰੀਜ਼ਨ ਬੀਇੰਗ ਇਜ਼ ਇਹ ਹੁਣ ਤੱਕ ਉਸ ਐਡਮਿਨਿਸਟ੍ਰੇਸ਼ਨ ਦੇ ਨਾਲ ਰਹੇ ਨੇ, ਜੋ ਚੰਗਾ ਮੰਦਾ ਟਰੰਪ ਨੇ ਕੀਤਾ ਉਹਦੇ ਨਾਲ ਖੜਦੇ ਰਹੇ ਨੇ। ਸੈਕਟਰੀਜ਼ ਜਿਹੜੇ ਨੇ ਉਹ ਨਾਲ ਖੜਦੇ ਰਹੇ, ਅੰਡਰ ਸੈਕਟਰੀਜ਼ ਉਹ ਖੜਦੇ ਰਹੇ ਨੇ। ਜੇ ਹੁਣ ਪਿਛਲੇ 18 ਦਿਨ ਰਹਿੰਦੇ ਆ, 12-13 ਦਿਨ ਰਹਿੰਦੇ, ਅੱਜ 7 ਹੋ ਗਈ, 13 ਦਿਨ ਰਹਿੰਦੇ ਨੇ। 13 ਦਿਨਾਂ ਦੇ ਵਿੱਚ ਉਹ ਜੇ ਚੰਗੇ ਬਣਨਾ ਚਾਹੁੰਦੇ ਆ, ਇਹ ਬਣਿਆ ਨਹੀਂ ਜਾਏਗਾ, ਇਹ ਹੋਏਗਾ ਨਹੀਂ। ਕਿਉਂਕਿ ਪਰ ਠੀਕ ਹੈ, ਇਹ ਪ੍ਰੋਟੈਸਟ ਹੋ ਰਿਹਾ, ਇਹ ਮਿਸਟਰ ਟਰੰਪ ਵਾਸਤੇ ਇਹ ਬੜੀ ਵੱਡੀ ਨਮੋਸ਼ੀ ਆ ਰਹੀ ਹੈ ਕਿ ਹੁਣ ਐਸੀਆਂ ਗੱਲਾਂ ਹੋਣ ਲੱਗ ਪਈਆਂ ਨੇ ਕਿ ਅਸੀਂ ਇਹਦੇ ਨਾਲ ਨਹੀਂ ਖੜਨਾ ਚਾਹੁੰਦੇ। ਕਈ ਅੱਗੇ ਇਹਦੇ ਸੈਕਟਰੀਜ਼ ਨੇ ਅਸਤੀਫੇ ਦਿੱਤੇ ਨੇ। ਦਿਸ ਇਜ਼ ਅਨਦਰ, ਹਲੇ ਹੋਰ ਵੀ ਆਉਣਗੇ ਜੀ ਅਸਤੀਫੇ, ਅਜੇ ਮੁੱਕਿਆ ਨਹੀਂ ਜੀ ਕੰਮ ਇਹ। ਤੇ ਹੁਣ ਇਹ ਵੀ ਕਿਹਾ ਜਾ ਰਿਹਾ ਕਿ ਜਿਹੜਾ ਸ਼ਕਤੀ ਦਾ ਇਸਤੇਮਾਲ ਕਰਕੇ ਪੈਲੋਸੀ ਨੂੰ ਕਿਹਾ ਗਿਆ ਹੈ ਕਿ ਟਰੰਪ ਨੂੰ ਹੁਣ ਆਪਦੇ ਅਹੁਦੇ ਤੋਂ ਪਹਿਲਾਂ ਹੀ ਹਟਾ ਦਿੱਤਾ ਜਾਵੇ। ਬਿਲਕੁਲ ਜੀ, ਆ ਜਿਹੜਾ ਆਪਾਂ ਨੂੰ ਸਵਾਲ ਆਇਆ ਸੀਗਾ ਜੀ। ਹਾਂਜੀ, ਇੱਕ 25th ਅਮੈਂਡਮੈਂਟ ਹੈ ਜੀ ਯੂਐਸ ਕਨਸਟੀਟਿਊਸ਼ਨ ਦੀ। ਉਸ 25th ਅਮੈਂਡਮੈਂਟ ਦੇ ਵਿੱਚ ਪ੍ਰੈਜ਼ੀਡੈਂਟ ਨੂੰ ਲਾਇਆ ਜਾ ਸਕਦਾ, ਪ੍ਰੈਜ਼ੀਡੈਂਟ ਨੂੰ ਇਸ ਬੇਸ ਤੇ ਲਾਇਆ ਜਾ ਸਕਦਾ ਕਿ ਇਹਦੀ ਮੈਂਟਲ ਹਾਲਤ ਚੰਗੀ ਨਹੀਂ ਹੈਗੀ, ਇਸ ਨੂੰ ਬਦਲਣਾ ਚਾਹੀਦਾ। ਬਦਲ ਕੌਣ ਸਕਦਾ? ਜਿਹੜੀ ਪ੍ਰੈਜ਼ੀਡੈਂਟ ਦੀ ਕੈਬਨਿਟ ਹੈ, ਜੇ ਮੈਜੋਰਿਟੀ ਦੇ ਵਿੱਚ ਐਂਡ ਦ ਵਾਈਸ ਪ੍ਰੈਜ਼ੀਡੈਂਟ ਇਹ ਵੋਟ ਪਾਉਂਦੇ ਆ, ਉਹ ਅਲੱਗ ਹੋ ਕੇ ਇਕੱਠੇ ਹੋ ਕੇ ਵੋਟ ਪਾ ਦਿੰਦੇ ਆ ਕਿ ਇਹਨੂੰ ਆਫਿਸ ਚੋਂ ਰਿਮੂਵ ਕਰਨਾ ਚਾਹੀਦਾ, ਇਹਦੀ ਮੈਂਟਲ ਹਾਲਤ ਠੀਕ ਨਹੀਂ ਹੈਗੀ ਹੈ, ਟਰੰਪ ਕੈਨ ਬੀ ਰਿਮੂਵਡ ਫਰੋਮ ਦ ਆਫਿਸ। ਹੁਣ ਉਹਦਾ ਇਲਾਜ ਵੀ ਹੈਗਾ, ਜਿਹੜਾ ਉਹ ਇਲਾਜ ਵਾਸਤੇ ਇੰਨਾ ਸਮਾਂ ਨਹੀਂ ਹੈ। ਟਰੰਪ ਕੈਨ ਟੇਕ ਟੂ ਦ ਕਾਂਗਰਸ। ਕਾਂਗਰਸ ਦੇ ਵਿੱਚ ਉਹ ਚੀਜ਼ ਪਾਸ ਹੋਣੀ ਜ਼ਰੂਰੀ ਹੈ। ਕਾਂਗਰਸ ਦੇ ਵਿੱਚ ਜੇ ਪਾਸ ਹੋਣੀ ਹੈ ਤਾਂ 2/3 ਆਫ ਮੈਜੋਰਿਟੀ ਚਾਹੀਦੀ ਹੈ। 2/3 ਆਫ ਮੈਜੋਰਿਟੀ ਨਹੀਂ ਬਣੇਗੀ, ਜਿਹਦੀ ਨਹੀਂ ਹੈਗੀ। ਪਰ ਜੇ ਇਹ ਕਾਰਵਾਈ ਸ਼ੁਰੂ ਹੋ ਜਾਂਦੀ ਹੈ, ਫॉर द टाइम being temporary, Trump can not be president, ਵਾਈਸ ਪ੍ਰੈਜ਼ੀਡੈਂਟ ਪੈਂਸ ਵਿਲ ਬੀ ਦ ਪ੍ਰੈਜ਼ੀਡੈਂਟ। ਜੇ ਇਹ ਕਾਰਵਾਈ ਸ਼ੁਰੂ ਹੋ ਜਾਂਦੀ ਹੈ, ਕਿਉਂਕਿ 13 ਦਿਨ ਰਹਿੰਦੇ ਆ, 13 ਦਿਨਾਂ ਵਾਸਤੇ ਵਾਈਸ ਪ੍ਰੈਜ਼ੀਡੈਂਟ ਪੈਂਸ ਪ੍ਰੈਜ਼ੀਡੈਂਟ ਬਣ ਜਾਏਗਾ ਤੇ ਮਿਸਟਰ ਟਰੰਪ ਹੈ ਉਹ ਪ੍ਰੈਜ਼ੀਡੈਂਸੀ ਤੋਂ ਲਾ ਦਿੱਤੇ ਜਾਣਗੇ, ਲਾ ਕੇ ਉਹ ਆਪਦੀ ਅੱਗੇ ਕਾਰਵਾਈ ਸ਼ੁਰੂ ਕਰਨਗੇ, ਜਿਹਦੇ ਵਾਸਤੇ ਇਨਫ ਸਮਾਂ ਨਹੀਂ ਹੈ। ਇੰਪੀਚਮੈਂਟ ਦੂਸਰਾ ਪ੍ਰੋਸੈਸ ਹੋ। ਸਰ ਤੁਸੀਂ ਕੋਈ ਕਹਿਣਾ ਚਾਹੁੰਦੇ ਹੋ? ਗੱਲ ਤੁਸੀਂ ਨਹੀਂ ਕੰਟੀਨਿਊ ਕਰੋ, ਮੈਂ ਉਸ ਤੋਂ ਬਾਅਦ ਗੱਲ ਕਰਾਂਗਾ। ਸੈਕੰਡ ਇਜ਼ ਦਾ ਇੰਪੀਚਮੈਂਟ। ਇੰਪੀਚ ਕੀਤਾ ਜਾਂਦਾ ਪ੍ਰੈਜ਼ੀਡੈਂਟ ਨੂੰ ਅੱਗੇ ਇਹਨੂੰ ਇੰਪੀਚ ਕੀਤਾ ਗਿਆ ਸੀਗਾ, ਉਹਦੇ ਵਿੱਚੋਂ ਪ੍ਰੈਜ਼ੀਡੈਂਟ ਸਾਹਿਬ ਇੰਪੀਚ ਨਹੀਂ ਹੋਏ ਸੀਗੇ। ਕਿਉਂ? ਉਹੀ 2/3 ਆਫ ਮੈਜੋਰਿਟੀ ਚਾਹੀਦੀ ਹੈਗੀ ਆ ਸੈਨੇਟ ਦੇ ਵਿੱਚ ਉਹ ਇੰਪੀਚ ਕਰਨ ਵਾਸਤੇ, ਜਿਹੜੀ ਉਹ ਨਹੀਂ ਹੋ ਸਕੀ ਸੀਗੀ। ਤਾਂ ਇਸ ਕਰਕੇ ਨਾ ਇੰਪੀਚਮੈਂਟ ਐਂਡ ਇੰਪੀਚਮੈਂਟ ਦਾ ਪ੍ਰੋਸੈਸ ਬਹੁਤ ਲੰਬਾ। ਇੰਪੀਚਮੈਂਟ ਸਟਾਰਟ ਫਰੋਮ ਦ ਲੋਅਰ ਹਾਊਸ, ਜਿਹਦੇ 435 ਮੈਂਬਰ ਨੇ। ਉਹ ਮੈਂਬਰ ਦੇ ਵਿੱਚੋਂ ਮੈਜੋਰਿਟੀ ਕਹੇਗੀ ਵੀ ਇਹ ਇੰਪੀਚ ਹੋਣਾ ਚਾਹੀਦਾ, ਤਾਂ ਅਪਰ ਹਾਊਸ ਕੋਲ ਜਾਊਗਾ, ਫਿਰ ਉਦੋਂ ਬਾਅਦ ਕਾਰਵਾਈ। ਇਟਸ ਵੈਰੀ ਲੌਂਗ ਪ੍ਰੋਸੈਸ, 8-9 ਮਹੀਨੇ ਦਾ ਪ੍ਰੋਸੈਸ ਹੈ, ਵਿਚ ਇਜ਼ ਨਾਟ ਪੋਸੀਬਲ। ਜਿਹੜਾ ਆ ਵੀ ਰਿਮੂਵ ਕਰਨ ਵਾਲਾ ਇਹ ਬਹੁਤ ਵੱਡਾ ਐਕਸਟ੍ਰੀਮ ਹੋਏਗਾ। ਆਈ ਡੋਂਟ ਨੋ, ਜੇ ਆਈ ਗੈਸ ਮਿਸਟਰ ਟਰੰਪ ਡਿਜ਼ਰਵ ਇਟ, ਇਹ ਕਰ ਦੇਣਾ ਚਾਹੀਦਾ, ਪਰ ਮੈਨੂੰ ਲੱਗਦਾ ਕੋਈ। ਹਾਲਾਂਕਿ ਉਹਨਾਂ ਨੇ ਇਹ ਗੱਲ ਮੰਨ ਲਈ ਹੈ। ਮੈਂ ਅੱਜ ਹੀ ਉਹਨਾਂ ਦਾ ਇੱਕ ਬਿਆਨ ਪੜ੍ਹਦੀ ਪਈ ਸੀ, ਇੱਕ ਨਿਊਜ਼ ਚੈਨਲ ਦੇ ਵਿੱਚ ਆ ਰਿਹਾ ਸੀ, ਤੇ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਮੰਨ ਰਹੇ ਨੇ ਉਹ ਇਹ ਗੱਲ ਕਿ ਹੁਣ ਮੇਰਾ ਜਿਹੜਾ ਰਾਜ ਆ ਉਹ ਖਤਮ ਹੋ ਰਿਹਾ। ਪਰ ਨਾਲ ਹੀ ਉਹਨਾਂ ਨੇ ਇਹ ਗੱਲ ਜ਼ਰੂਰ ਆਖੀ ਹੈ ਕਿ ਜਿੰਨਾ ਮੈਂ ਟਾਈਮ ਇੱਥੇ ਰਾਜ ਕੀਤਾ, ਪ੍ਰੈਜ਼ੀਡੈਂਟ ਰਿਹਾ ਮੈਂ ਇੱਥੋਂ ਦਾ,
ਹੁਣ ਤੱਕ ਤਾਂ ਅਮਰੀਕਾ ਦਾ ਸਭ ਤੋਂ ਵਧੀਆ ਪ੍ਰੈਜ਼ੀਡੈਂਟ ਕਾਲ ਸ਼ਾਸਨ ਉਹਨਾਂ ਦੇ ਦੌਰਾਨ ਹੀ ਰਿਹਾ। ਗੱਲ ਇਹ ਹੈ ਤਰਨ, ਇਹਨਾਂ ਦਾ ਨਾਂ ਰਹਿੰਦੀ ਦੁਨੀਆ ਤੱਕ ਰਹੇਗਾ, ਐਸੀ ਕੋਈ ਗੱਲ ਨਹੀਂ ਹੈ। ਬਾਕੀ ਪ੍ਰੈਜ਼ੀਡੈਂਟਸ ਨੂੰ ਲੋਕ ਭੁੱਲ ਜਾਣਗੇ, ਇਹਨੂੰ ਨਹੀਂ ਭੁੱਲਣਗੇ, ਕਿਉਂਕਿ ਇਹਦਾ ਨੰਬਰ ਹਲੇ ਤੱਕ ਦੇ ਸਭ ਤੋਂ ਥੱਲੇ ਹੋਏਗਾ। ਹਮੇਸ਼ਾ ਇਹ ਗੱਲ ਕੀਤੀ ਜਾਵੇ ਕਿ ਜਿਹੜੇ ਪ੍ਰੈਜ਼ੀਡੈਂਟ ਨੇ ਲੋਕਾਂ ਨੂੰ ਉਕਸਾ ਕੇ ਆਪਣੀ ਹੋਈ ਪਾਰਲੀਮੈਂਟ ਤੇ ਅਟੈਕ ਕਰਵਾਇਆ, ਇਸ ਤੋਂ ਬੇਵਕੂਫ ਪ੍ਰੈਜ਼ੀਡੈਂਟ ਕੌਣ ਹੋ ਸਕਦਾ। ਪਾਰਡਨ ਮਾਈ ਲੈਂਗੁਏਜ, ਮੈਂ ਇਹ ਜੀ ਗੱਲ ਕੋਈ ਥੋੜੀ ਅੱਗੇ ਲੈ ਜਾਂਦਾ, ਪਰ ਮਿਸਟਰ ਟਰੰਪ ਨੇ ਹੁਣ ਤੱਕ ਜੋ ਕੁਛ ਵੀ ਕੀਤਾ, ਕਿਸੇ ਨਾਲ ਰਾਜੀਨਾਮਾ ਨਹੀਂ ਕੀਤਾ। ਗੁਆਂਢੀਆਂ ਨਾਲ ਇਹਦੇ ਕਲੇਸ਼ ਪਾਇਆ, ਸਾਡੇ ਨਾਲ ਜਿਹੜਾ ਬੰਦਾ ਸਾਡੇ ਨਾਲ ਕਲੇਸ਼ ਪਾਇਆ ਹੋਇਆ ਉਹ ਕਿੰਨਾ ਚੰਗਾ ਹੋ ਸਕਦਾ। ਬਿਲਕੁਲ ਜੀ, ਗੱਲ ਕਰਾਂਗੇ। ਇੱਕ ਦਰਸ਼ਕ ਹੋਰ ਜੁੜ ਗਏ। ਇਟਸ ਅ ਵੈਰੀ ਸੌਫਟ ਕੰਟਰੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਟਰੰਪ ਨੂੰ ਜੀ ਸਜ਼ਾ ਕਦੋਂ ਮਿਲੂਗੀ? ਅਸੀਂ ਤਾਂ 20 ਕਿਲੋਮੀਟਰ ਗੱਡੀ ਵੱਧ ਭਜਾ ਲਈ, ਸਾਨੂੰ ਤਾਂ ਟਿਕਟ ਮਿਲ ਜਾਂਦੀ ਹੈ ਜਿਹੜੀ। ਬਿਲਕੁਲ ਜੀ, ਥੈਂਕ ਯੂ ਜੀ, ਸ਼ੁਕਰੀਆ ਕਾਲ ਕਰਨ ਲਈ। ਦੇਖੋ ਜੀ, ਟਰੰਪ ਨੂੰ ਸਜ਼ਾ ਹਰੇ ਤਾਂ ਉੱਤੇ ਕੋਈ ਦੋਸ਼ ਨਹੀਂ ਜੀ ਲੱਗੇ, ਉੱਤੇ ਦੋਸ਼ ਆਇਦ ਹੋਣੇ ਆ। ਇੱਕ ਨਿਊਯਾਰਕ ਦੀ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈਗਾ, ਉਹ ਚੱਲੀ ਹੀ ਜਾ ਰਿਹਾ। ਉਹ ਇਦੋਂ ਮਗਰੋਂ ਉਹਨੇ 20 ਜਨਵਰੀ ਤੋਂ ਬਾਅਦ ਤੁਸੀਂ ਐਕਸਪੈਕਟ ਕਰ ਸਕਦੇ ਹੋ ਕਿ ਸ਼ਾਇਦ ਕੁਛ ਨਾ ਕੁਛ ਕਾਰਵਾਈ ਹੋਣੀ ਸ਼ੁਰੂ ਹੋ ਜਾਵੇ। ਕਾਰਵਾਈ ਬਹੁਤ ਹੋਣੀ ਹੈ ਜੀ, ਤੇ ਉਹਦੇ ਵਿੱਚ ਇੱਕ ਨਵੀਂ ਟਰਬਲ ਇਹਨੇ ਆਪਦੇ ਆਪ ਨੂੰ ਕ੍ਰੀਏਟ ਕਰ ਲਈ ਹੈ, ਜਿਹੜਾ ਕਿ ਹੁਣ ਪਾਰਲੀਮੈਂਟ ਦੇ ਉੱਤੇ ਜਿਹੜਾ ਅਟੈਕ ਹੋਇਆ, ਇਹਦਾ ਵੀ ਦੋਸ਼ ਇਹਦੇ ਉੱਤੇ ਲੱਗਣਾ। ਜੀ ਪਤਾ ਨਹੀਂ ਹੋਣਾ ਕੀ ਕੁਛ ਹੈ। ਇਟਸ ਗੋਇੰਗ ਟੂ ਬੀ ਲੌਂਗ ਪ੍ਰੋਸੈਸ। ਪਰ ਕਈ ਵਾਰੀ ਐਸੀ ਗੱਲ ਹੋ ਜਾਂਦੀ ਹੈ, ਜੇ ਤੁਸੀਂ ਬਹੁਤੇ ਕੇਸਿਸ ਕਰ ਦਿੰਦੇ ਹੋ ਤਾਂ ਲੋਕ ਆਮ ਸੋਚਣਾ ਇਹਦਾ ਵੀ ਹੁਣ ਇਕੱਲਾ ਇਹਨੂੰ ਕਿਉਂ ਇੰਨਾ ਤੰਗ ਕਰਨ ਲੱਗੇ ਹੋਇਆ। ਇੱਕ ਐਸੀ ਗੱਲ ਹੈਗੀ ਆ, ਡੈਮੋਕ੍ਰੇਟਸ ਇਸ ਗੱਲ ਤੋਂ ਵੀ ਜਕਣਗੇ। ਆਪਣੇ ਮੁਲਕ 'ਚ ਸਜ਼ਾ ਹੋਵੇ ਨਾ ਹੋਵੇ ਵੱਖਰੀ ਗੱਲ ਆ, ਪਰ ਕਹਿੰਦੇ ਈਰਾਨ ਤੋਂ ਸੰਮਣ ਜ਼ਰੂਰ ਆ ਰਹੇ ਨੇ। ਕਿਹਾ ਜਾ ਰਿਹਾ ਕਿ ਉਹਨਾਂ ਦੇ ਉੱਤੇ ਜਿਹੜੇ ਆ ਕੇਸ ਦਰਜ ਕੀਤਾ ਗਿਆ, ਅਰੈਸਟ ਵਾਰੰਟ ਉਹਨਾਂ ਦੇ ਨਿਕਲੇ ਨੇ। ਉੱਥੋਂ ਦੇ ਜਿਹੜੇ ਮਿਲੀਟੈਂਟ ਸੀਗੇ ਉੱਥੇ ਸੁਲੇਮਾਨੀ, ਉਹਨਾਂ ਦੀ ਮੌਤ ਦੇ ਮਾਮਲੇ ਦੇ ਵਿੱਚ ਉਹਨਾਂ ਦੇ ਸੰਮਣ ਜਾਰੀ ਹੋਏ। ਹਾਂਜੀ, ਉਹ ਸੁਲੇਮਾਨੀ ਉਹਨਾਂ ਦਾ ਜਿਹੜੀ ਉਹਦਾ ਦੀ ਡੈਥ ਹੋਈ ਸੀ, ਉਹਨਾਂ ਦਾ ਅਟੈਕ ਕੀਤਾ ਗਿਆ ਸੀ, ਉਹਨਾਂ ਦੇ ਜਿਹੜਾ ਕਨਵੋਏ ਜਾ ਰਿਹਾ ਸੀਗਾ, ਉਸੇ ਮਗਰੋਂ ਇਰਾਨੀਅਨ ਜਿਹੜਾ ਯੂਕਰੇਨੀਅਨ ਏਅਰਪੋਰਟ ਦੇ ਏਅਰਲਾਈਨ ਦੀ ਗੱਲ ਹੋਈ ਹੈਗੀ ਆ, ਉਹਨਾਂ ਦੇ ਕਤਲ ਦੇ ਵਿੱਚ ਜਿਹੜੀ ਇਰਾਨੀਅਨ ਗਵਰਨਮੈਂਟ ਹੈ ਉਹਨਾਂ ਨੇ ਦੋਸ਼ੀ ਕਰਾਰ ਪਾਇਆ ਜੀ ਟਰੰਪ ਸਾਹਿਬ ਨੂੰ, ਤੇ ਇਹਨਾਂ ਨੂੰ ਸਮਨ ਜਾਰੀ ਕਰ ਦਿੱਤੇ ਨੇ, ਜਿਹੜੇ ਕਿ ਹੈ ਤਾਂ ਸਿੰਬੋਲਿਕ ਹੀ ਨੇ ਜੀ, ਪਰ ਇਹਨਾਂ ਨੂੰ ਇੱਕ ਤਮਗਾ ਹੋਰ ਮਿਲ ਗਿਆ ਜੀ। ਹੋਰ ਕੀ ਹੈ, ਉਹਨਾਂ ਨੇ ਇਸ ਗੱਲ ਦਾ ਜ਼ਰੂਰ ਕੀਤਾ ਕਿਉਂਕਿ ਟਰੰਪ ਨੇ ਕਿਹਾ ਸੀਗਾ ਇਸ ਚੀਜ਼ ਦਾ ਹੁਕਮ ਮੈਂ ਦਿੱਤਾ ਇਹ ਗੱਲ ਕਰਨ ਦਾ ਜੀ। ਯੂਕੇ 'ਚ ਵੀ ਵਿਰੋਧ ਹੋਣਾ ਸ਼ੁਰੂ ਹੋ ਚੁੱਕਿਆ ਕਿ ਇਹਨਾਂ ਨੂੰ ਹੁਣ ਆਉਣ ਦਿੱਤਾ ਜਾਵੇ ਜਾਂ ਨਾ ਆਉਣ ਦਿੱਤਾ ਜਾਵੇ। ਕੱਲ ਆਪਾਂ ਸਕਾਟਲੈਂਡ ਦੀ ਗੱਲ ਕੀਤੀ ਸੀ ਕਿ ਉੱਥੇ ਤਾਂ ਗੋਲਫ ਖੇਡਣ ਨਹੀਂ ਜਾ ਸਕਦੇ, ਹੁਣ ਯੂਕੇ ਵਿੱਚ ਵੀ ਉਹਨਾਂ ਦੇ ਵਿਰੋਧ ਵਿੱਚ ਸੁਰ ਉੱਠਣੇ ਸ਼ੁਰੂ ਹੋ ਗਏ ਨੇ। ਬਿਲਕੁਲ ਤਰਨ, ਗੱਲ ਹੈਗੀ ਉਹ ਆ ਕਿ ਪ੍ਰੀਤੀ ਪਟੇਲ ਜਿਹੜੇ ਕਿ ਉੱਥੋਂ ਦੇ ਹੋਮ ਮਿਨਿਸਟਰ ਨੇ, ਉਹਨਾਂ ਨੇ ਟਰੰਪ ਸਾਹਿਬ ਦੇ ਬਾਰੇ ਜੋ ਕੁਛ ਗੱਲਾਂ ਕੀਤੀਆਂ ਨੇ, ਉਹ ਕਹਿੰਦੇ ਵੀ ਜੋ ਕੁਛ ਵੀ ਹੋਇਆ ਇਹ ਠੀਕ ਨਹੀਂ ਹੋਇਆ, ਗਲਤ ਗੱਲਾਂ। ਕਾਲ ਲੈ ਲਓ ਪਹਿਲਾਂ ਆਪਾਂ। ਹਾਂਜੀ, ਕਾਲ ਲੈ ਲਈਏ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਸਚਦੇਵਾ ਜੀ, ਸਤਿ ਸ਼੍ਰੀ ਅਕਾਲ। ਮੈਂ ਜਿੱਦਾਂ ਸਚਦੇਵਾ ਹੈਮਿਲਟਨ ਤੋਂ। ਹਾਂਜੀ ਸਚਦੇਵਾ ਜੀ, ਤੁਸੀਂ ਕਹਿ ਰਹੇ ਹੋ ਅਗਰ ਟਰੰਪ ਤੇ ਕਾਰਵਾਈ ਹੋਈ, ਉਹਦੀ ਇਨਵੈਸਟੀਗੇਸ਼ਨ ਹੋਈ, ਤੇ ਖਾਲੀ ਟਰੰਪ ਨਹੀਂ ਮੋਦੀ ਸਾਹਿਬ ਵੀ ਨਾਲ ਫਸਣਗੇ। ਟਰੰਪ ਸਾਹਿਬ ਦਾ ਜਿਹੜਾ ਟਰੰਪ ਟਾਵਰ ਬਣ ਗਿਆ ਗੁੜਗਾਉਂ ਵਿੱਚ, ਉਹਦੀ ਜ਼ਮੀਨ ਸਾਰੇ ਰੂਟ ਐਪਲੀਕੇਸ਼ਨ ਸਾਈਟ ਤੇ ਕਰਕੇ ਦਿੱਤੀ ਗਈ ਔਰ ਵਿਕ ਵੀ ਗਿਆ ਵਨ ਸਾਰੇ ਉਹਦੇ ਅਪਾਰਟਮੈਂਟ, ਤੇ ਉਹਦੀ ਵੀ ਕਾਰਵਾਈ ਫਿਰ ਮੋਦੀ ਤੱਕ ਉਹਦੀ ਗਰਮੀ ਪਹੁੰਚੇਗੀ। ਇਹਦੇ ਉੱਤੇ ਕਾਰਵਾਈ ਹੋਈ। ਇਟਸ ਮਾਈ ਓਪੀਨੀਅਨ ਜੀ। ਸ਼ੁਕਰੀਆ ਜੀ, ਥੈਂਕ ਯੂ ਜੀ। ਵੈਸੇ ਮੈਂ ਥੋੜਾ ਜਿਹਾ ਓਪੀਨੀਅਨ ਆਪਦਾ ਵੀ ਦੇ ਦਿੰਦਾ ਜੀ। ਇੰਡੀਆ ਦੇ ਵਿੱਚ ਮੈਂ ਹੁਣ ਦੇ ਪੋਲੀਟੀਸ਼ੀਅਨਸ ਦੀ ਗੱਲ ਕਰ ਰਿਹਾ, ਉਦੋਂ ਪਹਿਲੀ ਸਰਕਾਰ, ਉਦੋਂ ਪਹਿਲੀ ਸਰਕਾਰ, ਉਦੋਂ ਪਹਿਲੀ ਸਰਕਾਰ, ਪੋਲੀਟੀਸ਼ੀਅਨਸ ਦੇ ਉੱਤੇ ਦੋਸ਼ ਲੱਗਦੇ ਰਹੇ ਨੇ। ਪੋਲੀਟੀਸ਼ੀਅਨਸ ਨੂੰ ਪਹਿਲਾਂ ਤਾਂ ਕੋਰਟ 'ਚ ਮਾੜਾ ਮੋਟਾ ਲੈ ਜਾਂਦੇ ਸੀ। ਹੁਣ ਜੇ ਮੋਦੀ ਸਰਕਾਰ ਹੀ ਕਹਿ ਰਹੀ ਹੈ ਵੀ ਜਦੋਂ ਇਲੈਕਸ਼ਨ ਸੀਗੀ ਵਾਡਰਾ ਦੇ ਉੱਤੇ ਬਹੁਤ ਦੋਸ਼ ਲੱਗੇ ਹੋਏ ਸੀ, ਠੀਕ ਹੈ, ਪ੍ਰਿਯੰਕਾ ਦੇ ਘਰ ਵਾਲੇ ਰੋਬਰਟ ਵਾਡਰਾ ਜੀ, ਹਾਂਜੀ, ਦੋਸ਼ ਲੱਗੇ ਸੀਗੇ, ਹੋਰਾਂ ਤੇ ਵੀ ਲੱਗੇ ਸੀਗੇ, ਕੁਛ ਹੋਇਆ ਨਹੀਂ ਹੋਇਆ। ਐਵੇਂ ਕੱਲ ਨੂੰ ਮੋਦੀ ਸਾਹਿਬ ਚਲੇ ਜਾਂਦੇ ਆ, ਪਤਾ ਨਹੀਂ ਕਿੰਨੀ ਦੇਰ ਰਹਿਣਾ ਇਹਨਾਂ ਨੇ, ਕੱਲ ਨੂੰ ਜਾਂਦੇ ਆ 2 ਸਾਲ ਨੂੰ, 10 ਸਾਲ ਨੂੰ, 15 ਸਾਲਾਂ ਨੂੰ, ਜਦੋਂ ਵੀ ਜਾਂਦੇ ਨੇ। ਤੁਹਾਡੇ ਕੇ ਮਤਲਬ ਇਹ ਤੇ ਕੋਈ ਕੈਸੇ ਰਹੇਗਾ? ਮੇਰਾ ਖਿਆਲ ਨਹੀਂ ਹੈ ਜੀ। ਅਗਲੀ ਹੋਰ ਗੱਲ ਦੇਖੋ, ਜਿਹੜੀ ਪਹਿਲੀ ਸਰਕਾਰ ਹੈ ਉਸ ਤੋਂ ਬਾਅਦ ਜਿਹੜੀ ਸਰਕਾਰ ਆਉਂਦੀ ਹੈ ਉਹਦਾ ਉਦੋਂ ਲੈਵਲ ਕਰਪਸ਼ਨ ਦਾ ਵੱਧ ਜਾਂਦਾ ਹੈ। ਜਿਹੜੀ ਅਗਲੀ ਆਏਗੀ ਉਹਦਾ ਉਦੋਂ ਵੱਧ ਜਾਂਦਾ। 2G ਸਪੈਕਟਰਮ ਹੁੰਦਾ ਸੀ, ਹੁਣ ਅੱਗੇ ਵਧੀ ਜਾ ਰਿਹਾ, ਉਹਦਾ ਉਦੋਂ ਵੱਧਦਾ, ਇਹ ਉੱਪਰ ਨੂੰ ਹੀ ਜਾ ਰਿਹਾ। ਇਹ ਇਉਂ ਹੈ, ਇਹਨਾਂ ਦਾ ਆਪਸ ਵਿੱਚ ਮੁਕਾਬਲਾ ਹੈ ਬਈ ਮੈਂ ਪਹਿਲੇ ਨਾਲੋਂ ਪਿੱਛੇ ਨਾ ਰਹਿ ਜਾ, ਉਦੋਂ ਵੱਧ ਕੰਮ ਕਰਕੇ। ਜਦੋਂ ਤੱਕ ਮੈਨੂੰ ਯਾਦ ਆ, ਮੈਂ ਆਪਣੀ ਸੁਰਤ 'ਚ ਸੁਣਿਆ ਸੀ ਤਾਂ ਕਦੇ ਉਦੋਂ ਸੁਣਦੇ ਹੁੰਦੇ ਸੀ ਵੀ ਕਿ ਲਾਲੂ ਪ੍ਰਸਾਦ ਯਾਦਵ ਤੇ ਕੋਈ ਚਾਰਾ ਘੁਟਾਲਾ ਲੱਗਿਆ ਸੀ। ਹੁਣ ਤਾਂ ਹਰ ਰੋਜ਼ ਹਰ ਪੋਲੀਟੀਸ਼ੀਅਨ ਤੇ ਕੋਈ ਨਵੇਂ ਘੁਟਾਲੇ ਦਾ ਦੋਸ਼ ਲੱਗਦਾ ਹੈ, ਤੇ
ਇੱਕ ਤਰ੍ਹਾਂ ਨਾਲ ਡਿਗਰੀ ਹੋ ਗਈ ਹੈ ਕਿ ਤੁਹਾਡੇ ਕੋਲ ਦੋਸ਼ ਲੱਗਿਆ ਤਾਂ ਤੁਸੀਂ ਪੋਲਿਟਿਕਸ ਵਿੱਚ ਆ ਸਕਦੇ ਹੋ। ਇਹ ਸਹੀ ਗੱਲ ਆ। ਔਰ ਬੀਜੇਪੀ ਨੇ ਕੁਝ ਇਹਨੂੰ ਹੋਰ ਵੱਡੇ ਲੈਵਲ ਤੇ ਲੈ ਗਈ ਹੈ ਕਿ ਜਿਹੜੇ ਕਿਸੇ ਨੇ ਕੋਈ ਹੋਰ ਗੱਲਬਾਤ ਕੀਤੀ ਹੈ, ਪੁੱਟ-ਸਿੱਧ ਕੀਤਾ, ਕਤਲ ਕੀਤਾ ਜਾਂ ਕੁਛ ਹੋਰ, ਤੁਹਾਡੇ ਤੇ ਬਹੁਤ ਵੱਡੇ ਦੋਸ਼ ਲੱਗੇ ਨੇ, ਤੁਸੀਂ ਬੀਜੇਪੀ ਵਿੱਚ ਆ ਜਾਓ, ਪਰਨਾ ਤੁਹਾਡੇ ਗਲ ਚ ਪਾਤਾ, ਤੁਸੀਂ ਬੀਜੇਪੀ ਦੇ ਮੈਂਬਰ ਬਣ ਗਏ, ਸਭ ਕੁਝ ਸਾਫ਼। ਇਹਨਾਂ ਨੇ ਇਹ ਸਟੈਂਡਰਡ ਸੈੱਟ ਕਰਤਾ। ਨੈਕਸਟ ਸਰਕਾਰ ਆਏਗੀ, ਮੇਰੀ ਗੱਲ ਯਾਦ ਰੱਖਿਓ, ਉਹਨਾਂ ਦਾ ਇਦੋਂ ਵੀ ਵਰਸ ਹੋਏਗਾ। ਇਹ ਅਨਲੈਸ ਕੋਈ ਪ੍ਰਮਾਤਮਾ ਮਿਹਰ ਕਰਦਾ ਹੈ, ਕੋਈ ਰਾਜਾ ਹਰੀਸ਼ ਚੰਦਰ ਆ ਜਾਂਦਾ ਹੈ, it's going to be different. Otherwise it doesn't look like the precedent has been set from so many years and every next government ਜਿਹੜੀ ਆਉਂਦੀ ਆ ਉਹ ਪਹਿਲੀ ਨਾਲੋਂ ਉਦੋਂ ਵੱਡਾ ਕੰਮ ਕਰਦੀ ਆ, ਵੱਡਾ ਕਾਰਨਾਮਾ ਕਰਦੀ ਹੈ। ਪਰਮਾਤਮਾ ਜੇ ਵੀ ਉਹਨੇ ਦੀ ਚਿੜੀ ਹੈ, ਇੰਨਾ ਕੁਝ ਬਾਹਰ ਜਾ ਰਿਹਾ ਤਾਂ ਵੀ ਕੰਮ ਚੱਲ ਰਿਹਾ। ਬਿਲਕੁਲ ਸਰ, ਉਧਰ ਕੱਲ ਜਿਹੜਾ ਇਨਸੀਡੈਂਟ ਹੋਇਆ ਅਮਰੀਕਾ ਦੇ ਵਿੱਚ, ਉਹਦੇ ਵਿੱਚ ਸਭ ਤੋਂ ਪਹਿਲਾਂ ਸਟੇਟਮੈਂਟ ਅਸੀਂ ਗੱਲ ਕਰੀਏ ਤਾਂ ਉਹਨਾਂ ਦੇ ਗੁਆਂਢੀ ਮੁਲਕ ਯਾਨੀ ਕਿ ਕੈਨੇਡਾ ਵੱਲੋਂ ਹੀ ਆਈ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਗੱਲ ਕਰ ਲਈਏ, ਓਪੋਜੀਸ਼ਨ ਦੇ ਲੀਡਰ ਦੀ ਗੱਲ ਕਰੀਏ ਮਿਸਟਰ ਟੂਲ ਦੀ, ਜਾਂ ਫਿਰ ਗੱਲ ਕਰ ਲਈਏ ਜਗਮੀਤ ਸਿੰਘ ਦੀ, ਗ੍ਰੀਨ ਦੀ ਜਿਹੜੀ ਸਾਬਕਾ ਲੀਡਰ ਦੀ ਗੱਲ ਕਰ ਲਈਏ, ਸਭ ਨੇ ਇਸ ਮਾਮਲੇ ਦੇ ਉੱਤੇ ਜਿਹੜਾ ਆ ਨਿਖੇਧੀ ਕੀਤੀ ਹੈ, ਇਸ ਮਾਮਲੇ ਦੀ ਨਾਲ ਡੈਮੋਕ੍ਰੇਸੀ ਦੀ ਗੱਲ ਕੀਤੀ ਆ। ਪਰ ਮਿਸਟਰ ਟਰੂਡੋ ਇਸ ਮਾਮਲੇ ਨੂੰ ਲੈ ਕੇ ਕਾਫੀ ਟ੍ਰੋਲ ਵੀ ਹੋਏ ਨੇ। ਹਾਂ ਤਰਨ, ਗੱਲ ਆ ਜਿਹੜੀ ਜਗਮੀਤ ਹੋਣਾ ਨੇ ਇਲੈਕਸ਼ਨ ਵੇਲੇ ਗੱਲ ਕੀਤੀ ਸੀ, ਉਹ ਮੈਨੂੰ ਬੜੀ ਠੀਕ ਨਹੀਂ ਸੀ ਲੱਗੀ ਵੀ ਟਰੰਪ ਸਾਨੂੰ ਵੋਟ ਨਾ ਪਾਏ। ਉਹਨਾਂ ਨੇ ਗੱਲ ਕੀਤੀ ਸੀ ਦੈਟ ਸ਼ੁਡਨਟ ਬੀ ਡਨ। ਜਿਹੜੀ ਹੁਣ ਉਹਨਾਂ ਨੇ ਕੀਤੀ ਹੈ ਬਲੈਕ ਲਾਈਵਜ਼ ਵਾਲੀ, ਦੈਟਸ ਅ ਗੁੱਡ ਥਿੰਗ। ਜਿਹੜੀ ਟਰੂਡੋ ਸਾਹਿਬ ਦੇ ਉੱਤੇ, ਹੁਣ ਟਰੂਡੋ ਸਾਹਿਬ ਦੇ ਉੱਤੇ ਜਿਹੜਾ ਟਰੋਲ ਹੋ ਰਿਹਾ ਜੀ, ਉਹ ਇਹ ਚੀਜ਼ ਹੈ ਕਿ ਵੀ ਖਾਲਿਸਤਾਨੀਆਂ ਦੇ ਹੱਕ 'ਚ ਬੋਲਦੇ ਹੋ ਅਤੇ ਹੁਣ ਤੁਸੀਂ ਕਹਿੰਦੇ ਹੋ ਜੇ ਇਹ ਗੱਲ ਉੱਥੇ ਹੋਈ ਹੈ ਤਾਂ ਇਹ ਡੈਮੋਕ੍ਰੇਸੀ ਦੇ ਉੱਤੇ ਹਮਲਾ, ਇਟਸ ਅ ਡਬਲ ਸਟੈਂਡਰਡ। ਹਾਂ ਟਰੋਲ ਕਰ ਰਹੇ ਜੀ ਲੋਕ, ਅਤੇ ਟਰੂਡੋ ਸਾਹਿਬ 'ਤੇ ਦੋਸ਼ ਲੱਗ ਰਹੇ ਨੇ, ਲੱਗਣਗੇ ਵੀ ਜੀ, ਕਿਉਂਕਿ ਇੰਡੀਆ ਦੇ ਵਿੱਚ ਹੋਰ ਗੱਲਾਂ ਹੋ ਗਈਆਂ ਨੇ। ਤਾਂ ਮੈਂ ਕੁਝ ਸੁਣਿਆ ਕਿ ਜਿਹੜੇ ਪਤਾ ਨਹੀਂ ਕੋਈ ਆਪਣੇ ਆਪ ਲਾ ਰਿਹਾ ਜਾਂ ਕੋਈ ਲਵਾ ਰਿਹਾ ਜਾਂ ਕੀ ਹੋ ਰਿਹਾ, ਉੱਥੇ ਕਿਸੇ ਟਰੈਕਟਰ ਦੇ ਉੱਤੇ ਕੈਨੇਡਾ ਦਾ ਝੰਡਾ ਲੱਗਿਆ। ਤੇ ਇਦਾਂ ਦਾ ਫਿਰ ਸਰ ਜਿਹੜੀ ਕੱਲ ਪ੍ਰੋਟੈਸਟ ਹੋਇਆ ਉੱਥੇ ਐਡੀ ਵੱਡੀ ਹਿੰਸਾ ਹੋਈ, ਉਹਦੇ ਵਿੱਚ ਤਾਂ ਇੰਡੀਅਨ ਫਲੈਗ ਦੀ ਵੀ ਖਬਰ ਸਾਹਮਣੇ ਆਈ ਹੈ ਕਿ ਉੱਥੇ ਇੰਡੀਅਨ ਫਲੈਗ ਵੀ ਝੂਲਦਾ ਦੇਖਿਆ ਗਿਆ। ਯੈਸ ਤਰਨ, ਉਹ ਇੰਡੀਅਨ ਫਲੈਗ ਦੀ ਆਈ ਜ਼ਰੂਰ ਆ, ਉਹ 100% ਕਨਫਰਮ ਨਹੀਂ ਹੋਈ ਹੈ। ਜੇ ਵਰੁਣ ਗਾਂਧੀ ਨੇ ਵੀ ਆਪਣੇ ਉਹਦੇ ਤੇ ਪੇਜ ਦੇ ਉੱਤੇ ਸ਼ੇਅਰ ਕੀਤਾ, ਉੱਥੋਂ ਦੇ ਪੋਲੀਟੀਸ਼ੀਅਨ ਜਿਹੜੇ ਆਪੋਜੀਸ਼ਨ ਦੇ ਨੇ, ਲੀਡਰਸ ਨੇ, ਉਹ ਵੀ ਆਪਣੇ ਉਹਦੇ ਉੱਤੇ ਸ਼ੇਅਰ ਕਰ ਰਹੇ ਨੇ। ਹਾਲਾਂਕਿ ਇਸ ਚੀਜ਼ ਦੀ ਨਿਖੇਧੀ ਕਰ ਰਹੇ ਆ ਕਿ ਇਹਦੇ ਵਿੱਚ ਭਾਰਤ ਨੂੰ ਕੋਈ ਵੀ ਸ਼ਾਮਿਲ ਨਹੀਂ ਹੋਣਾ ਚਾਹੀਦਾ, ਕੋਈ ਐਵੇਂ ਦੀ ਚੀਜ਼ ਨਹੀਂ ਕਰਨੀ ਚਾਹੀਦੀ। ਗੱਲ ਉਹੀ ਆ ਕਿ ਜੇ ਇੱਕ ਬੰਦੇ ਦੀ ਸੋਚ ਆ, ਕਿਸੇ ਨੇ ਐਵੇਂ ਦਾ ਕੋਈ ਚੀਜ਼ ਲਹਿਰਾ ਦਿੱਤੀ, ਉਹਨੂੰ ਤੁਸੀਂ ਮੈਜੋਰਟੀ ਪੂਰੀ ਭੀੜ ਦੀ ਸੋਚ ਨਹੀਂ ਕਹਿ ਸਕਦੇ। ਫਿਰ ਕੱਲ ਨੂੰ ਤਾਂ ਅਮਰੀਕਾ ਕਹਿੰਦਾ ਕਿ ਪ੍ਰੋਟੈਸਟ ਜਿਹੜਾ ਹੋਇਆ ਵਾ ਇਹ ਇੰਡੀਆ ਨੇ ਕਰਵਾਇਆ। ਫਿਰ ਇਸ ਤਰੀਕੇ ਨਾਲ ਜੇ 100 ਦੀ ਭੀੜ ਦੇ ਵਿੱਚੋਂ ਕਿਸੇ ਇੱਕ ਨੇ ਖਾਲਿਸਤਾਨ ਦਾ ਝੰਡਾ ਦੇਖ ਲਿਆ ਜਾਂ ਉੱਥੇ ਇੱਕ ਲਹਿਰਾ ਦਿੱਤਾ, ਇਟ ਡਜ਼ਨਟ ਮੀਨ ਕਿ ਇਹ ਪੂਰਾ ਖਾਲਿਸਤਾਨ ਹੀ ਬੈਠਾ ਉੱਥੇ। ਬਿਲਕੁਲ ਤਰਨ, ਸਹੀ ਗੱਲ ਹੈ। ਜਿਹੜਾ ਜੇ ਉੱਥੇ ਝੰਡਾ ਲਹਿਰਾਇਆ ਗਿਆ ਕੱਲ, ਜੋ ਕੁਛ ਹੋਇਆ ਉਹਦੇ ਵਿੱਚ ਕਿਸੇ ਇੰਡੀਵਿਜੂਅਲ ਨੇ ਕੀਤਾ, ਉਹਦੀ ਮਰਜ਼ੀ ਹੈਗੀ ਆ। ਇਵੇਂ ਹੀ ਖਾਲਿਸਤਾਨ ਦਾ ਜੇ ਕੋਈ ਇੱਥੇ ਆਪਣੇ ਇੱਥੇ ਮੁਜ਼ਾਹਰੇ ਹੋ ਰਹੇ ਨੇ, ਜੇ ਕੋਈ ਖਾਲਿਸਤਾਨ ਦਾ ਉੱਥੇ ਨਾਅਰਾ ਵੀ ਲਾਉਂਦਾ, ਖਾਲਿਸਤਾਨ ਦਾ ਕੋਈ ਝੰਡਾ ਵੀ ਚੱਕੀ ਫਿਰਦਾ, ਉਹ ਇੰਡੀਵਿਜੂਅਲ ਦੀ ਗੱਲ ਹੈਗੀ। ਜੇ ਕਿਸੇ ਨੇ ਦਿੱਲੀ ਵਾਲੇ ਜਿਹੜਾ ਹੁਣ ਚੱਲ ਰਿਹਾ ਹੈਗਾ ਅੰਦੋਲਨ, ਉਹਦੇ ਵਿੱਚ ਕਿਸੇ ਨੇ ਟਰੈਕਟਰ ਉੱਤੇ ਕੈਨੇਡਾ ਦਾ ਝੰਡਾ ਲਾ ਲਿਆ, ਉਹਦੀ ਇੰਡੀਵਿਜੂਅਲ ਦੀ ਮਰਜ਼ੀ ਆ। ਉਹਦਾ ਕੋਈ ਮਤਲਬ ਇਹ ਨਹੀਂ ਹੈ ਕਿ ਕੈਨੇਡੀਅਨ ਗਵਰਨਮੈਂਟ ਇਹ ਕਰਵਾਏ। ਜੇ ਇੱਥੋਂ ਦਾ ਕੋਈ ਪੋਲੀਟੀਸ਼ੀਅਨ ਜਿਹੜਾ ਕਿ ਇਲੈਕਟਡ ਵੀ ਹੈ ਨਹੀਂਗਾ, ਜੇ ਉਹ ਜਾ ਕੇ ਉੱਥੇ ਕੋਈ ਬਿਆਨਬਾਜ਼ੀ ਕਰ ਰਿਹਾ, ਉਹ 'ਚ ਇੱਥੋਂ ਦੀ ਸਰਕਾਰ ਦਾ, ਇੱਥੋਂ ਦੀ ਆਪੋਜੀਸ਼ਨ ਦਾ ਕੋਈ ਹੱਥ ਨਹੀਂ। ਉਹ ਇੰਡੀਵਿਜੂਅਲ ਦੀ ਮਰਜ਼ੀ ਹੈਗੀ ਆ। ਹਰੇਕ ਇੱਕ ਦੇ ਨਾਲ ਸਾਰਾ ਇਹਨੂੰ ਲਵੇੜ ਦੇਣਾ, ਇਹ ਬਹੁਤ ਗਲਤ ਮੈਂਟੈਲਿਟੀ ਹੈ। ਜਿਹੜਾ ਇੰਡੀਆ ਦੇ ਵਿੱਚ ਪ੍ਰੋਬਲਮ ਹੈਗੀ ਆ, ਜਿਹੜਾ ਸਰਕਾਰ ਪੱਖੀ ਮੀਡੀਆ, ਉਹ ਅਜਿਹੀਆਂ ਗੱਲਾਂ ਲੱਭਦਾ ਫਿਰਦਾ, ਔਰ ਉਹਨਾਂ ਨੂੰ ਇਹੋ ਜਿਹੀ ਕੋਈ ਚੀਜ਼ ਲੱਭ ਜੇ ਤਾਂ ਉਹ ਇਸ ਗੱਲ ਨੂੰ ਤੂੰ ਦਿੰਦੇ ਆ। ਅਦਰਵਾਈਜ਼ ਜਿਹੜਾ ਆਮ ਨੋਰਮਲ ਬੰਦਾ, ਨੋਰਮਲ ਸੋਚ ਵਾਲਾ ਬੰਦਾ, ਉਹਨੂੰ ਵੀ ਪਤਾ ਇਹ ਉੱਥੇ ਜਾਣ ਕੇ ਹੋ ਰਿਹਾ, ਉਹ ਇਹਨਾਂ ਇਹ ਗੱਲਾਂ ਤੇ ਯਕੀਨ ਵੀ ਨਹੀਂ ਕਰਦੇ। ਬਿਲਕੁਲ ਗੱਲ ਉਹੀ ਹੈ ਕਿ ਜਿਨ੍ਹਾਂ ਨੇ ਇਹ ਟਰੋਲ ਕੀਤਾ ਆ ਉਹ ਵੀ PhD ਨੇ ਜੀ, ਉਹ ਕੋਈ ਇਹ ਨਹੀਂ ਹੈ ਕਿ ਮੋਨਿਕਾ ਨਾਮ ਹੈ ਜੀ ਉਹਨਾਂ ਦਾ, ਤੇ ਇੰਡੀਆ ਦੇ ਵਿੱਚ ਨੇ, PhD ਇੰਟਰਨੈਸ਼ਨਲ ਰਿਲੇਸ਼ਨਸ ਫਰੋਮ ਸਾਊਥ ਏਸ਼ੀਅਨ ਯੂਨੀਵਰਸਿਟੀ। ਤੁਸੀਂ ਇੰਟਰਨੈਸ਼ਨਲ ਰਿਲੇਸ਼ਨ ਦੀ ਗੱਲ ਕਰ ਰਹੇ ਹੋ ਤਾਂ ਤੁਹਾਨੂੰ ਇੰਨੀ ਸਮਝ ਹੋਣੀ ਚਾਹੀਦੀ ਆ। ਇੱਕ ਪਾਸੇ ਉਹਨਾਂ ਨੇ ਲਿਖਿਆ ਵਾ ਕਿ ਇੱਕ ਪਾਸੇ ਤੁਸੀਂ ਡੈਮੋਕ੍ਰੇਸੀ ਦੀ ਗੱਲ ਕਰ ਰਹੇ ਹੋ ਤਾਂ ਜਿਹੜਾ ਉੱਥੇ ਹੋਇਆ ਤੁਹਾਨੂੰ ਉਹ ਡੈਮੋਕ੍ਰੇਸੀ ਲੱਗ ਰਹੀ ਹੈ ਕਿ ਡੈਮੋਕ੍ਰੇਸੀ ਦਾ ਘਾਣ ਹੋ ਰਿਹਾ ਉੱਥੇ। ਦੂਜੇ ਪਾਸੇ ਤੁਸੀਂ ਜਿਹੜਾ ਇੰਡੀਆ 'ਚ ਪ੍ਰੋਟੈਸਟ ਚੱਲ ਰਿਹਾ ਉਹ ਵਾਲੇ ਖਾਲਿਸਤਾਨੀਆਂ ਨੂੰ ਤੁਸੀਂ ਸਪੋਰਟ ਕਰ ਰਹੇ ਹੋ, ਜਦਕਿ ਉੱਥੇ ਹੁਣ ਤੱਕ ਕੋਈ ਵੀ ਖਾਲਿਸਤਾਨ ਦਾ ਝੰਡਾ ਜਾਂ ਕੋਈ ਵੀ ਨਹੀਂ ਲਹਿਰਾਇਆ ਗਿਆ। ਬਿਲਕੁਲ ਐਸੀ ਕੋਈ ਗੱਲ ਵੀ ਹੈ ਨਹੀਂ ਗੀ। ਔਰ ਜੇ ਡੈਮੋਕ੍ਰੇਸੀ ਦੀ ਗੱਲ ਕਰੇ ਹੋ, ਡੈਮੋਕ੍ਰੈਟਿਕਲੀ ਉੱਥੇ ਕਈ ਲੱਖ ਬੰਦਾ ਪਿਛਲੇ 40 ਦਿਨਾਂ ਤੋਂ ਪ੍ਰੋਟੈਸਟ ਕਰ ਰਿਹਾ। ਐਂਡ ਦੇ ਆਰ ਟਾਕਿੰਗ ਅਬਾਊਟ ਵਾਇਲੈਂਸ, ਜਦਕਿ ਉੱਥੇ ਕੋਈ ਵਾਇਲੈਂਸ, ਉੱਥੇ ਪ੍ਰੋਟੈਸਟਰਸ ਦੇ ਵੱਲੋਂ ਤਾਂ ਕੋਈ ਵਾਇਲੈਂਸ ਹੀ ਨਹੀਂ ਕੀਤੀ ਗਈ। ਜੋ ਵੀ ਹੋਈ ਸੀ ਉਹ ਪੁਲਿਸ ਪ੍ਰਸ਼ਾਸਨ ਵੱਲੋਂ ਹੋਈ ਸੀ। ਬਿਲਕੁਲ, ਉਹ ਗੱਲ ਇਹੀ ਹੈ ਨਾ ਤਰਨ ਕਿ ਉਸ ਨੂੰ ਤਾਂ ਤੁਸੀਂ ਡੈਮੋਕ੍ਰੇਸੀ ਨਹੀਂ ਕਹਿ ਰਹੇ, ਤੁਸੀਂ ਉਹਨੂੰ ਤਾਂ ਕਹਿ ਰਹੇ ਹੋ ਵੀ ਕਈ
ਇਹ ਤਾਂ ਇਹ ਕਰੇ ਵੀ ਤੁਸੀਂ ਪਾਰਟੀ ਕਰਨ ਆਏ ਆ, ਇਹ ਪਿਕਨਿਕ ਕਰਨ ਆਏ ਹੋਏ ਆ। ਐਸੀਆਂ ਗੱਲਾਂ ਉੱਥੇ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਨੇ। ਔਰ ਤੁਹਾਨੂੰ ਠੀਕ ਆ, ਤੁਹਾਨੂੰ ਫੀਡ ਕੀਤਾ ਜਾਂਦਾ, ਤੁਹਾਨੂੰ ਬੋਟੀ ਸਿੱਟੀ ਜਾਂਦੀ ਆ, ਪਰ ਇਹਦਾ ਮਤਲਬ ਕੁਛ ਤਾਂ ਔਕਾਤ ਰੱਖੋ, ਕੁਛ ਤਾਂ ਕਿਸੇ ਤਾਂ ਲਿਮਟ ਦੇ ਵਿੱਚ ਰਹੋ, ਕੁਛ ਤਾਂ ਸੋਚੋ। ਜਿਹੜੇ ਬੰਦੇ ਉਹ ਜਾਨਾਂ ਨੇ, ਤੁਹਾਡੇ 'ਚ ਵੀ ਜਾਨ ਆ, ਉਹਨਾਂ 'ਚ ਵੀ ਜਾਨ ਹੈਗੀ, ਜਿਨ੍ਹਾਂ ਦੀਆਂ ਜਾਨਾਂ ਜਾ ਰਹੀਆਂ ਨੇ, ਗਾਰੇ 'ਚ ਬੈਠੇ ਆ ਇਸ ਵੇਲੇ, ਸਾਰੇ ਉਹਨਾਂ ਦੇ ਬਿਸਤਰੇ ਗਿੱਲੇ ਹੋਏ ਨੇ। ਕੀ ਕਰੋਗੇ? ਸਰਕਾਰ ਨੂੰ ਜ਼ਰੂਰ ਕੁਛ ਸੀਰੀਅਸਲੀ ਸੋਚਣਾ ਚਾਹੀਦਾ। ਇਹ ਨਹੀਂ ਹੈ ਕਿ ਸਿਰਫ ਕੈਨੇਡਾ ਦੇ ਪ੍ਰਧਾਨ ਮੰਤਰੀ ਤੇ ਕੁਝ ਇੰਡੀਅਨ ਟ੍ਰੋਲਰਸ ਨੇ ਟ੍ਰੋਲ ਕੀਤਾ, ਬਲਕਿ ਇੰਡੀਆ ਦੇ ਪ੍ਰਧਾਨ ਮੰਤਰੀ ਨੇ ਕੁਝ ਐਵੇਂ ਦੀ ਹੀ ਉਹਨਾਂ ਨੇ ਵੀ ਟਵੀਟ ਕੀਤਾ ਸੀ, ਜਿੱਤੇ ਇੰਡੀਅਨ ਲੋਕਾਂ ਨੇ ਵੀ ਕਾਫੀ ਉਹਨਾਂ ਨੂੰ ਟ੍ਰੋਲ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਜੋ ਉੱਥੇ ਹੋਇਆ ਉਹਦੀ ਅਸੀਂ ਨਿਖੇਧੀ ਕਰਦੇ ਹਾਂ ਯੂਐਸ ਦੇ ਵਿੱਚ, ਤੇ ਡੈਮੋਕ੍ਰੇਸੀ ਦਾ ਕਾਣ ਹੈ। ਸੋ ਲੋਕੀ ਉੱਥੇ ਕਹਿ ਰਹੇ ਨੇ ਕਿ ਤੁਹਾਨੂੰ ਯੂਐਸ ਦੀ ਇੰਨੀ ਚਿੰਤਾ ਹੋ ਰਹੀ ਹੈ, ਪਹਿਲਾਂ ਜਿਹੜਾ ਤੁਹਾਡੇ ਆਪਣੇ ਦੇਸ਼ ਦੇ ਵਿੱਚ ਡੈਮੋਕ੍ਰੇਸੀ ਦਾ ਕਾਣ ਹੋ ਰਿਹਾ ਉਹਦੇ ਵੱਲ ਵੀ ਥੋੜੀ ਜਿਹੀ ਸਿੰਪਲ ਜੀ ਗੱਲ ਹੈ ਤਰਨ, ਜਿਹੜਾ ਇਹਨਾਂ 3 ਕਾਨੂੰਨਾਂ ਦੀ ਗੱਲ ਹੀ ਕਰਨੇ ਆਪਾਂ, ਹੋਰ ਅੱਗੇ ਪਿੱਛੇ ਕੀ ਕਰਨ ਜਾਣਾ। ਇਹ 3 ਕਾਨੂੰਨ ਜਿਹੜੇ ਨਵੇਂ ਬਣਾਏ ਨੇ ਕਿਸਾਨਾਂ ਦੇ ਹੱਕ ਦੇ, ਜਿਹਨਾਂ ਕਿਸਾਨਾਂ ਨੂੰ ਅਮੀਰ ਕਰਨ ਦੀ ਸਕੀਮ ਹੈਗੀ ਆ, ਉਹ ਨੌਨ ਡੈਮੋਕ੍ਰੈਟਿਕਲੀ ਪਾਸ ਕੀਤੇ ਗਏ ਨੇ। ਕਿਉਂ? ਪਹਿਲਾਂ ਤਾਂ ਜਿਹੜਾ ਆਰਡੀਨੈਂਸ ਜਾਰੀ ਕੀਤਾ ਗਿਆ, ਆਰਡੀਨੈਂਸ ਜਾਰੀ ਉਦੋਂ ਕੀਤਾ ਜਾਂਦਾ ਜਦੋਂ ਕੋਈ ਨਾ ਕੋਈ ਐਮਰਜੈਂਸੀ ਹੋਵੇ, ਕੋਈ ਐਸੀ ਆਪਾਤਕਾਲੀਨ ਸਥਿਤੀ ਆ ਗਈ ਹੈ ਤੇ ਪਾਰਲੀਮੈਂਟ ਉਸ ਵੇਲੇ ਬੈਠੀ ਨਹੀਂ, ਕਾਨੂੰਨ ਪਾਸ ਕਰਨਾ, ਕੋਈ ਕਾਨੂੰਨ ਚਾਹੀਦਾ, ਕੋਈ ਉਹਦੇ ਵਾਸਤੇ ਕਰਿਆ ਕੀ ਜਾਵੇ, ਆਰਡੀਨੈਂਸ ਜਾਰੀ ਕਰ ਦਿੰਦੇ। ਉਹ ਆਰਡੀਨੈਂਸ ਜਦੋਂ ਪਹਿਲੀ ਵਾਰੀ ਪਾਰਲੀਮੈਂਟ ਬਣਦੀ ਆ, ਉਹ ਫਿਰ ਕਾਨੂੰਨ ਬਣਦਾ, ਉਹ 'ਚ ਪਾਸ ਕਰਨਾ ਪੈਂਦਾ, ਡਿਬੇਟ ਹੁੰਦੀ ਆ, ਹੋ ਗਈ। ਫਿਰ ਉਹ ਜਿਹੜਾ ਬਿੱਲ ਆ ਉਹ ਰਾਜ ਸਭਾ ਜਾਣਾ ਹੁੰਦਾ, ਰਾਜ ਸਭਾ ਨੇ ਵੀ ਪਾਸ ਕਰਨਾ ਹੁੰਦਾ, ਜਾਂ ਵਾਪਸ ਕਰਨਾ ਹੁੰਦਾ ਜਾਂ ਪਾਸ ਕਰਨਾ ਹੁੰਦਾ। ਰਾਜ ਸਭਾ ਦੇ ਵਿੱਚ ਜਦੋਂ ਪਾਸ ਹੋਇਆ, ਜਿਹੜੇ ਹਿਸਾਬ ਦੇ ਵਿੱਚ ਪਾਸ ਹੋਇਆ, ਰਾਜ ਸਭਾ ਦਾ ਇੱਕ ਮੈਂਬਰ ਵੀ ਜੇ ਕਹਿ ਦਿੰਦਾ, ਕੋਈ ਵੀ ਮੈਂਬਰ ਕਹਿ ਦਿੰਦਾ ਜੀ ਇੱਥੇ ਵੋਟ ਹੋਣੀ ਚਾਹੀਦੀ ਹੈ, ਤੇ ਜੀ ਉੱਥੇ ਵੋਟ ਕਰਨੀ ਪੈਂਦੀ ਹੈ, ਉਹ ਹੋਈ ਨਹੀਂ। ਵੋਟ ਕਰਨ ਦਾ ਮੌਕਾ ਹੀ ਨਹੀਂ ਦਿੱਤਾ ਗਿਆ। ਇਹ ਡੈਮੋਕ੍ਰੇਸੀ ਕਿੱਥੋਂ ਆ ਗਈ? ਫਿਰ ਗੱਲ ਕਰਾਂਗੇ ਜੀ, ਦਰਸ਼ਕ ਇੱਕ ਜੁੜ ਗਏ ਨੇ। ਹੈਲੋ, ਹਾਂਜੀ ਤਰਨ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸਾਹਿਬ। ਤੁਹਾਨੂੰ ਵੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਰ ਜੀ, ਇੱਕੋ ਮਿਸਟਰ ਬਰਾਡ ਕੌਣ ਸੀ ਜਿਹੜੇ ਉੱਥੇ ਅੰਦੋਲਨ 'ਚ ਪਹੁੰਚੇ ਨੇ ਕੈਨੇਡਾ ਤੋਂ? ਉਹਨਾਂ ਦਾ ਵੀ ਬੜਾ ਵੀ ਉੱਥੇ ਦੇ ਓਪੋਜੀਸ਼ਨ ਲੀਡਰ ਇੱਥੇ ਆ ਕੇ ਹਿੱਸਾ ਲੈ, ਉਹਦੇ ਉੱਤੇ ਵੀ ਚੱਲਣਾ ਬਹੁਤ ਥੋੜਾ ਜਿਹਾ। ਅਸੀਂ ਜੀ ਥੈਂਕ ਯੂ ਜੀ, ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਹਾਂਜੀ ਥੈਂਕ ਯੂ ਜੀ, ਸੋ ਨਾਈਸ ਸਰ। ਵੈਸੇ ਆਪਾਂ ਕੱਲ ਅਸੀਂ ਕੱਲ ਜੀ ਇਸ ਪ੍ਰੋਗਰਾਮ 'ਚ ਗੱਲ ਕਰ ਹਟੇ ਹਾਂ। ਰਵਿੰਦਰ ਬਰਾੜ ਨੇ ਜੀ, ਉਹ ਇੱਥੋਂ ਰਮਨਦੀਪ ਸਿੰਘ ਟਰਾਂਸਪੋਰਟਰ ਨੇ, ਜੋ ਬੇਸਿਕਲੀ ਪਰ ਬਰੈਂਪਟਨ ਸਾਊਥ ਤੋਂ ਉਹ ਕੰਜ਼ਰਵੇਟਿਵ ਪਾਰਟੀ ਵੱਲੋਂ ਐਮਪੀ ਦੀ ਚੋਣ ਲੜੇ ਸੀ, ਜਿਹਦੇ ਵਿੱਚ ਉਹ ਹਾਰ ਗਏ ਸੀ। ਉਸ ਤੋਂ ਬਾਅਦ ਕੋਈ ਖਾਸ ਸਰਗਰਮ ਵੀ ਨਹੀਂ ਰਹੇ ਹੋ ਇਹਨਾਂ ਦੇ ਵਿੱਚ। ਹਾਂਜੀ, ਤੇ ਹੁਣ ਜਿਹੜੇ ਉੱਥੇ ਗਏ ਹੋਏ ਨੇ, ਉਹਨਾਂ ਨੇ ਕੁਝ ਮੀਡੀਆ ਦੇ ਵਿੱਚ ਆ ਕੇ ਖਬਰਾਂ, ਉਹਨਾਂ ਨੂੰ ਕਈ, ਹਾਲਾਂਕਿ ਮੀਡੀਆ ਆਊਟਲੈਟਸ ਨੂੰ ਪਤਾ ਹੈ, ਜਿਹਨੇ ਵੀ ਇਹ ਗੱਲ ਲਿਖੀ ਹੈ ਕਿ MP from Canada, he is not member parliament from Canada। ਉਹਨਾਂ ਨੇ ਇਲੈਕਸ਼ਨ ਲੜੀ ਆ, ਇੱਕ ਵਾਰੀ ਲੜੀ ਸੀ। ਕਈਆਂ ਨੇ ਉੱਤੇ ਆਪੋਜੀਸ਼ਨ ਲੀਡਰ ਵੀ ਲਿਖਿਆ, ਲੀਡਰ ਆਫ ਆਪੋਜੀਸ਼ਨ ਰਮਨਦੀਪ ਬਰਾੜ। ਹਾਂਜੀ, ਦੱਸੋ ਕਿ ਤੁਹਾਨੂੰ ਪਤਾ ਹੀ ਹੈ ਜਿਹੜਾ ਉਹ ਦੂਸਰੇ ਪਾਸੇ ਵਾਲਾ ਮੀਡੀਆ, ਉਹ ਅਜਿਹੀਆਂ ਗੱਲਾਂ ਕਰਦਾ, ਉਹਨੇ ਇਸ ਗੱਲ ਨੂੰ ਉਛਾਲਿਆ, ਹਾਲਾਂਕਿ ਕੋਈ ਐਸੀ ਗੱਲ ਹੈ ਨਹੀਂ ਜੀ। ਉਹ ਆਪਣੇ ਬੇਸ ਤੇ ਗਏ ਨੇ। ਕੱਲ ਅਸੀਂ ਇੱਕ ਗੱਲ ਨਾਲ ਹੋਰ ਵੀ ਕੀਤੀ ਸੀ, ਮੈਂ ਉਹਨੂੰ ਦੁਹਰਾ ਦਿੰਦਾ। ਅਸੀਂ ਜਿਹੜੇ ਫੋਰਨਰਸ ਨੇ, ਜਿਹੜੇ ਵੀਜ਼ਾ ਲੈ ਕੇ ਜਾਂਦੇ ਆ, ਸਾਨੂੰ ਉੱਥੇ ਮੇਰੇ ਖਿਆਲ ਕੋਈ ਵੀ ਵੀਜ਼ਾ ਇਹ ਇਜਾਜ਼ਤ ਨਹੀਂ ਦਿੰਦਾ ਕਿ ਉੱਥੇ ਜਾ ਕੇ ਅਸੀਂ ਪ੍ਰੋਟੈਸਟ ਕਰੀਏ। ਅਸੀਂ ਇੱਥੇ ਕਈ ਕਿਸਮ ਦੇ ਵੀਜ਼ੇ ਇਸ਼ੂ ਹੁੰਦੇ ਨੇ ਜੀ। ਜੇ ਤਰ੍ਹਾਂ ਤੁਸੀਂ ਕੋਈ ਇੰਟਰਵਿਊ ਕਰਨ ਵਾਸਤੇ ਵੀ ਜਾਣਾ, ਅਸੀਂ ਆਪਣੇ ਬੇਸ ਤੇ ਅਸੀਂ ਜੇ ਜਾਣਾ ਚਾਹੁੰਦੇ ਹਾਂ, ਐਜ਼ ਅ ਮੀਡੀਆ ਦੇ ਤੌਰ ਤੇ ਜਾਣਾ ਚਾਹੁੰਦੇ ਹਾਂ, ਤੇ ਉੱਥੇ ਜੇ ਅਸੀਂ ਮੀਡੀਆ ਦਾ ਕੰਮ ਕਰਨਾ ਤਾਂ ਸਾਨੂੰ ਡਿਫਰੈਂਟ ਟਾਈਪ ਆਫ ਵੀਜ਼ਾ ਲੈਣਾ ਪਏਗਾ। ਸਾਨੂੰ ਵਿਜ਼ਟਰ ਵੀਜ਼ਾ, ਜਿਹੜਾ ਪੇਰੈਂਟਸ ਨੂੰ ਮਿਲਣ ਜਾਣਾ, ਜਾਂ ਬਿਜ਼ਨਸ ਵਾਲਾ ਵੀਜ਼ਾ, that's a separate type of visa। ਇਹ ਨਹੀਂ ਪਤਾ ਬਰਾੜ ਸਾਹਿਬ ਕਿਹੜਾ ਵੀਜ਼ਾ ਲੈ ਕੇ ਗਏ ਨੇ, ਪਰ ਮੇਰਾ ਖਿਆਲ ਹੈ ਕੋਈ ਵੀ ਵੀਜ਼ਾ ਐਸਾ ਤੁਹਾਨੂੰ ਅਲਾਉ ਨਹੀਂ ਕਰਦਾ ਕਿ ਤੁਸੀਂ ਉੱਥੇ ਜਾ ਕੇ ਕਿਸੇ ਵੀ ਜਿਹੜਾ ਪ੍ਰੋਟੈਸਟ ਹੈ ਉਹਦੇ ਵਿੱਚ ਸ਼ਾਮਲ ਹੋ ਸਕੋ। ਤੁਸੀਂ ਇੱਥੋਂ ਦੇ ਬਸ਼ਿੰਦੇ ਹੋ, ਇੱਥੋਂ ਦੇ ਸਿਟੀਜ਼ਨ ਹੋ, ਇੱਥੇ ਪ੍ਰੋਟੈਸਟ ਕਰ ਸਕਦੇ ਹੋ, ਇੱਥੋਂ ਇੰਡੀਅਨ ਗਵਰਨਮੈਂਟ ਨੂੰ ਸੁਨੇਹਾ ਦੇ ਸਕਦੇ। ਬਿਲਕੁਲ ਸਰ, ਜਿਵੇਂ ਆਪਾਂ ਵਾਪਸ ਮੁੱਦੇ ਦੇ ਉੱਤੇ ਆਈਏ, ਜਿਸ ਤਰੀਕੇ ਨਾਲ ਇੱਥੇ ਪ੍ਰਧਾਨ ਮੰਤਰੀ ਸਾਹਿਬ ਵੀ ਟਰੋਲ ਹੋ ਰਹੇ ਨੇ, ਆਪਾਂ ਕਿਸਾਨੀ ਮੁੱਦੇ ਦੀ ਗੱਲ ਕਰੀਏ ਤਾਂ ਤੁਹਾਨੂੰ ਕੀ ਲੱਗ ਰਿਹਾ? ਹੁਣ ਸੁਪਰੀਮ ਕੋਰਟ ਨੇ ਇੱਕ ਹੋਰ ਇਹਦੇ ਵਿੱਚ ਜਿਹੜਾ ਕੱਲ ਨਵਾਂ ਉਹਨਾਂ ਨੇ ਬਿਆਨ ਜਾਰੀ ਹੋਇਆ ਸੁਪਰੀਮ ਕੋਰਟ ਦਾ, ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਹੁਣ ਕਰੋਨਾ ਵਾਇਰਸ ਦੇ ਮਾਮਲੇ ਫਿਰ ਵਧਣ ਲੱਗੇ ਨੇ ਤੇ ਯੂਕੇ ਤੋਂ ਇੱਕ ਨਵਾਂ ਜਿਹੜਾ ਇਸ ਵਕਤ ਸਟ੍ਰੇਨ ਸਾਹਮਣੇ ਆਇਆ, ਉਹਨਾਂ ਦਾ ਕਹਿਣਾ ਹੈ ਕਿ ਇਹ ਦੱਸਿਆ ਜਾਵੇ ਕਿ ਜਿਹੜੇ ਪ੍ਰਦਰਸ਼ਨ ਦੇ ਵਿੱਚ ਇਸ ਵਕਤ ਧਰਨਾਕਾਰੀ ਬੈਠੇ ਨੇ ਉੱਥੇ, ਉਹਨਾਂ ਦੀ ਸੁਰੱਖਿਆ ਲਈ ਕੀ ਇੰਤਜ਼ਾਮ ਕੀਤੇ ਗਏ ਨੇ? ਤਰਨ, ਇਹ ਦੋ ਗੱਲਾਂ, ਇਸ ਵਿੱਚ 2-3 ਗੱਲਾਂ ਚੱਲ ਪਈਆਂ ਨੇ। ਮੈਂ ਆਪਾਂ ਪਹਿਲੇ ਪ੍ਰੋਗਰਾਮ 'ਚ ਇਹ ਗੱਲ ਕੀਤੀ ਸੀ, ਇੱਕ ਆਪਣੇ ਨਾਨਕਸਰ ਸੰਪਰਦਾ ਦੇ ਇੱਕ ਬਾਬਾ ਜੀ ਨੇ, ਉਹਨਾਂ ਦੀ ਨਿਊਜ਼ ਹੁਣ ਆਈ ਹੈ, ਬਾਬਾ ਲੱਖਾ ਸਿੰਘ ਜੀ। ਹਾਂਜੀ, ਉਹਨਾਂ ਦੀ ਨਿਊਜ਼ ਇਹ ਆਈ ਹੈ ਕਿ ਉਹ ਜਿਹੜੇ ਤੋਮਰ ਸਾਹਿਬ ਨੇ ਉਹਨਾਂ ਨੂੰ ਮਿਲੇ ਨੇ, ਔਰ ਇਹ ਪਹਿਲੀ ਵਾਰੀ ਨਹੀਂ ਮਿਲੇ। ਪਹਿਲੀ ਵਾਰੀ ਦੀ ਖਬਰ ਆਈ ਨਹੀਂ ਮੀਡੀਆ ਦੇ ਵਿੱਚ, ਨਹੀਂ ਚਾਹੁੰਦੇ ਹੋਣਗੇ ਦੱਸਣੀ। ਕਈ ਵਾਰੀ ਗੱਲਾਂ ਜਿਹੜੇ ਛੋਟੇ ਲੈਵਲ ਤੇ ਹੁੰਦੀਆਂ ਨੇ ਵੀ ਪਤਾ ਨਹੀਂ ਸਿਰੇ ਲੱਗਣੀ ਕਿ ਨਹੀਂ ਲੱਗਣੀ, ਇਸ ਕਰਕੇ ਉਹ ਮੀਡੀਆ 'ਚ ਨਹੀਂ ਆਉਂਦੀ ਹੈ। 25 ਦਸੰਬਰ ਨੂੰ ਇਹਨਾਂ ਦੀ ਮੀਟਿੰਗ ਹੋਈ ਸੀ, ਹੁਣ ਫੇਰ ਮੀਟਿੰਗ ਹੋਈ ਹੈ, ਔਰ ਉਹ 'ਚ ਆਸ ਵੱਜੀ ਆ। ਉਹਨਾਂ ਨੇ ਬਿਆਨ ਜਿਹੜਾ ਦਿੱਤਾ, ਲੱਖਾ ਸਿੰਘ ਹੋਣਾ ਨੇ ਬਿਆਨ ਇਹ ਦਿੱਤਾ ਕਿ ਮੈਂ ਹੈ ਕਿਸਾਨਾਂ ਦੇ ਨਾਲ, ਤੇ ਪਰ ਚਾਹੁੰਦਾ ਕਿ ਇਹ ਕਿਸੇ ਹਿਸਾਬ ਦੇ ਵਿੱਚ ਸੋਲਵ ਹੋਵੇ।
ਉਹਨਾਂ ਦੇ ਮੁਤਾਬਕ ਕਹਿਣ ਦੇ ਮੁਤਾਬਕ ਇਹ ਜਿਹੜਾ ਸਹੀ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈਗੀ ਹੈ। ਉਹ ਮੀਟਿੰਗ ਦੇ ਵਿੱਚ ਸ਼ਾਇਦ ਅਗਲੀਆਂ ਹੋਰ ਮੀਟਿੰਗਸ ਵੀ ਹੋਣ। ਇੱਕ ਗੱਲ ਹੈ। ਦੂਜੀ ਗੱਲ, ਕੱਲ ਨੂੰ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਜਿੰਨੀਆਂ ਵੀ ਪਟੀਸ਼ਨਸ ਨੇ ਸਾਰੀਆਂ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਐਗਰੀ ਕੀਤਾ। ਉਹਨਾਂ 'ਚ ਇੱਕ ਪਟੀਸ਼ਨ ਇਹ ਵੀ ਹੈ ਜਿਹੜੀ ਕੋਵਿਡ ਦਾ ਲਿਆ ਗਿਆ ਹੈਗਾ। ਇਹ ਬੜੀ ਵੱਡੀ ਗੱਲ ਹੈ ਜੀ। ਜੇ ਸਰਕਾਰ ਇਹ ਕਹਿ ਦਿੰਦੀ ਹੈ ਕੋਵਿਡ ਕਰਕੇ ਤੁਸੀਂ ਇੱਥੇ ਨਹੀਂ ਬੈਠ ਸਕਦੇ, ਤੁਹਾਨੂੰ ਜਾਣਾ ਪਏਗਾ, ਦੈਨ ਦੇਰ ਇਜ਼ ਅ ਟਰਬਲ। ਕੀ ਜਿਹੜੇ ਅੰਦੋਲਨਕਾਰੀ ਨੇ ਉਹ ਜਾਣਾ ਚਾਹਣਗੇ? ਆਈ ਡਾਊਟ। ਮੇਰਾ ਨਹੀਂ ਖਿਆਲ ਹੈ ਕਿ ਜਾਣਗੇ। ਸਰਕਾਰ ਨੇ ਹੁਕਮ ਕਰ ਦਿੱਤਾ ਪਰ ਉਹ ਇਸ ਗੱਲ ਨੂੰ ਨਹੀਂ ਮੰਨਦੇ, ਫਿਰ ਸਰਕਾਰ ਲਾਗੂ ਕਿਵੇਂ ਕਰੇਗੀ? ਇਹਦੀ ਪ੍ਰੋਬਲਮ ਆਏਗੀ। ਸਰਕਾਰ ਜੇ ਲਾਗੂ ਕਰਨ ਲੱਗਦੀ ਹੈ ਤਾਂ ਸਖਤੀ ਹੋਏਗੀ, ਜੇ ਸਖਤੀ ਹੁੰਦੀ ਹੈ ਤਾਂ ਕੁਝ ਅਣਸੁਖਾਵੀ ਘਟਨਾ ਵੀ ਵਾਪਰ ਸਕਦੀ ਹੈ, ਜਿਹੜੀ ਸਰਕਾਰ ਹੁਣ ਤੱਕ ਨਹੀਂ ਕਰਨਾ ਚਾਹੁੰਦੀ। ਹਰਿਆਣਾ ਸਰਕਾਰ ਨੇ ਕੁਝ ਕੀਤਾ, ਮੇਰਾ ਖਿਆਲ ਹੈ ਸੈਂਟਰਲ ਸਰਕਾਰ ਨੇ ਸ਼ਾਇਦ ਕੁਝ ਨਹੀਂ ਕੀਤਾ। ਪਹਿਲਾਂ ਹੀ ਹੋਇਆ ਸੀ, ਹਰਿਆਣਾ ਸਰਕਾਰ ਨੇ ਵੀ ਅੱਜ ਕੁਝ ਦਿਨ ਪਹਿਲਾਂ ਜਿਹੜੀ ਅਥਰੂ ਗੈਸ ਸਿੱਟੀ ਗਈ ਹੈ ਰਾਜਸਥਾਨ ਵਾਲੀ ਸਾਈਡ ਵੀ, ਰੇਵਾੜੀ ਦੇ ਕੋਲੇ ਜਿਹੜੀ ਹੋਈ ਹੈ, ਉਹ ਹਰਿਆਣਾ ਸਰਕਾਰ ਵੱਲੋਂ ਇਹ ਕੀਤਾ ਗਿਆ ਹੈਗਾ। ਜਦੋਂ ਸਖਤੀ ਹੋਏਗੀ ਤਾਂ ਕੋਈ ਨੁਕਸਾਨ ਹੋਏਗਾ। ਜਿਹੜੀ ਕਿ ਕੇਂਦਰ ਸਰਕਾਰ, ਮੇਰਾ ਨਹੀਂ ਖਿਆਲ ਹੈ ਕਿ ਉਹ ਚਾਹੁੰਦੀ ਹੈ ਕਿ ਕਿਸੇ ਕਿਸਮ ਦਾ ਵੀ ਨੁਕਸਾਨ ਹੋਵੇ, ਕਿਉਂਕਿ ਇਹਦੇ ਉੱਤੇ ਪੋਲੀਟੀਕਲ ਫਿਊਚਰ ਬਹੁਤ ਡਿਪੈਂਡ ਕਰਦਾ। ਜੇ ਕੋਈ ਅਣਸੁਖਾਵੀ ਘਟਨਾ ਵਾਪਰ ਜਾਂਦੀ ਹੈ ਤਾਂ ਕੇਂਦਰ ਸਰਕਾਰ ਦੇ ਉੱਤੇ ਬਹੁਤ ਵੱਡਾ ਦੋਸ਼ ਲੱਗਦਾ। ਇਹ ਕੋਈ ਜ਼ਰੂਰੀ ਨਹੀਂ ਹੈ ਦੋਨਾਂ ਪਾਸਿਆਂ ਤੇ, ਦੋਨੇ ਪਾਸੇ ਸਮਝਦੇ ਅਸੀਂ ਜਿੱਤੇ ਹੋਏ ਹਾਂ। ਇਹ ਪਤਾ ਨਹੀਂ ਕੋਈ ਘਟਨਾ ਵਾਪਰ ਜਾਂਦੀ ਹੈ ਤਾਂ ਦੋਨੇ ਪਾਸੇ ਹਾਰ ਸਕਦੇ ਨੇ। ਇਹ ਕੋਈ ਨਹੀਂ ਕਹਿ ਸਕਦਾ ਵੀ ਕਿਹੜਾ ਜਿੱਤ ਗਿਆ ਕਿਹੜਾ ਹਾਰ ਗਿਆ। ਯੂ ਨੈਵਰ ਨੋ। ਤਾਂ ਸਰਕਾਰ ਕਦੇ ਵੀ ਨਹੀਂ ਇਹ ਚਾਹੇਗੀ, ਮੇਰਾ ਖਿਆਲ ਹੈ, ਕਿ ਕਿਤੇ ਸਖਤੀ ਕੀਤੀ ਜਾਵੇ, ਕੁਝ ਹੋਰ ਕੀਤਾ ਜਾਵੇ, ਫਿਰ ਕੀ ਹੋਏਗਾ। ਬਿਲਕੁਲ ਸਰ। ਨਾਲੇ ਇਹਦੇ ਨਾਲ ਹੀ ਕੱਲ ਇੱਕ ਟਰੈਕਟਰ ਜਿਹੜਾ ਆ ਮਾਰਚ ਵੀ ਕੱਢਿਆ ਗਿਆ, ਇੱਕ ਟ੍ਰੇਲਰ ਸਾਬਿਤ ਕੀਤਾ ਗਿਆ। ਕਹਿੰਦੇ ਕਿ ਕੋਸ਼ਿਸ਼ ਕੀਤੀ ਗਈ ਹੈ ਦਿਖਾਉਣ ਦੀ ਕਿ 26 ਜਨਵਰੀ ਨੂੰ ਕੀ ਹੋ ਸਕਦਾ, ਕਿੱਡਾ ਵੱਡਾ ਇਹ ਮਾਰਚ ਨਿਕਲ ਸਕਦਾ ਆ। ਸੋ ਉਹਦੇ ਬਾਰੇ ਵੀ ਮੈਂ ਚਾਹੂੰਗੀ ਜ਼ਰੂਰ ਜਾਣਨਾ ਪਾਇਆ ਜਾਵੇ, ਕਿੰਨਾ ਕੁ ਕਾਮਯਾਬ ਨਜ਼ਰ ਆਇਆ, ਕਿੰਨਾ ਕਿ ਗਵਰਨਮੈਂਟ ਨੂੰ ਪ੍ਰੈਸ਼ਰਾਈਜ਼ ਕਰ ਸਕਦੇ ਨੇ। ਪਹਿਲਾਂ ਇੱਕ ਦਰਸ਼ਕ ਸਾਡੇ ਨਾਲ ਹੋ ਜੁੜ ਗਏ ਨੇ। ਹੈਲੋ। ਹਾਂਜੀ ਤਰਨ ਜੀ, ਜਿਹੜੇ ਮਾਨਯੋਗ ਸਾਡੀ ਸੁਪਰੀਮ ਕੋਰਟ ਹੈ ਜੀ, ਇਹਨੇ 2002 ਦੇ ਵਿੱਚ ਮੋਦੀ ਸਾਹਿਬ ਵਾਸਤੇ ਕਹਿੰਦੇ ਹੀਰੋ ਆਫ ਹੈਟਰਡ ਜੀ, ਹਾਂਜੀ, ਤੇ ਅਮਿਤ ਸ਼ਾਹ ਵਾਸਤੇ ਦੇਖਦੇ ਵਾਈ ਇਜ਼ ਦਿਸ ਮੈਨ ਸਟਿਲ ਫ੍ਰੀ ਜੀ। ਤੇ ਹੁਣ ਉਹੀ ਸੁਪਰੀਮ ਕੋਰਟ ਤੇ ਕਿਵੇਂ ਭਰੋਸਾ ਕੀਤਾ ਜਾ ਸਕੇ ਜੀ? ਸਹੀ ਗੱਲ ਹੈ, ਥੈਂਕ ਯੂ ਜੀ। ਤੇ ਇੱਕ ਜਿਹੜੇ ਆਪਣੇ ਸੰਤ ਬਾਬਾ ਲੱਖਾ ਸਿੰਘ ਜੀ ਨੇ, ਉਹਨਾਂ ਬਾਰੇ ਪਿਛਲੇ ਪ੍ਰੋਗਰਾਮ 'ਚ ਨੱਥ ਸਾਹਿਬ, ਉਹਦੇ ਵੀ ਸਾਡਾ ਵਿਚਾਰ ਦੱਸ ਦਿਓ ਜੀ, ਜਿਹੜੇ ਤੁਹਾਨੂੰ ਸਰੋਤਿਆਂ ਨੇ ਦੱਸਿਆ ਸੀ ਉਹਨਾਂ ਬਾਰੇ, ਉਹਦੇ ਉੱਤੇ ਵੀ ਤੁਸੀਂ ਦੱਸੋ, ਚਾਨਣਾ ਪਾਓ। ਥੈਂਕ ਯੂ ਜੀ, ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ। ਜੀ ਸਰ। ਦੇਖੋ, ਕੋਈ ਵੀ ਜਿਹੜੀ ਹੈਗੀ ਆ ਧਾਰਮਿਕ ਸ਼ਖਸੀਅਤ ਹੈ ਜੀ, ਹਰ ਇੱਕ ਦੇ ਉਹਦੇ ਬਾਰੇ, ਕਿਸੇ ਬਾਰੇ ਵੀ, ਮੇਰੇ ਬਾਰੇ 100 ਖਿਆਲ ਹੋਣਗੇ, ਤੁਸੀਂ ਕੁਛ ਹੋਰ ਤੁਹਾਡੇ ਵਿਚਾਰ ਹੋਣਗੇ, 2 ਸਾਲ ਤੋਂ ਕੁਛ ਹੋਰ ਹੋ ਸਕਦੇ ਆ। ਕੋਈ ਐਸੀ ਗੱਲ ਨਹੀਂ, ਹਰੇਕ ਬਾਰੇ ਇੰਡੀਪੈਂਡੈਂਟਲੀ ਅਸੀਂ ਸੋਚਦੇ ਹਾਂ, ਇੰਡੀਪੈਂਡੈਂਟਲੀ ਸਮਝਦੇ ਹਾਂ। ਪਰ ਗੱਲ ਇਉਂ ਹੈ, ਚਾਹੇ ਮੈਂ ਕਹਿੰਦਾ ਜੀ ਕੋਈ ਥਰਡ ਪਰਸਨ, ਚੌਥਾ, ਮੈਂ ਪਿਛਲੇ ਪ੍ਰੋਗਰਾਮ 'ਚ ਇਹ ਵੀ ਗੱਲ ਕੀਤੀ ਸੀ, ਚਾਹੇ ਕੋਈ ਵਿਦੇਸ਼ ਦਾ ਚੀਫ ਮਿਨਿਸਟਰ, ਕੋਈ ਫੋਰਨ ਮਿਨਿਸਟਰ, ਕੋਈ ਪ੍ਰਾਈਮ ਮਿਨਿਸਟਰ ਆ ਜਾਵੇ ਜਿਹੜਾ ਇਹ ਗੱਲ ਨੂੰ ਨਿਬੇੜ ਸਕੇ। ਹੁਣ ਹਾਲਤ ਇਹ ਹੋ ਗਈ ਹੈ ਕਿ ਦੋਨੇ ਤਰ੍ਹਾਂ ਬਿਲਕੁਲ ਫਸੀਆਂ ਹੋਈਆਂ। ਬਿਲਕੁਲ ਗੱਲ ਇਹੀ ਹੈ ਕਿ ਦੇਖੋ, ਉੱਥੇ ਦੀਪ ਸਿੱਧੂ ਆਇਆ ਤਾਂ ਉਹਨੂੰ ਵੀ ਕਿਹਾ ਗਿਆ RSS ਦਾ ਬੰਦਾ ਆ, ਜਾਂ ਫਿਰ ਉਹਨੂੰ ਕਿਹਾ ਗਿਆ ਕਿ ਖਾਲਿਸਤਾਨੀ ਸਮਰਥਕ ਹੈ, ਹਰ ਗੱਲ ਦੇ ਵਿੱਚ ਇਹ ਖਾਲਿਸਤਾਨ ਦੀ ਗੱਲ ਕਰਦਾ। ਚਾਹੇ ਲੱਖਾ ਸਿਧਾਣਾ ਦੀ ਗੱਲ ਕੀਤੀ ਜਾਵੇ ਕਿ ਇਹ ਪਹਿਲਾਂ ਜੇਲ੍ਹ ਤੱਕ ਕੱਟ ਚੁੱਕਿਆ ਤੇ ਹੁਣ ਸਮਾਜ ਸੇਵੀ ਬਣ ਰਿਹਾ। ਗੱਲ ਇਹ ਹੈ ਕਿ ਇਸ ਵਕਤ ਅੰਦੋਲਨ ਨੂੰ ਸਟਰੋਂਗ ਕਿਹਨਾਂ ਨੇ ਕੀਤਾ। ਦੂਜੀ ਗੱਲ ਹੈ ਕਿ ਅਖੀਰ ਦੇ ਵਿੱਚ ਨਿਬੇੜਨ ਦੇ ਵਿੱਚ ਕੌਣ ਸਹਾਈ ਹੋ ਰਿਹਾ। ਇੱਕ ਕਹਿੰਦੇ ਆ ਤਿਨਕੇ ਦਾ ਸਹਾਰਾ ਹੁੰਦਾ। ਸੋ ਗੱਲ ਐਂਡਲੇ ਮੂਵਮੈਂਟ ਦੇ ਉੱਤੇ ਮੈਟਰ ਇਹੀ ਕਰਦੀ ਹੈ ਕਿ ਕੌਣ ਆ ਕੇ ਸਪੋਰਟ ਕਰ ਰਿਹਾ ਤੇ ਕੌਣ ਆ ਕੇ ਮਾਮਲੇ ਨੂੰ ਇੱਥੇ ਹੀ ਜਿਹੜਾ ਆ ਉੱਥੇ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ। ਮੇਰਾ ਖਿਆਲ ਹੈ ਤਰਨ, ਜਿਹੜੀ ਹੁਣ ਲੱਖਾ ਸਿਧਾਣਾ ਕੰਟਰੋਵਰਸੀ ਹੈ ਐਂਡ ਦੀਪ ਸਿੱਧੂ ਕੰਟਰੋਵਰਸੀ ਸ਼ੁਰੂ ਹੋਈ ਹੈ, ਇਹ ਹੋਣੀ ਨਹੀਂ ਸੀ ਚਾਹੀਦੀ। ਕਿਉਂ? ਹਾਲਾਂਕਿ ਦੀਪ ਸਿੱਧੂ ਨੇ ਪਹਿਲ ਕੀਤੀ ਆ, ਉਹਨਾਂ ਨੇ ਇੱਕ ਲੈਟਰ ਜਿਹੜਾ ਲਿਖਿਆ ਵਾ ਕਿਸਾਨ ਜਥੇਬੰਦੀਆਂ ਨੂੰ ਕਿ ਹਰ ਕਿਸੇ ਦੀ ਸੁਣਨੀ ਚਾਹੀਦੀ ਹੈ ਤੇ ਪਹਿਲ ਮੈਂ ਕਰ ਰਿਹਾ ਵਾਂ ਤੁਹਾਡੇ ਨਾਲ ਗੱਲਬਾਤ ਕਰਕੇ ਕਿ ਏਕਤਾ ਜਿਹੜੀ ਹੈ ਇਸ ਦੇ ਵਿੱਚ ਇਹਦਾ ਮਜ਼ਬੂਤੀ ਰਹੀ ਹੈ, ਇਸ ਅੰਦੋਲਨ ਦੀ ਇਹੀ ਕਿ ਇੱਥੇ ਏਕਤਾ ਰਹੀ ਹੈ, ਇਸ ਏਕਤਾ ਨੂੰ ਅਖੰਡਿਤ ਨਾ ਕੀਤਾ ਜਾਵੇ ਤੇ ਉਹਨਾਂ ਨੇ ਪਹਿਲ ਵੀ ਕੀਤੀ ਆ। ਕੋਸ਼ਿਸ਼ਾਂ ਪੂਰੀਆਂ ਜਾਰੀ ਨੇ ਕਿ ਕਿਸੇ ਵੀ ਪ੍ਰਕਾਰ ਦੀ ਐਵੇਂ ਦੀ ਕੋਈ ਅਣਸੁਖਾਵੀਂ ਗੱਲ ਸਾਹਮਣੇ ਨਾ ਆਵੇ, ਕੋਈ ਆਪਸ 'ਚ ਟੁੱਟਬਾਜ਼ੀ ਦੀ ਗੱਲ ਸਾਹਮਣੇ ਨਾ ਆਵੇ। ਸੋ ਕੋਸ਼ਿਸ਼ਾਂ ਦੋਵੇਂ ਪਾਸਿਓਂ ਜਾਰੀ ਨੇ। ਗੱਲ ਇਹ ਆ ਕਿ ਆ ਕੇ ਬਸ ਮਾਮਲਾ ਹੁਣ ਨਿਬੜੇ ਕਿਸੇ ਇੱਕ ਗੱਲ ਦੇ ਉੱਤੇ। ਹੁਣ ਪ੍ਰੋਬਲਮ ਤਰਨ ਹੋ ਰਿਹਾ, ਦਿਸ ਇਜ਼ ਮਾਈ ਓਪੀਨੀਅਨ, ਇਹ ਜ਼ਰੂਰੀ ਨਹੀਂ ਹੈ ਕਿ ਮੇਰੇ ਨਾਲ ਕੋਈ ਵੀ ਸਹਿਮਤ ਹੋਵੇ। ਰੌਲਾ ਚਾਹੇ ਕੁਛ ਵੀ ਹੈ, ਅੰਦਰੋਂ ਲੀਡਰਸ਼ਿਪ ਦਾ ਹੀ ਹੈ। ਹਰ ਕੋਈ ਇਸ ਵੇਲੇ ਚਾਹੁੰਦਾ ਹੈ, ਸਾਰੀਆਂ ਜਥੇਬੰਦੀਆਂ ਚਾਹੇ ਉਹ ਕਿਹੜੇ ਲੈਵਲ ਤੇ ਹੈਗੇ ਨੇ, ਹਰੇਕ ਇਹ ਚਾਹੁੰਦਾ ਵੀ ਜਦੋਂ ਇਹ ਕੇਸ ਇਹ ਗੱਲ ਨਿਬੜਦੀ ਹੈ ਤਾਂ ਸਭ ਤੋਂ ਵੱਡਾ ਹੀਰੋ ਮੈਂ ਹੋਵਾਂ। ਕਿਉਂ? ਇਲੈਕਸ਼ਨਾਂ ਹੋਣੀਆਂ ਨੇ, ਤੁਹਾਨੂੰ ਤੁਹਾਡੇ ਕੋਲ ਬੜਾ ਵੱਡਾ ਵੋਟ ਬੈਂਕ ਇਸ ਵੇਲੇ ਤਿਆਰ ਹੋਇਆ ਹੈ। ਵੋਟ ਬੈਂਕ ਨਾਲੇ ਉਹ ਤਿਆਰ ਹੋਇਆ ਹੈ ਜਿਹੜਾ ਦੂਜੀਆਂ ਪਾਰਟੀਆਂ ਨਾਲੋਂ ਹਟ ਕੇ ਆਇਆ ਤੁਹਾਡੇ ਕੋਲੇ।
ਇਸ ਨੂੰ ਹਰੇਕ ਨੇ ਕੈਸ਼ ਕਰਨਾ। ਦਿਸ ਇਜ਼ ਪੋਲਿਟਿਕਸ ਐਜ਼ ਵੈਲ। ਇਹਦੇ ਵਿੱਚ ਹੁਣ ਚਾਹੇ ਕੁਛ ਵੀ ਹੈ, ਪਿਛਲੇ 40 ਦਿਨਾਂ ਤੋਂ 45 ਦਿਨਾਂ ਤੋਂ ਇਹ ਅੰਦੋਲਨ ਚੱਲ ਰਿਹਾ, ਉਹਦੇ ਵਿੱਚ ਪਿਛਲੇ ਕੁਛ ਦਿਨਾਂ ਤੋਂ ਲੱਖਾ ਸਿਧਾਣਾ ਐਂਡ ਦੀਪ ਸਿੱਧੂ ਇਹ ਦੋਨਾਂ ਦੇ ਨਾਂ ਦੁਬਾਰੇ ਆਉਣ ਲੱਗੇ ਨੇ। ਉਦੋਂ ਪਹਿਲੇ ਦਿਨਾਂ 'ਚ ਇਹਨਾਂ ਦੇ ਨਾਂ ਨਹੀਂ ਆਏ, ਠੀਕ ਹੈ। ਜੇ ਇਹ ਦੋਨੇ ਵੀ ਇਹ ਚਾਹੁੰਦੇ ਹੋਣ ਵੀ ਇਹ ਸਾਰਾ ਕੁਝ ਸ਼ਾਂਤੀ ਰਹਿਣੀ ਚਾਹੀਦੀ, ਠੀਕ ਹੈ, ਦੇ ਹੈਵ ਡਨ ਗੁੱਡ ਜੌਬ ਸੋ ਫਾਰ, ਜੋ ਕੁਝ ਵੀ ਕੀਤਾ ਇਹਦੇ 'ਚ ਆਪਦੇ ਅੰਦੋਲਨ 'ਚ ਹਿੱਸਾ ਪਾ ਰਹੇ ਨੇ। ਸਿਆਣਪ ਇਹ ਬਣਦੀ ਹੈ ਇਸ ਵੇਲੇ ਕਿ ਚੁੱਪ ਰਿਹਾ ਜਾਵੇ, ਨਾਲ ਲੱਗ ਜਾਓ, ਠੀਕ ਹੈ, ਦੈਟਸ ਫਾਈਨ। ਬਾਅਦ 'ਚ ਜਦੋਂ ਤੁਸੀਂ ਆਪਦੇ ਮਸਲੇ ਸੋਲਵ ਕਰਨੇ ਉਹ ਬਾਅਦ 'ਚ ਕਰ ਲਿਓ। ਹੁਣ ਤੁਹਾਡਾ ਟਾਰਗੇਟ ਇੱਕ ਹੀ ਹੋਣਾ ਚਾਹੀਦਾ, ਉਹ ਟਾਰਗੇਟ ਨੂੰ ਪੂਰਾ ਕਰਨਾ ਚਾਹੀਦਾ। ਬਿਲਕੁਲ ਜੀ। ਗੱਲ ਕਰਾਂਗੇ, ਦਰਸ਼ਕ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਮੈਂ ਸੁਖਦੇਵ ਸਿੰਘ ਬੋਲ ਰਿਹਾ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮਤਲਬ ਜਿੱਦਾਂ ਤੁਸੀਂ ਦੀਪ ਸਿੱਧੂ ਦੀ ਗੱਲ ਕੀਤੀ ਹੈ, ਲੱਖੇ ਸਿਧਾਣੇ ਦੀ ਗੱਲ ਕੀਤੀ ਸੀ। ਲੱਖੇ ਸਿਧਾਣੇ ਦੀ ਸਭ ਤੋਂ ਪਹਿਲਾਂ ਜਿੰਨੀਆਂ ਵੀ ਹੈਗੀਆਂ ਨੇ ਕਿਸਾਨ ਯੂਨੀਅਨ ਨੇ ਕਿਸੇ ਨਾ ਕਿਸੇ ਪਾਰਟੀ ਨਾਲ ਰਿਲੇਟਡ ਨੇ, ਕੋਈ ਅਕਾਲੀਆਂ ਨਾਲ, ਕੋਈ ਕਾਂਗਰਸ ਨਾਲ, ਕਿੱਦਾਂ ਹੀ ਆ। ਤੇ ਜਿਸ ਦਿਨ ਦੀਪ ਸਿੱਧੂ ਨੇ, ਲੱਖੇ ਸਿਧਾਣੇ ਨੇ ਜਿਹੜੇ ਉਹ ਬੰਦੇ ਫਤਿਹਗੜ੍ਹ ਸਾਹਿਬ ਤੋਂ ਫੁੱਟਬਾਲ ਕਰਨ ਵਾਲੀ ਵੀਡੀਓ ਪਾਈ ਸੀ ਕਾਲੀਆਂ ਦੇ ਖਿਲਾਫ ਰੱਜ ਕੇ, ਉਹਨਾਂ ਨੂੰ ਭੰਡਿਆ ਸੀ, ਉਸ ਤੋਂ ਦਿਨ ਤੋਂ ਬਾਅਦ ਇਹ ਜਿਹੜੀ ਸਾਰੀ ਕਾਰਵਾਈ ਸ਼ੁਰੂ ਹੋ ਗਈ ਉਸ ਲੱਖੇ ਉੱਤੇ। ਵੀ ਸਾਰੇ ਇਹ ਕਾਲੀਆਂ ਦੇ ਕਹਿਣ ਦੇ ਉੱਤੇ ਕਰਾ ਰਹੇ ਨੇ, ਵਿੱਚ ਬਹੁਤ ਸਾਰੇ ਜਿਹੜੇ ਯੂਨੀਅਨ ਨੇ, ਯੂਨੀਅਨ ਇਹ ਰਲੀਆਂ ਮਿਲੀਆਂ ਨੇ ਵਿੱਚੋਂ। ਤੁਸੀਂ ਨੋਟ ਕਰ ਲਓ ਵੀ ਉਸ ਦਿਨ ਤੋਂ ਲੱਖੇ ਸਿਧਾਣੇ ਨੂੰ ਹਰ ਚੀਜ਼ ਉੱਤੇ ਜਿਹੜਾ ਉਹਨੂੰ ਟਿੱਪਣ ਕੀਤਾ ਜਾਂਦਾ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ ਜੀ। ਬਿਲਕੁਲ ਗੱਲ ਹੀ ਹੈ ਕਿ ਹੁਣ ਏਕਤਾ ਦੀ ਗੱਲ ਕੀਤੀ ਜਾਵੇ, ਇੱਕ ਦੂਜੇ ਨੂੰ ਭੰਡ ਕੇ ਜਾਂ ਉਹਨਾਂ ਨੂੰ ਨਿੰਦ ਕੇ ਬਿਲਕੁਲ ਅੰਦੋਲਨ ਨੂੰ ਖਰਾਬ ਨਾ ਕੀਤਾ ਜਾਵੇ। ਅਸਲ ਸਿਆਣਪ ਹੁਣ ਇਹ ਹੈ, ਮੇਰਾ ਖਿਆਲ ਹੈ, ਬਿਕਾਜ਼ ਮੈਂ ਲੀਡਰ ਨਹੀਂ ਬਣਨਾ, ਮੈਂ ਲੀਡਰਸ਼ਿਪ ਦੇ ਵਿੱਚ ਹੈ ਨਹੀਂਗਾ। ਹੁਣ ਇਹ ਚੀਜ਼ ਚਾਹੀਦੀ ਹੈ ਜਿੱਥੇ ਤੱਕ ਜਿਹੜੀ ਹੈਗੀ ਹੈ ਜੀ ਉੱਥੇ ਰਹਿਣ ਦਿੱਤਾ ਜਾਵੇ, ਸੋਲਵ ਜਿਹੜੇ ਮੇਨ ਟਾਰਗੇਟ ਆ ਉਹਨੂੰ ਕੀਤਾ ਜਾਵੇ, ਮਗਰੋਂ ਇਹ ਜਿਹੀਆਂ ਗੱਲਾਂ ਸੋਲਵ ਕਰ ਲਈਆਂ। ਬਿਲਕੁਲ ਜੀ, ਇਹੀ ਕੋਸ਼ਿਸ਼ ਹੈ ਸਾਡੀ ਵੀ। ਹੁਣ ਇੱਥੇ ਖਬਰਾਂ ਦਾ ਸਿਲਸਿਲਾ ਆਪਾਂ ਸਮਾਪਤ ਕਰਦੇ ਹਾਂ। ਜਿਹੜਾ ਦਰਸ਼ਕਾਂ ਲਈ ਹਮੇਸ਼ਾ ਇੱਕ ਸਵਾਲ ਹੁੰਦਾ ਆ, ਉਹ ਸਵਾਲ ਅੱਜ ਤੁਸੀਂ ਕੀ ਲੈ ਕੇ ਆਏ ਹੋ? ਡੇਟ ਆਫ ਬਰਥ ਦੱਸ ਦਿਓ। ਅੱਜ ਤਰਨ ਨੇ ਖੁਸ਼ ਹੋ ਜਾਣਾ ਜੀ। ਲੋ ਫਿਰ ਮੈਂ ਸਮਝ ਸਕਦੀ ਹਾਂ ਕਿ ਲਗਭਗ 1985 ਤੋਂ 1990 ਦੇ ਵਿੱਚ ਹੋਏਗਾ। ਚਲੋ ਜੀ, ਤਰਨ ਨੇ ਹੁਣ ਕਹਿਤਾ 1985 ਤੋਂ 1990, ਤਾਂ ਇਹੀ ਸਹੀ। ਕੀ ਬਾਤ ਹੈ, ਸੱਚੀ ਰੀਲੀ। ਠੀਕ ਹੈ ਜੀ, ਓਕੇ ਜੀ। ਇਹ ਐਕਟਰਸ ਹੈ, ਹਿੰਦੀ, ਤੇਲਗੂ, ਤਾਮਿਲ ਫਿਲਮਾਂ ਦੇ ਵਿੱਚ ਇਹਨੇ ਕੰਮ ਕੀਤਾ ਜੀ। ਫਿਲਮ ਫੇਅਰ ਅਵਾਰਡ ਇਹਨੂੰ ਮਿਲਿਆ ਜੀ। ਫੋਰਬਸ ਇੰਡੀਆ ਦੀ ਸੈਲੀਬ੍ਰਿਟੀ 100 ਲਿਸਟ ਦੇ ਵਿੱਚ ਆਈ ਸੀਗੀ ਜੀ 2018 'ਚ। ਹੁਣ ਦੇਖੋ 2018 ਦੇ ਸਾਰੇ 100 ਕਰ ਲਓ ਜੀ ਜਿਹੜੇ ਹੈਗੇ ਆ। ਇਹਦਾ ਜੀ ਨਿਊ ਦਿੱਲੀ 'ਚ ਇਹਦਾ ਜਨਮ ਹੋਇਆ ਸੀਗਾ ਜੀ, ਉੱਥੇ ਹੀ ਇਹ ਪੜ੍ਹੀ ਹੈ ਜੀ। ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਟੈਕਨੋਲੋਜੀ ਦੇ ਵਿੱਚ ਇਹ ਪੜ੍ਹੀ ਹੈ, ਡਿਗਰੀ ਲਈ ਹੈ ਜੀ। ਇਹਨੇ 2010 ਦੇ ਵਿੱਚ ਤੇਲਗੂ ਫਿਲਮ ਦੇ ਵਿੱਚ ਆਈ ਸੀਗੀ ਜੀ। ਪਹਿਲਾਂ ਜਿਹੜੀ ਫਿਲਮ ਦੀ ਪਹਿਲਾਂ ਆਈ ਸੀਗੀ ਉਹ ਰਿਲੀਜ਼ ਬਾਅਦ 'ਚ ਹੋਈ ਹੈ, ਉਹ ਤੋਂ ਪਹਿਲਾਂ ਇੱਕ ਹੋਰ ਤੇਲਗੂ ਫਿਲਮ ਰਿਲੀਜ਼ ਹੋ ਗਈ ਸੀ। ਇਹਦੀ ਜੁੜ ਗਏ ਨੇ ਜੀ, ਆਪਾਂ ਪਹਿਲਾਂ ਸਵਾਲ ਲੈ ਲਈ ਉਹਨਾਂ ਦਾ ਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਸਰੀ ਤੋਂ। ਹਾਂਜੀ ਦੱਸੋ ਜੀ। ਜੀ ਦੱਸੋ ਜੀ, ਕੀ ਕਹਿਣਾ ਚਾਹੁੰਦੇ ਹੋ? ਹਾਂ, ਲਾਈਵ ਪ੍ਰੋਗਰਾਮ ਮੈਂ ਵੇਖਦੀ। ਹਾਂਜੀ ਜੀ ਜੀ ਬਿਲਕੁਲ, ਤੁਸੀਂ ਲਾਈਵ ਪ੍ਰੋਗਰਾਮ 'ਚ ਹੀ ਕਾਲ ਕੀਤੀ ਹੈ। ਦੱਸੋ ਜੀ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਕਹਿਣਾ ਚਾਹੁੰਦੀ ਹਾਂ ਮੈਂ ਕਿ ਜਿਹੜੀਆਂ ਇਹ ਕਾਨੂੰਨਾਂ ਦਾ ਫੈਸਲਾ ਲੇਟ ਕਰ ਜਾਣੇ, ਡਿਲੇ ਹੋ ਸਕਦਾ। ਨਗਰ ਨਿਗਮ ਦੀਆਂ ਚੋਣਾਂ ਜੋ ਪੰਜਾਬ 'ਚ ਵੀ ਲੰਘ ਜਾਣ ਜੀ। ਹਾਂਜੀ, ਲੱਖੇ ਦੇ ਸਿੱਧੂ ਤੇ ਇੱਥੋਂ ਤੱਕ ਨੌਜਵਾਨ ਪੀੜ੍ਹੀ ਨੂੰ ਲਿਆਉਣ ਵਾਲਾ ਉਹ ਤੇ ਸਾਰੇ ਰੇਲਾਂ ਦੀ ਪਟੜੀਆਂ ਦੇ ਬੈਠੇ ਹੀ ਬਿਲਕੁਲ ਅੱਜ ਮਾੜਾ ਕਹਿ ਰਹੇ ਆ ਜੀ। ਬਿਲਕੁਲ ਜੀ, ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ। ਤੁਸੀਂ ਕਾਲ ਕੀਤੀ ਹੈ ਤੇ ਇੰਟਰਸਟ ਲੈਂਦੀ ਹੈ ਜਦੋਂ ਫੀਮੇਲਸ, ਮੈਨੂੰ ਜ਼ਿਆਦਾ ਵਧੀਆ ਲੱਗਦਾ ਹੈ ਕਿ ਜਦੋਂ ਪੋਲੀਟੀਕਲ ਮੈਟਰਸ ਦੇ ਵਿੱਚ। ਵੈਰੀ ਨਾਈਸ। ਹਾਂਜੀ, ਥੈਂਕ ਯੂ ਜੀ। ਉਸ ਤੋਂ ਬਾਅਦ ਫਿਰ 2016 'ਚ ਇੱਕ ਕੋਰਟ ਰੂਮ ਡਰਾਮਾ ਸੀਗਾ ਜੀ, ਉਹਦੇ ਵਿੱਚ ਆਈ ਸੀਗੀ। ਇੱਕ ਵਾਰ ਦੀ ਫਿਲਮ ਸੀਗੀ, ਉਹਦੇ ਵਿੱਚ ਵੀ ਆਈ ਸੀ। 2017 'ਚ ਆਈ ਸੀ। ਕਾਮੇਡੀ ਵਿੱਚ ਵੀ ਆਈ ਸੀਗੀ। ਤੇ ਇਹ ਫਿਰ ਜੀ ਹੁਣ ਮੈਂ ਕੀ ਕਹਾਂ, ਇੱਕ ਹੋਰ ਫਿਲਮ ਦੇ ਵਿੱਚ ਆਈ ਸੀ ਜਿਹਦੇ ਵਿੱਚ ਕੋਈ ਮੇਰੇ ਖਿਆਲ ਤੀਰਅੰਦਾਜ਼ੀ ਦਾ ਕੁਛ ਕਰਨਾ ਹੁੰਦਾ ਸੀਗਾ, ਕੁਛ ਐਸਾ ਸੀਗਾ। ਤਾਂ ਹੁਣ ਪਤਾ ਲੱਗਣ ਲੱਗ ਪਿਆ ਤਰਨ ਨੂੰ, ਇਹਦੇ ਪੇਰੈਂਟਸ। ਨਹੀਂ, ਮੈਨੂੰ ਜੇ ਤੁਸੀਂ ਕਾਲਜ ਦਾ ਨਾਮ ਲੈਣਾ ਮੈਨੂੰ ਉਦੋਂ ਪਤਾ ਲੱਗ ਗਿਆ ਸੀ। ਅੱਛਾ। ਮਾਤਾ ਜੈ ਕੌਰ ਪਬਲਿਕ ਸਕੂਲ ਅਸ਼ੋਕ ਵਿਹਾਰ ਦੇ ਵਿੱਚ ਇਹ ਪੜ੍ਹੀ ਹੈ ਜੀ, ਪਹਿਲੀ ਸਕੂਲਿੰਗ ਉੱਥੋਂ ਹੀ। ਬਾਅਦ 'ਚ ਇਹਨੇ ਫਿਰ ਇਹ ਮਾਡਲ ਬਣ ਗਈ, ਬੜੀ ਦੇਰ ਇਹਨੇ ਮਾਡਲਿੰਗ ਕੀਤੀ ਹੈ। ਤੇ ਮਾਡਲਿੰਗ ਕੀਤੀ ਹੈ, ਫਿਰ ਅਖੀਰ ਕਹਿੰਦੀ ਮੈਂ ਮਾਡਲਿੰਗ ਤੋਂ ਬੋਰ ਹੋ ਗਈ। ਡੋਬਰੇ ਮਾਡਲਿੰਗ ਦੇ ਕਹਿੰਦੀ ਐਵੇਂ ਕੈਮਰੇ ਮੂਹਰੇ ਖੜੇ ਰਹਿਣਾ, ਕੋਈ ਪਤਾ ਨਹੀਂ ਲੱਗਦਾ ਵੀ ਇਹ ਉਹ ਹੈ। ਠੀਕ ਹੈ, ਫਿਰ ਫਿਲਮਾਂ 'ਚ ਆ ਗਈ ਜੀ। ਤੇ ਫਿਲਮਾਂ 'ਚ ਫਿਰ ਇਹਨੇ ਤੇਲਗੂ ਫਿਲਮਾਂ ਤੋਂ ਕੰਮ ਸ਼ੁਰੂ ਕੀਤਾ ਜੀ। ਉਸ ਤੋਂ ਮਗਰੋਂ ਇਹ ਹਿੰਦੀ ਫਿਲਮਾਂ ਦੇ ਵਿੱਚ ਆਈ ਹੈ। ਇਹ
ਹੁਣ ਤਾਂ ਬਹੁਤ ਕੁਝ ਦੱਸਤਾ। ਬਿਲਕੁਲ ਜੀ, ਇੱਕ ਦਰਸ਼ਕ ਦਾ ਜਿਹੜਾ ਜਵਾਬ ਆ ਚੁੱਕਿਆ। ਮੈਂ ਸੋਚ ਰਹੀ ਸੀ ਕਿ ਸ਼ਾਇਦ ਕੋਈ ਕਾਲਰ ਕਾਲ ਕਰ ਦੇਵੇ, ਬਟ ਕਿਸੇ ਨੇ ਕਾਲ ਨਹੀਂ ਕੀਤੀ। ਸੋ ਅਮਰੀਕ ਸੋਹਲ ਜੀ ਦਾ ਆਲਰੇਡੀ ਜਵਾਬ ਆ ਚੁੱਕਿਆ ਵਾ। ਸਰ ਤੁਸੀਂ ਨੈਕਸਟ ਥੋੜਾ ਦੱਸ ਸਕਦੇ ਹੋ, ਫਿਰ ਮੈਂ ਆਨਸਰ ਦੱਸਦੀ ਹਾਂ। ਤੇ ਜੀ ਇਹ ਮਲਿਆਲਮ ਫਿਲਮਾਂ ਦੇ ਵਿੱਚ ਵੀ ਆਈ ਹੈਗੀ ਜੀ। ਇਹ ਇੱਕ ਫਿਲਮ ਆਈ ਸੀਗੀ, ਉਸ ਨਾਂ ਦੀ ਫਿਲਮ ਪਹਿਲਾਂ 1981 ਚ ਵੀ ਆਈ ਸੀਗੀ, ਤੇ ਇਹਦਾ ਰੀਮੇਕ ਸੀਗਾ, ਇਹ ਉਸ ਦੇ ਵਿੱਚ ਆਈ ਆ। ਹੁਣ ਤਾਂ ਦੇਖ ਲਓ ਕੌਣ ਹੈ ਉਹ, ਕੋਈ ਨਜ਼ਰ ਲੱਗਣ ਵਾਲੀ ਫਿਲਮ ਸੀਗੀ ਉਹ, ਕੁਛ ਇਹੋ ਜਿਹਾ ਸੀਗਾ ਮੇਰਾ ਖਿਆਲ ਆ ਜੀ। ਉਹ ਉਸ ਫਿਲਮ ਦੇ ਵਿੱਚ ਫਿਰ ਇਹਦੇ ਨਾਲ ਸੀਗਾ ਜੀ ਰਿਸ਼ੀ ਕਪੂਰ ਸੀ, ਸਿਧਾਰਥ ਸੀਗਾ ਜੀ, ਦੇਵਿੰਦਰ ਸ਼ਰਮਾ ਸੀਗਾ ਜੀ, ਅਲੀ ਜ਼ਫਰ ਸੀਗਾ ਜੀ, ਤੇ ਨਾਲ ਇਹ ਵੀ ਸੀਗੇ ਜੀ। ਤੇ ਹੁਣ ਤਾਂ ਬਹੁਤ ਦੱਸਦੇ ਜੀ। ਅੱਜ ਤੁਸੀਂ ਦਰਸ਼ਕਾਂ ਨੂੰ ਕਨਫਿਊਜ਼ ਕਰ ਦਿੱਤਾ। ਮੇਰਾ ਕੰਮ ਕਨਫਿਊਜ਼ ਕਰਨਾ ਜੀ, ਮੇਰਾ ਕੰਮ ਹੀ ਕਨਫਿਊਜ਼ ਕਰਨਾ ਜੀ, ਦੈਟਸ ਵਾਈ ਇਹ ਗੱਲ ਹੈ। ਅੱਛਾ, ਹੁਣ ਅਗਲੀ ਵਾਰੀ ਫਿਰ ਜੀ ਮੈਂ ਹੁਣ 80 ਤੋਂ 85 ਤੋਂ 92 ਵਾਲੇ ਨੂੰ ਲੈ ਕੇ ਨਹੀਂ ਆਉਣੀਆਂ, ਕਿਉਂਕਿ ਤੁਹਾਨੂੰ ਪਤਾ ਨਹੀਂ ਇਹਨਾਂ ਦਾ। ਅਮਰੀਕ ਸੋਹਲ ਜੀ ਕਹਿ ਰਹੇ ਨੇ ਸੋਨਲ ਚੌਹਾਨ। ਓਕੇ ਜੀ, ਕੀਪ ਔਨ ਟਰਾਈਂਗ। ਮੇਬੀ ਹੋਵੇ ਜੀ, ਮੇਬੀ ਨਾ ਹੋਵੇ, ਹੁਣ ਆਏ ਤਾਂ ਪਤਾ ਨਹੀਂ ਹੈ। ਮੈਨੂੰ ਹੋਰ ਦੱਸਾਂ ਕੀ ਕਰਾਂ ਜੀ। ਇਹਨੇ ਅਕਸ਼ੇ ਕੁਮਾਰ ਨਾਲ ਵੀ ਆਈ ਹੈ ਜੀ, ਅਕਸ਼ੇ ਕੁਮਾਰ, ਅਨੁਪਮ ਖੇਰ, ਮਨੋਜ ਬਾਜਪਾਈ। ਇੱਕ ਫਿਲਮ ਦੇ ਆਏ ਸੀਗੇ ਜੀ, 569 ਮਿਲੀਅਨ ਰੁਪਈਆ ਉਹਦੇ 'ਚ ਕਮਾਇਆ ਸੀਗਾ ਉਸ ਫਿਲਮ ਦੇ ਵਿੱਚ ਜੀ। ਕਾਮੇਡੀਆਂ ਦੇ ਵਿੱਚ ਵੀ ਕਈ ਵਾਰੀ ਆਈ ਹੈ ਜੀ। ਮਨੀਸ਼ਾ ਸ਼ੇਸ਼ਾਦਰੀ ਤਾਂ ਜੀ ਬਹੁਤ ਪੁਰਾਣੀ ਹੈ। ਅਨਿਲ ਨਖਵਾਲ ਜੀ ਕਹਿ ਰਹੇ ਨੇ ਮੀਨਾਕਸ਼ੀ ਸ਼ੇਸ਼ਾਦਰੀ। ਹਾਂ, ਮੀਨਾਕਸ਼ੀ ਸ਼ੇਸ਼ਾਦਰੀ ਤਾਂ ਪੁਰਾਣੀ ਹੈ ਜੀ ਬਹੁਤ। ਥੋੜਾ ਨਵਾਂ ਆਓ ਜੀ, ਥੋੜਾ ਜਿਹਾ। ਬਸ ਬਿਲਕੁਲ ਹੱਸ ਗਿਆ। ਮਨਪ੍ਰੀਤ ਚੌਹਾਨ ਜੀ ਕਹਿ ਰਹੇ ਨੇ ਤਬੂ, ਉਹ ਵੀ ਬਹੁਤ ਪੁਰਾਣੀ। ਹਾਂ ਜੀ, ਉਹ ਪੁਰਾਣੀ ਹੈ ਜੀ। ਮੈਂ ਦੇਖਿਆ ਤੁਹਾਨੂੰ ਅੱਜ ਫਿਰ ਜੀ ਇੱਕ ਕਾਲਰ ਜੁੜ ਗਏ ਨੇ, ਆਪਣੀ ਕਾਲਰ ਹੀ ਹੈ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮਨਦੀਪ ਬੋਲ ਰਹੀ ਹਾਂ ਜੀ, ਵਿਨੀਪੈਗ ਤੋਂ। ਇਹ ਹੈ ਕਾਜਲ ਅਗਰਵਾਲ। ਕਾਜਲ ਅਗਰਵਾਲ, ਥੈਂਕ ਯੂ ਜੀ। ਹਾਂ ਜੀ, ਥੈਂਕ ਯੂ ਜੀ, ਸ਼ੁਕਰੀਆ ਸਰ। ਜਿੰਨੇ ਇਸ ਵਕਤ ਕਮੈਂਟਸ ਆਇਆ ਸਾਰੇ ਅਲੱਗ-ਅਲੱਗ ਆਇਆ, ਕਿਸੇ ਦਾ ਡਬਲ ਕਮੈਂਟ। ਦੇਖੋ ਜੀ, ਫਿਰ ਐਵੇਂ ਹੀ ਆ, ਇਹ ਜੱਟਾਂ ਦੀ ਕੁੜੀ ਆ। ਲਾ ਲਓ ਹੁਣ ਕੁਝ ਹਿਸਾਬ ਕਿਤਾਬ। ਲਖਨ ਕੇ ਪੱਡਾ ਜੀ ਕਰੇ ਨੇ ਸੋਨਮ ਕਪੂਰ। ਓਕੇ ਜੀ, ਤੁਸੀਂ ਥੋੜਾ ਜਿਹਾ ਗਲਤ ਬੋਲ ਗਏ, ਤਾਂ ਕਰਕੇ ਸਾਰੇ ਦਰਸ਼ਕ ਕਨਫਿਊਜ਼ ਹੋ ਗਏ ਨੇ। ਦੇਖ ਲਓ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੀ, ਤੁਸੀਂ ਹੁਮਾ ਕੁਰੈਸ਼ੀ ਦੀ ਗੱਲ ਕਰ ਰਹੇ ਹੋ? ਹੁਮਾ ਕੁਰੈਸ਼ੀ ਜੀ, ਤੁਸੀਂ ਕਿੱਥੋਂ ਬੋਲ ਰਹੇ ਹੋ? ਮੌਂਟਰੀਅਲ ਤੋਂ ਬੋਲ ਰਹੇ ਹਾਂ ਜੀ। ਸ਼ੁਕਰੀਆ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਆਈ ਹੋਪ ਤੁਹਾਡਾ ਡੱਬਾ ਹੁਣ ਠੀਕ ਚੱਲਦਾ। ਡੱਬਾ ਠੀਕ ਚੱਲਦਾ ਜੀ ਤੁਹਾਡਾ? ਅੱਛਾ, ਚਲੋ ਕੱਟਿਆ ਗਿਆ ਜੀ। ਜਗਜੀਤ ਕੌਰ ਜੀ ਕਰ ਰਹੇ ਨੇ ਤਾਪਸੀ ਪੰਨੂ। ਲਓ ਜੀ, ਕੀ ਬਾਤ ਹੈ। ਹੋਰ ਟਰਾਈ ਕਰ ਲਓ। ਇਹ ਹੋਰ ਮੈਂ ਹੁਣ ਫਿਰ ਆਇਆ ਤਾਂ ਹੁਣ ਤੁਹਾਨੂੰ ਫਿਲਮ ਸੀਗੀ ਸਾਂਢ ਕੀ ਆਂਖ। ਬਿਲਕੁਲ ਸਰ, ਉਹ ਤੀਰ ਅੰਦਾਜ਼ੀ ਨਹੀਂ ਸੀ, ਉਹ ਸ਼ੂਟਿੰਗ ਸੀ। ਤੁਸੀਂ ਤੀਰ ਅੰਦਾਜ਼ੀ ਬੋਲ ਗਏ। ਉਹ ਸ਼ੂਟਿੰਗ ਸੀ। ਅੱਛਾ ਹਾਂ, ਉਹ ਠੀਕ ਹੈ। ਹੈਲੋ ਸੌਰੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਨਦੀਪ ਜੀ, ਬੋਲ ਰਹੀ ਹਾਂ। ਮੈਂ ਵੀ ਤੁੱਕਾ ਲਗਾ ਲੈਂਦੀ ਹਾਂ। ਜੱਟਾਂ ਦੀ ਕੁੜੀਆਂ, ਮੈਂ ਸੋਚਿਆ ਤਾਪਸੀ ਪੰਨੂ ਤਾਂ ਨਹੀਂ। ਸ਼ੁਕਰੀਆ ਜੀ ਕਾਲ ਕਰਨ ਲਈ। ਥੈਂਕ ਯੂ ਜੀ, ਥੈਂਕ ਯੂ ਕਾਲ ਕਰਨ ਲਈ ਸ਼ੁਕਰੀਆ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹਦਾ ਆਨਸਰ ਹੈ ਜੀ ਤਾਪਸੀ ਪੰਨੂ। ਕਿੱਥੋਂ ਬੋਲ ਰਹੇ ਹੋ ਜੀ ਤੁਸੀਂ? ਮੈਂ ਬ੍ਰਹਮਪੁਰ ਤੋਂ ਬੋਲ ਰਿਹਾ ਜੀ। ਸ਼ੁਕਰੀਆ ਜੀ ਕਾਲ ਕਰਨ ਲਈ। ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ ਤੁਸੀਂ। ਤੇ ਤੁਸੀਂ ਆਹ ਕਲਿਊ ਨਹੀਂ ਦੇਣਾ ਸੀ, ਹੁਣ ਲਗਭਗ ਸਾਰਿਆਂ ਨੇ ਹੁਣ ਤਾਪਸੀ ਪੰਨੂ ਹੀ ਕਹਿਣਾ। ਹੈਲੋ ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਬੋਲ ਰਹੇ ਹੋ ਜੀ? ਮੈਂ ਬੁੱਧਰਾਜ ਤੋਂ ਬੋਲ ਰਹੀ ਹਾਂ ਜੀ। ਦੱਸੋ ਜੀ। ਤੇਜਸਵੀ ਪੰਨੂ। ਤੇਜਸਵੀ ਪੰਨੂ। ਸੌਰੀ ਤਾਪਸੀ ਪੰਨੂ ਜੀ। ਸ਼ੁਕਰੀਆ ਜੀ ਕਾਲ ਕਰਨ ਲਈ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਕਿੱਥੋਂ ਬੋਲ ਰਹੇ ਹੋ? ਮੈਂ ਟੌਪਿਕਲ ਤੋਂ ਬੋਲਦਾ ਹਾਂ ਸੁਨੀਲ ਜੀ। ਦੱਸੋ ਜੀ। ਤਾਪਸੀ ਪੰਨੂ ਹੈ ਜੀ ਦਾ ਨਾਮ। ਸਾਂਢ ਕੀ ਆਂਖ ਆਈ ਸੀ। ਤਾਪਸੀ ਪੰਨੂ ਜੀ। ਸ਼ੁਕਰੀਆ ਜੀ। ਥੈਂਕ ਯੂ ਜੀ। ਸ਼ੁਕਰੀਆ ਜੀ। ਬਦਲਾ ਫਿਲਮ ਚ ਵੀ ਆਈ ਸੀ। ਬਦਲਾ ਫਿਲਮ। ਬਿਲਕੁਲ ਜੀ। ਸ਼ੁਕਰੀਆ ਕਾਲ ਕਰਨ ਲਈ। ਥੈਂਕ ਯੂ ਜੀ। ਨੈਕਸਟ ਕਾਲਰ ਜੁੜ ਗਏ ਨੇ ਸਰ। ਆਪਣਾ ਟਾਈਮ ਆਲਮੋਸਟ ਓਵਰ ਹੋ ਚੁੱਕਿਆ ਹੈ। ਹਾਂਜੀ, ਮੈਂ ਵੀ ਤਾਂ ਦੱਸਿਆ ਸੀਗਾ ਜੀ, ਮੈਂ ਕਿਹਾ ਸਮਾਂ ਹੋ ਚੱਲਿਆ। ਸਤਿ ਸ਼੍ਰੀ ਅਕਾਲ ਜੀ। ਕੁਲਪ੍ਰੀਤ ਸਿੰਘ ਹੈ ਜੀ। ਕੁਲਪ੍ਰੀਤ ਸਿੰਘ। ਰਕੁਲਪ੍ਰੀਤ ਸਿੰਘ। ਓਕੇ, ਰਕੁਲਪ੍ਰੀਤ। ਸ਼ੁਕਰੀਆ ਜੀ ਕਾਲ ਕਰਨ ਲਈ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਸੋ ਨਾਈਸ ਆਫ ਯੂ। ਦੇਖੋ ਗੁਰਵਿੰਦਰ ਸਿੰਘ ਕਰ ਰਹੇ ਨੇ ਤਾਪਸੀ ਪੰਨੂ। ਅਨਿਲ ਨਖਵਾਲ ਜੀ ਕਰ ਰਹੇ ਨੇ ਤਾਪਸੀ। ਜਗਜੀਤ ਕੌਰ ਜੀ ਕਰ ਰਹੇ ਨੇ ਤਾਪਸੀ ਪੰਨੂ।
ਤੇ ਸਰ ਕੀ ਆਨਸਰ ਹੈ? ਉਹ ਜੇ ਮੀਨਾਕਸ਼ੀ ਸ਼ੇਸ਼ਾਦਰੀ ਸੀਗੀ ਉਹਦੇ ਨਾਲ ਦੀ ਇੱਕ ਜੱਟਾਂ ਦੀ ਹੋਰ ਵੀ ਹੈਗੀ ਆ। ਕਿੰਨੇ ਤਾਂ ਹੈਗੀਆਂ ਨੇ। ਹਾਂ ਨਹੀਂ ਮੀਨਾਕਸ਼ੀ ਸ਼ੇਸ਼ਾਦਰੀ ਦੀ ਮੈਂ ਗੱਲ ਕਰਦਾ ਜੀ, ਜਿਹੜੀ ਉਹਦੀ ਧਰਮਿੰਦਰ ਦੀ ਬੇਟੀ ਆ ਉਹ ਕੀ ਹੈ? ਹਾਂ ਪੂਨਮ ਢਿੱਲੋਂ ਸੀਗੀ ਜੀ, ਹਾਂ ਉਸ ਵੇਲੇ ਦੀ ਸੀਗੀ ਜੀ, ਦੈਟਸ ਰਾਈਟ, ਸਾਡੇ ਵੇਲੇ ਦੀ ਆ ਉਹ। ਈਸ਼ਾ ਦਿਓਲ ਉਹ ਵੀ, ਹਾਂ ਮੈਂ ਉਹੀ ਕਹਿਣ ਗਿਆ ਸੀ ਈਸ਼ਾ ਦਿਓਲ ਹੈਗੀ ਆ। ਇਹ ਫਿਰ ਹੁਣ ਬਹੁਤਿਆਂ ਨੇ ਕਹਿਤਾ ਜੀ ਤਾਂ ਫਿਰ ਠੀਕ ਹੈ ਜੀ ਗੱਲ ਮੇਰੇ। ਨਹੀਂ ਬਿਲਕੁਲ ਤੁਸੀਂ ਕੀ ਕਹਿ ਰਹੇ ਹੋ? ਤਾਪਸੀ ਪੰਨੂ, ਤਾਪਸੀ ਪੰਨੂ ਹੈ ਜੀ, ਤਾਪਸੀ ਪੰਨੂ ਤਾਂ ਨਵੀਂ ਐਕਟਰ ਹੈ ਜੀ। ਇਹ ਕਰਨ ਨੂੰ ਹੁੰਦਾ ਜੀ ਬਹੁਤ ਵੀ ਕਿ ਜਿਹੜੀਆਂ ਨਹੀਂ ਮੈਂ ਦੇਖਣਾ ਚਾਹੁੰਦੀ ਸੀ ਕਿ ਸਾਡੇ ਦਰਸ਼ਕ ਕਿੰਨਾ ਕੁ ਰਿਪਲਾਈ ਕਰਦੇ ਨੇ, ਪਰ ਜਦੋਂ ਤੁਸੀਂ ਜੱਟਾਂ ਦੀ ਕੁੜੀ ਕਿਹਾ ਨਾ ਉਸ ਤੋਂ ਬਾਅਦ ਕਲਿਊ ਜ਼ਿਆਦਾ ਮਿਲਿਆ। ਬਿਲਕੁਲ ਜੀ, ਥੈਂਕ ਯੂ ਜੀ, ਤੁਸੀਂ ਦੇਖਦੇ ਹੋ, ਸ਼ਿਰਕਤ ਕਰਦੇ ਹੋ, ਆਪਦੇ ਕਮੈਂਟਸ ਦਿੰਦੇ ਹੋ, ਸੋਨਾ ਇਸ ਰਿਵਿਊ ਚੰਗਾ ਲੱਗਦਾ ਜੀ। ਕੱਲ੍ਹ ਨੂੰ ਫੇਰ ਹਾਜ਼ਰ ਹੋਵਾਂਗੇ ਜੀ ਇਸੇ ਵੇਲੇ, ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਦਬਾਓ।